मजा नहीं आ रहा है। हम करते हैं प्रबंध। Glassy time. ਹੈਲੋ ਐਂਡ ਵੈਲਕਮ ਟੂ ਗਲਾਸੀ ਟਾਈਮ। ਕੀ ਹਾਲ ਚਾਲ ਨੇ ਸਾਰਿਆਂ ਦੇ? ਹਾਂਜੀ ਤੁਸੀਂ ਉਹ ਨਾਲ ਵਾਲੇ ਨਹੀਂ, ਤੁਸੀਂ ਤੁਹਾਡੀ ਗੱਲ ਕਰ ਰਹੇ ਹਾਂ। ਕੀ ਹਾਲ ਚਾਲ ਨੇ? ਵਧੀਆ। ਆਈ ਹੋਪ ਤੁਸੀਂ ਸਾਰੇ ਵਧੀਆ ਹੋ। ਐਂਡ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹਾਂਗਾ ਕਿ ਪੂਰੀ ਗਲਾਸੀ ਟਾਈਮ ਦੀ ਟੀਮ ਵੱਲੋਂ ਥੈਂਕ ਯੂ ਸੋ ਮਚ ਕਿ ਤੁਸੀਂ ਕਿੰਨਾ ਪਿਆਰ ਦੇ ਰਹੇ ਹੋ, ਸਾਨੂੰ ਸਪੋਰਟ ਦੇ ਰਹੇ ਹੋ। ਹਾਂ, ਵਿੱਚ ਗਾਲਾਂ ਵੀ ਪੈ ਰਹੀਆਂ ਨੇ, ਇਮਿਊਨ ਹੋਏ ਕਰਦੇ, ਸਾਡੀ ਇਮਿਊਨਿਟੀ ਬੜੀ ਹੈ। ਐਂਡ ਜਿੰਨਾ ਤੁਸੀਂ ਸਾਡੇ ਲਾਸਟ ਐਪੀਸੋਡ ਨੂੰ ਪਿਆਰ ਕੀਤਾ, ਆਈ ਹੋਪ ਕਿ ਜਿਹੜਾ ਇਹ ਵਾਲਾ ਐਪੀਸੋਡ ਆਪਾਂ ਸ਼ੂਟ ਕਰ ਰਹੇ ਹਾਂ ਇਸ ਟਾਈਮ 'ਤੇ, ਆਈ ਡੋਂਟ ਥਿੰਕ ਸੋ ਕਿ ਕਿਸੇ ਨੇ ਕਵਰ ਕੀਤਾ ਹੋਏਗਾ। ਇਟਸ ਵਨ ਆਫ ਅ ਕਾਈਂਡ। ਮਤਲਬ ਇਹਦੇ ਰਿਲੇਟਿਡ ਬਹੁਤ ਹੋਣਗੇ, ਬਟ ਜਿੱਦਾਂ ਦਾ ਅਸੀਂ ਪ੍ਰੈਜ਼ੈਂਟ ਕਰ ਰਹੇ ਹਾਂ ਅੱਜ ਦਾ ਪੋਡਕਾਸਟ, ਦੈਟ ਵਿਲ ਬੀ ਅ ਲਿਟਲ ਡਿਫਰੈਂਟ। ਤੁਹਾਨੂੰ ਮਜ਼ਾ ਆਏਗਾ ਸੁਣਨ 'ਚ। ਨਾਲ ਮੇਰੇ ਦੋ ਪਰਸਨੈਲਿਟੀਜ਼ ਨੇ ਬੀ ਟਾਊਨ ਦੀਆਂ, ਬਰੈਂਪਟਨ ਓਨਟਾਰੀਓ। First is GP Randhawa. Second is Miss Tanveer Kaur. She is one of the most successful person in the trucking industry, I would say. Like, female representation of this industry. Like, she's bang on. Like, she's doing really good. That's why, like, we approached her. And, ਅਸੀਂ ਬਹੁਤ ਥੈਂਕਫੁਲ ਹਾਂ ਪੂਰੀ ਗਲਾਸੀ ਟਾਈਮ ਦੀ ਟੀਮ ਵੱਲੋਂ। ਥੈਂਕਸ ਤਨਵੀਰ ਫॉर ਕਮਿੰਗ ਐਂਡ ਜੁਆਇਨਿੰਗ ਅਸ ਐਟ ਗਲਾਸੀ ਟਾਈਮ ਪੋਡਕਾਸਟ। ਥੈਂਕ ਯੂ ਸੋ ਮਚ। ਸਾਡਾ ਅੱਜ ਦੇ ਟੌਪਿਕ ਦਾ ਇਹੀ ਸੀਗਾ ਕਿ ਆਪਾਂ ਨੂੰ ਕੁਛ ਯੂਨੀਕ ਕਰਾਂਗੇ, ਅਤੇ ਮੈਂ ਅਤੇ ਫਲੇਸ ਵੀ ਡਿਸਕਸ ਕਰ ਰਹੇ ਸੀ। ਅਤੇ ਆਪਾਂ ਤਨੂੰ ਵੀ ਸਾਨੂੰ ਕਿੰਨੇ ਟਾਈਮਾਂ ਤੋਂ ਜਾਣਦੀ ਆ, ਕਾਲਜ ਟਾਈਮ ਤੋਂ, ਅਤੇ ਅਸੀਂ ਫਿਰ ਇਹਨੂੰ ਅਪਰੋਚ ਕੀਤਾ ਹੈ ਨਾ, ਵੀ ਕਹਿੰਦੀ ਹਾਂ ਆਪਾਂ ਕਰਾਂਗੇ ਐਪੀਸੋਡ, ਹੈ ਨਾ। ਅਤੇ ਆਪਾਂ ਹੋਪ ਕਰਦੇ ਹਾਂ ਵੀ ਇਹ ਐਪੀਸੋਡ ਤੋਂ ਜਿਹੜੀ ਕੁੜੀਆਂ ਨੇ, ਹੈ ਨਾ, ਇੰਸਪਾਇਰ ਹੋ ਕੇ ਇਹ ਜੇ ਇੰਡਸਟਰੀ 'ਚ ਆਉਣਾ ਚਾਹੁੰਦੀਆਂ ਨੇ, ਆ ਸਕਦੀਆਂ ਨੇ। ਅਤੇ ਕਿੰਨੀ ਉਹਨਾਂ ਨੂੰ ਚੀਜ਼ਾਂ, ਜਿਹੜੀ ਇੰਡਸਟਰੀ ਦੇ ਕੋਈ ਗੰਦੀਆਂ ਮਾੜੀਆਂ ਚੀਜ਼ਾਂ, ਚੰਗੀਆਂ, ਹੈ ਨਾ, ਜੋ ਵੀ ਇੱਥੋਂ ਐਪੀਸੋਡ ਤੋਂ ਹੋਪਫੁਲੀ ਉਹਨਾਂ ਨੂੰ ਪਤਾ ਲੱਗੂਗਾ। ਰਾਈਟ। ਸੋ ਤਨਵੀਰ, ਵੈਲਕਮ। ਕਿੱਦਾਂ ਲੱਗ ਰਿਹਾ? ਯਾ ਥੈਂਕ ਯੂ। ਵਧੀਆ ਲੱਗ ਰਿਹਾ ਮੈਨੂੰ ਬਹੁਤ ਜ਼ਿਆਦਾ। ਅਤੇ ਤੁਸੀਂ ਬਹੁਤ ਵਧੀਆ ਟੋਪਿਕ ਚੂਜ਼ ਕੀਤਾ ਅੱਜ। ਥੈਂਕ ਯੂ। ਜੋ ਕਿ ਪਤਾ ਹੋਣਾ ਚਾਹੀਦਾ ਸੀ ਸਾਰਿਆਂ ਨੂੰ ਇਸ ਟੋਪਿਕ ਬਾਰੇ, ਰਾਈਟ? ਬਿਕੋਜ਼ ਹਰ ਚੀਜ਼ ਦੇ ਪ੍ਰੋਸ ਐਂਡ ਕੌਨਸ ਹੁੰਦੇ ਆ, ਅਤੇ ਇਸ ਟੋਪਿਕ ਦੇ ਵੀ ਬਹੁਤ ਹੈ। ਟਰੱਕਿੰਗ ਦੇ ਵੀ ਹੈਗੇ ਆ, ਕੁੜੀਆਂ ਲਈ ਵੀ ਹੈਗੇ ਨੇ, ਰਾਈਟ? ਅਸੀਂ ਮੇਨਲੀ ਫੀਮੇਲ ਰੈਪਰਜੈਂਟੇਸ਼ਨ ਕਿਉਂ ਚਾਹ ਰਹੇ ਸੀ, ਕਿਉਂਕਿ ਟਰੱਕਿੰਗ ਦੀ ਬਹੁਤ ਸਾਰੀ ਵੀਡੀਓਜ਼ ਨੇ, ਬਹੁਤ ਸਾਰੀ ਨੌਲੇਜ ਹੈ, ਰਾਈਟ? ਬਟ ਫੀਮੇਲ ਰਿਪਰਜੈਂਟੇਸ਼ਨ ਕੋਈ ਹੈਗੀ ਨਹੀਂ ਹੈ। ਮਤਲਬ ਸਾਡੇ ਕੋਲ ਰੈਫਰੈਂਸ ਪੁਆਇੰਟ ਨਹੀਂ ਹੈ। ਜਿੱਥੇ ਵੀ ਦੇਖੀਏ ਵੀ, ਹੈ ਨਾ, ਮੁੰਡੇ ਹੀ ਆ ਸਾਰੇ, ਹੈ ਨਾ, ਸਾਰੇ ਕਿਤੇ। ਅਤੇ ਆਪਾਂ ਚਾਹੁੰਦੇ ਸੀਗੇ ਵੀ ਆਪਾਂ ਕੁਛ ਯੂਨੀਕ ਹੀ ਕਰੀਏ, ਰਾਈਟ? ਅਤੇ ਮੈਨੂੰ ਲੱਗ ਨਹੀਂ ਰਿਹਾ, ਆਪਾਂ ਜੇ ਦੇਖੀਦਾ ਵੀ ਆਪਣੇ ਸਰਕਲ 'ਚ ਜਾਂ ਕੁਛ ਵੀ, ਆਪਾਂ ਦੇਖੀਦਾ ਨਹੀਂ ਵੀ ਇਹ ਫੀਲਡ 'ਚ ਕੁੜੀਆਂ ਹੈਗੀਆਂ ਨੇ, ਹੈ ਨਾ। ਅਤੇ ਅਸੀਂ ਚਾਹੁੰਦੇ ਸੀਗੇ ਵੀ ਆਹ ਚੀਜ਼ ਕਰੀਏ ਕਵਰ। ਲਾਈਕ ਸੀਰੀਅਸਲੀ ਪਹਿਲੇ ਤਾਂ ਸਲੂਟ ਹੈ, ਯੂ ਨੋ, ਲਾਈਕ ਥੈਂਕ ਯੂ। ਸਾਰੇ ਕਹਿੰਦੇ ਨੇ ਕਿ ਸਾਰੇ ਵੀਡੀਓਜ਼ ਵੀ ਪਾਉਂਦੇ ਨੇ ਕਿ ਬਈ ਸਾਡੇ ਵੀਰੋ ਧਿਆਨ ਨਾਲ ਚਲਾਓ, ਜਾਂ ਬਟ ਕੋਈ ਇਹ ਨਹੀਂ ਕਹਿੰਦਾ ਕਿ ਸਾਡੀ ਭੈਣੋ ਧਿਆਨ ਨਾਲ ਚਲਾਓ। ਕੋਈ ਨਹੀਂ ਕਹਿੰਦਾ, ਕੋਈ ਵੀ ਨਹੀਂ ਕਹਿੰਦਾ। ਕੁਛ ਵੀ ਜਦੋਂ ਆਪਾਂ ਦੇਖਦੇ ਕੋਈ ਇੰਸੀਡੈਂਟ ਹੁੰਦਾ, ਕੁਛ ਵੀ, ਸਾਰੇ ਸਟੇਟਸ ਆਈ ਹੋਣਗੇ ਵੀਰੋ ਧਿਆਨ ਨਾਲ ਚਲਾਓ, ਇੱਦਾਂ ਦੀ ਚੀਜ਼ਾਂ, ਹੈ ਨਾ। ਪਰ ਕੁੜੀਆਂ ਦੀ ਕੋਈ ਨਹੀਂ ਗੱਲ ਕਰਦੀ, ਕਿਉਂਕਿ ਆਈ ਥਿੰਕ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕੁੜੀਆਂ ਵੀ ਇਸ ਫੀਲਡ 'ਚ ਨੇ, ਕਿਉਂਕਿ ਆਈ ਥਿੰਕ ਉਹ ਓਵਰਸ਼ੈਡੋ ਕਰਤਾ ਮੇਲਸ ਨੇ। ਬਿਕੋਜ਼ ਯੂ ਨੋ ਵਾਟ, ਕਿ ਇਹ ਜਿਹੜਾ ਪ੍ਰੋਫੈਸ਼ਨ, ਟਰੱਕਿੰਗ ਪ੍ਰੋਫੈਸ਼ਨ ਹੈ ਹੀ ਇੱਕ ਲਾਈਕ ਮੈਨ ਡੋਮੀਨੈਂਟਿੰਗ ਹੈ, ਠੀਕ ਹੈ? ਮਤਲਬ ਮੈਨਸ ਦਾ ਹੀ ਪ੍ਰੋਫੈਸ਼ਨ ਹੈ, ਠੀਕ ਹੈ? ਸਾਡਾ ਕੁੜੀਆਂ ਦਾ ਪ੍ਰੋਫੈਸ਼ਨ ਨਹੀਂ ਸੀ ਕਦੀ ਵੀ ਇਹ। ਕੁੜੀਆਂ ਕੁਛ ਕੁ ਸਾਲਾਂ ਤੋਂ ਹੀ ਆਈਆਂ ਨੇ ਇਸ ਪ੍ਰੋਫੈਸ਼ਨ 'ਚ, ਜੋ ਕਿ ਕਈ ਬੰਦਿਆਂ ਨੇ ਉਸ ਚੀਜ਼ ਨੂੰ ਐਕਸੈਪਟ ਕੀਤਾ ਅਤੇ ਕਈ ਅੱਜ ਤੱਕ ਨਹੀਂ ਕਰ ਪਾਏ। ਅੱਛਾ, ਠੀਕ ਹੈ? ਨਹੀਂ ਐਕਸੈਪਟ ਕਰ ਪਾਏ ਉਹ। ਉਹਨਾਂ ਨੂੰ ਲੱਗਦਾ ਵੀ ਕੁੜੀਆਂ ਗੱਡੀ ਵੀ ਸਹੀ ਨਹੀਂ ਚਲਾ ਸਕਦੀਆਂ। ਆਪਾਂ ਕਹੀ ਜਾਂਦੇ ਹਾਂ ਵੀ ਕੁੜੀ ਗੱਡੀ ਚਲਾ ਰਹੀ ਹੈ, ਰਾਈਟ? ਦੈਟਸ ਵਾਈ ਉਹ ਇੱਦਾਂ ਕਹਿੰਦੇ ਵੀ ਹਾਂ ਕੁੜੀ ਗੱਡੀ ਚਲਾ ਰਹੀ, ਗਲਤ ਕੁੜੀ ਚਲਾ ਰਹੀ ਹੈ। ਜੇ ਰੋਡ 'ਤੇ ਆਪਾਂ ਜਾਂਦੇ ਹਾਂ, ਅਸੀਂ ਕਹਿੰਦੇ ਵੀ ਹਾਂ ਫਲਾਣੀ ਗੱਡੀ ਸਹੀ ਨਹੀਂ ਜਾ ਰਹੀ, ਕੁੜੀ ਹੋਣੀ ਹੈ ਵਿੱਚ। ਐਕਸੀਡੈਂਟ ਹੋਵੇ, ਅੱਛਾ ਕੁੜੀ ਸੀ, ਅੱਛਾ ਉਹਦੀ ਗਲਤੀ ਹੋ ਗਈ, ਹੈ ਨਾ। ਪਰ ਨਹੀਂ, ਇੱਦਾਂ ਨਹੀਂ ਹੁੰਦਾ। ਕੁੜੀਆਂ ਵੀ ਅੱਜ ਕੱਲ੍ਹ, ਮੈਂ ਇਹ ਨਹੀਂ ਕਹਿੰਦੀ ਚਲੋ ਬਰਾਬਰ ਹੋ ਗਈਆਂ ਬੰਦਿਆਂ ਦੇ, ਬਹੁਤ ਚੀਜ਼ਾਂ ਜਿਹੜੀਆਂ ਕੁੜੀਆਂ ਨਹੀਂ ਕਰ ਸਕਦੀਆਂ, ਪਰ ਇਸ ਇੰਡਸਟਰੀ 'ਚ ਜੇ ਕੁੜੀਆਂ ਆਈਆਂ ਨੇ, ਹੈ ਨਾ, ਸੋ ਦੇ ਨੀਡ ਰਿਸਪੈਕਟ, right? They are deserving respect.
ਲਾਈਕ ਜਿੱਦਾਂ ਤੁਸੀਂ ਬੋਲ ਰਹੇ ਹੋ ਕਿ ਮੇਲ ਡੋਮੀਨੇਟਡ ਹੈ ਰਾਈਟ ਉਹ ਵੀ ਛੱਡੋ ਤੁਸੀਂ ਪਹਿਲਾਂ ਤਾਂ ਆਪਣਾ ਪਿਛੋਕੜ ਚੈੱਕ ਕਰੋ ਲਾਈਕ ਤੁਸੀਂ ਪੰਜਾਬ ਤੋਂ ਹਾਂਜੀ ਰਾਈਟ ਹਾਂਜੀ ਸਭ ਤੋਂ ਪਹਿਲੇ ਤੇ ਫੈਮਿਲੀ ਲਈ ਕੀ ਹੈ ਕਿ ਮਤਲਬ ਸਾਡੀ ਕੁੜੀ ਕਹਿ ਰਹੀ ਬਈ ਟਰੱਕਿੰਗ 'ਚ ਜਾਣਾ ਉਹ ਵੀ ਕੈਨੇਡਾ 'ਚ ਫੈਮਿਲੀ ਦਾ ਰਿਐਕਸ਼ਨ ਕੀ ਜੇ ਤੁਸੀਂ ਪਹਿਲੇ ਮਤਲਬ ਫੈਮਿਲੀ ਆਪਣੇ ਕਜ਼ਨਸ ਹੋ ਗਏ ਯਾਰ ਦੋਸਤ ਹੋ ਗਏ ਮਤਲਬ ਕਿੱਥੋਂ ਥਾਟ ਕਿੱਥੋਂ ਆ ਗਿਆ ਕਿ ਬਈ ਨਹੀਂ ਯਾਰ ਟਰੱਕਿੰਗ 'ਚ ਜਾਣਾ ਮੇਰੇ ਲਈ ਬੜਾ ਹਾਰਡ ਸੀਗਾ ਇਹ ਓਕੇ ਬਹੁਤ ਹਾਰਡ ਸਿਚੁਏਸ਼ਨ ਸੀਗਾ ਆਪਣੇ ਪੇਰੈਂਟਸ ਨੂੰ ਸਮਝਾਉਣਾ ਕਿਉਂਕਿ ਜੋ ਕਹਿੰਦੇ ਨਾ ਵੀ ਤੁਹਾਡੇ ਮਾਪਿਓ ਨਾਲ ਹੈ ਨਾ ਸਾਰੀ ਦੁਨੀਆ ਤੁਹਾਡੇ ਨਾਲ ਪੇਰੈਂਟਸ ਤੁਹਾਡੇ ਨਾਲ ਹੋਣੇ ਹਰ ਕੰਮ 'ਚ ਬਹੁਤ ਜ਼ਰੂਰੀ ਹੈ ਰਾਈਟ ਤੇ ਜਦੋਂ ਮੈਂ ਆਪਣੇ ਪੇਰੈਂਟਸ ਨੂੰ ਦੱਸਿਆ ਰਾਈਟ ਇਹ ਚੀਜ਼ ਦੇ ਵਰ ਹੇਅਰ ਇਨ ਕੈਨੇਡਾ ਸੀਗੇ ਉਹ ਮੇਰੀ ਗ੍ਰੈਜੂਏਸ਼ਨ 'ਤੇ ਆਏ ਸੀ ਅਤੇ ਪਾਪਾ ਨੂੰ ਕਿਹਾ ਮੈਂ ਕਿਹਾ ਪਾਪਾ ਵੀ ਮੈਂ ਟਰੱਕ ਦਾ ਲਾਇਸੈਂਸ ਲੈਣਾ ਠੀਕ ਹੈ ਅਤੇ ਮੈਨੂੰ ਕਹਿੰਦੇ ਕੀ ਕਹਿੰਦੇ ਮੈਨੂੰ ਇੱਦਾਂ ਦੁਬਾਰਾ ਪੁੱਛਿਆ ਨੇ ਕਹਿੰਦੇ ਕੀ ਮੈਂ ਕਿਹਾ ਪਾਪਾ ਵੀ ਮੈਂ ਟਰੱਕ ਦਾ ਲਾਇਸੈਂਸ ਲੈਣਾ ਕਹਿੰਦੇ ਕਿਉਂ ਮਾਈ ਡੈਡ ਯੂਜ਼ ਟੂ ਡਰਾਈਵ ਟਰੱਕ ਇਨ 1985 ਹੈ ਨਾ ਅਤੇ ਮੈਨੂੰ ਕਹਿੰਦੇ ਕਿਉਂ ਕਹਿੰਦੇ ਵੀ ਉਹ ਬੰਦਿਆਂ ਦਾ ਪ੍ਰੋਫੈਸ਼ਨ ਹੈ ਮੇਰੇ ਪਾਪਾ ਦਾ ਇਹ ਜਵਾਬ ਸੀਗਾ ਮੈਨੂੰ ਤੇ ਮਮ ਨੇ ਤਾਂ ਮੈਨੂੰ ਕੁਝ ਬੋਲਿਆ ਹੀ ਨਹੀਂ ਰਾਈਟ ਲਾਈਕ ਜਿੱਦਾਂ ਸਾਰੇ ਨਾਰਮਲ ਟਿਪੀਕਲ ਹਾਂਜੀ ਟਿਪੀਕਲ ਸੋਚ ਹੁੰਦੀ ਆਪਣੀ ਮੈਂ ਆਬਵੀਅਸਲੀ ਪੰਜਾਬ ਤੋਂ ਬਿਲੋਂਗ ਕਰਦੀ ਹਾਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਕੁੜੀਆਂ ਲਈ ਰਾਈਟ ਤੇ ਫਿਰ ਜਦੋਂ ਮੈਂ ਹੌਲੀ ਹੌਲੀ ਦੱਸਿਆ ਉਹਨਾਂ ਨੂੰ ਕਿ ਮੈਂ ਇਹ ਟਰੱਕਿੰਗ ਵਿੱਚ ਜਾਣਾ ਚਾਹੁੰਦੀ ਹਾਂ ਵੀ ਕਿਉਂ ਜਾਣਾ ਚਾਹੁੰਦੀ ਹਾਂ ਬਿਕੋਜ਼ ਮੈਨੂੰ ਲੱਗਦਾ ਸੀ ਕਿ ਮੈਂ ਕਰ ਸਕਦੀ ਹਾਂ ਬਿਕੋਜ਼ ਮੈਨੂੰ ਡਰਾਈਵਿੰਗ ਵਧੀਆ ਲੱਗਦੀ ਸੀ ਐਂਡ ਦ ਮੇਨ ਥਿੰਗ ਆਈ ਕੇਮ ਇਨ ਦਿਸ ਇੰਡਸਟਰੀ ਗੁੱਡ ਮਨੀ ਪਹਿਲਾਂ ਬੰਦਾ ਨਾ ਇਹ ਸੋਚ ਆਏਗਾ ਕਿ ਵੀ ਟਰੱਕਿੰਗ ਜਿਹੜੀ ਹੈਗੀ ਹੈ ਗੁੱਡ ਮਨੀ ਹੈ ਨਾ ਸੈਲਰੀ ਅੱਛੀ ਹੈ ਐਂਡ ਤੁਸੀਂ ਈਜ਼ੀਲੀ ਸੈਟਲ ਡਾਊਨ ਹੋ ਜਾਂਦੇ ਹੋ ਤਾਂ ਹੀ ਮੈਂ ਸਟੂਡੈਂਟ ਲਾਈਫ ਤੋਂ ਬਾਅਦ ਪਹਿਲਾਂ ਟਰੱਕਿੰਗ ਚੂਜ਼ ਕੀਤੀ ਰਾਈਟ ਕਿਸੇ ਨੇ ਸੁਜੈਸਟ ਕੀਤਾ ਜਾਂ ਆਪ ਹੀ ਲਾਈਕ ਕਿ ਤੁਹਾਡਾ ਆਪਣਾ ਡਿਸੀਜਨ ਸੀ ਜਾਂ ਕਿ ਲਾਈਕ ਡਿਡ ਯੂ ਨੋ ਸਮਵਨ ਕੋਈ ਹਾਂਜੀ ਮੈਂ ਤੁਹਾਨੂੰ ਦੱਸਦੀ ਹਾਂ ਆਈ ਯੂਜ਼ ਟੂ ਵਰਕ ਔਨ ਟਰੱਕ ਸਟਾਪ ਰਾਈਟ ਐਜ਼ ਜਦੋਂ ਮੈਂ ਸਟੂਡੈਂਟ ਲਾਈਫ 'ਚ ਸੀਗੀ ਮੈਂ ਐਜ਼ ਅ ਸ਼ੈਫ ਕੰਮ ਕਰਦੀ ਸੀਗੀ ਰੈਸਟੋਰੈਂਟ 'ਤੇ 10 ਏਕੜ ਤੇ ਹਾਂਜੀ ਠੀਕ ਹੈ ਅਤੇ ਉੱਥੇ ਸਾਰੇ ਟਰੱਕ ਡਰਾਈਵਰ ਆਉਂਦੇ ਸੀ ਵਾਈਟ ਕਮਿਊਨਿਟੀ ਬਹੁਤ ਆਉਂਦੀ ਸੀ ਆਪਣੇ ਇੰਡੀਅਨ ਘੱਟ ਸੀਗੇ ਪਰ ਮੈਨੂੰ ਵਧੀਆ ਲੱਗਦਾ ਸੀ ਰਾਈਟ ਆਈ ਲਾਈਕ ਟੂ ਇੰਟਰੈਕਟ ਵਿਦ ਦ ਪੀਪਲ ਰਾਈਟ ਠੀਕ ਹੈ ਅਤੇ ਮੈਨੂੰ ਵਧੀਆ ਲੱਗਦਾ ਹੁੰਦਾ ਸੀ ਕਿ ਮੈਂ ਉਹਨਾਂ ਬਾਰੇ ਜਾਣਾ ਜਦੋਂ ਆਪਾਂ ਗੱਲਬਾਤ ਕਰਦੇ ਸੀਗੇ ਉੱਥੇ ਮੈਨੂੰ ਉਹਨਾਂ ਬਾਰੇ ਪਤਾ ਚੱਲਦਾ ਸੀਗਾ ਅਤੇ ਉਹ ਦੱਸਦੇ ਹੁੰਦੇ ਸੀ ਵੀ ਇਹ ਲਾਈਫ ਹੈ ਇੱਦਾਂ ਮੈਂ ਉਸ ਚੀਜ਼ ਨੇ ਮੈਨੂੰ ਬੜਾ ਇੰਸਪਾਇਰ ਕੀਤਾ ਵੀ ਆਈ ਸ਼ੁੱਡ ਟਰਾਈ ਦੈਟ ਹੈ ਨਾ ਮੈਨੂੰ ਉਦੋਂ ਹੋਇਆ ਮੈਂ ਉਦੋਂ ਤੱਕ ਮੇਰਾ ਕੋਈ ਨਹੀਂ ਸੀਗਾ ਜਦੋਂ ਤੱਕ ਮੈਂ ਟਰੱਕਿੰਗ ਛੱਡੀ ਮਤਲਬ ਆਈ ਮੀਨ ਜਦੋਂ ਤੱਕ ਮੈਂ 10 ਏਕੜ ਛੱਡਿਆ ਨਾ ਕੋਈ ਮੇਰਾ ਟਰੱਕਿੰਗ ਦਾ ਮਨ ਹੈ ਨਹੀਂ ਸੀ ਪਰ ਜਦੋਂ ਮੈਂ ਬਰੈਂਪਟਨ ਆਈ ਅਤੇ ਮੈਂ ਊਬਰ ਕਰ ਲਈ ਜੁਆਇਨ ਊਬਰ ਫਿਰ ਮੈਨੂੰ ਡਰਾਈਵਿੰਗ ਵਧੀਆ ਲੱਗਣ ਲੱਗੀ ਹੌਲੀ ਹੌਲੀ ਦੈਨ ਹੌਲੀ ਹੌਲੀ ਮੈਨੂੰ ਸਾਡੇ ਫੈਮਿਲੀ ਫਰੈਂਡ ਇੱਕ ਦੋ ਹੈਗੇ ਆ ਮਤਲਬ ਪਾਪਾ ਦੇ ਨੋਨ ਵਿੱਚ ਅਤੇ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਵੀ ਤੁਸੀਂ ਟਰੱਕਿੰਗ 'ਚ ਟਰਾਈ ਕਰੋ ਜੋ ਕਿ ਮੈਨੂੰ ਬਹੁਤ ਵਧੀਆ ਲੱਗਿਆ ਰਾਈਟ ਸੋ ਨਾਓ ਆਮ ਹੇਅਰ ਤੇ ਉਸ ਟਾਈਮ ਜਦੋਂ ਤੁਸੀਂ ਕੀਤਾ ਵੀ ਲਾਈਕ ਕੀ ਪ੍ਰੋਸੀਜਰ ਸੀਗਾ ਹਾਂਜੀ ਮੈਂ 2019 ਦੇ ਵਿੱਚ ਲਿਆ ਸੀ ਲਾਇਸੈਂਸ ਹੈ ਨਾ ਅਤੇ ਤੁਸੀਂ ਪਹਿਲਾਂ ਤਾਂ ਰਿਟਨ ਟੈਸਟ ਦੇਣਾ ਹੁੰਦਾ ਦਾ ਨਾ ਰਿਟਨ ਟੈਸਟ ਜਿੱਦਾਂ ਆਪਾਂ G1 ਦਿੰਦੇ ਆ ਹਾਂਜੀ G1 ਦਿੰਦੇ ਆ ਉਹਦਾ ਰਿਟਨ ਟੈਸਟ ਹੁੰਦਾ ਟਰੱਕ ਦਾ ਸਭ ਤੋਂ ਪਹਿਲਾਂ ਨਹੀਂ ਲਾਈਕ ਇਨੀਸ਼ੀਅਲੀ ਸਭ ਤੋਂ ਪਹਿਲੇ ਤਾਂ ਤੁਹਾਡੇ ਕੋਲ G1 G2 G ਹੋਣਾ ਚਾਹੀਦਾ ਪਹਿਲਾਂ ਤੁਹਾਡੇ ਕੋਲ G ਹੋਣਾ ਚਾਹੀਦਾ ਡਰਾਈਵਿੰਗ ਲਾਇਸੈਂਸ make sure you listen to this part ਠੀਕ ਹੈ ਕਿ we gonna break down everything like the whole process ਕਿ ਮਤਲਬ ਕੀ ਕਿ ਜਿੰਨੇ ਵੀ ਕੁੜੀਆਂ ਜਾਂ ਮੁੰਡੇ ਨੇ ਜਿਹੜੇ ਟਰੱਕਿੰਗ 'ਚ ਜਾਣਾ ਚਾਹ ਰਹੇ ਨੇ ਸੋ ਦੈਟਸ ਵਾਈ ਲਾਈਕ ਅਸੀਂ ਪੂਰਾ ਪ੍ਰੋਸੈਸ ਦੱਸਾਂਗੇ ਕਿ ਕਿੱਦਾਂ ਤਨਵੀਰ ਵਿਲ ਐਕਸਪਲੇਨ ਐਵਰੀਥਿੰਗ ਓਕੇ ਸਟਾਰਟ G1 ਤੋਂ ਆਪਾਂ ਹਾਂਜੀ ਪਹਿਲਾਂ ਤਾਂ ਆਪਾਂ ਕਾਰ ਦਾ ਲਾਇਸੈਂਸ ਲੈਂਦੇ ਹਾਂ G1 G2 ਜਾਂ G ਤਾਂ ਤੁਹਾਡਾ ਇੱਥੇ ਕੰਪਲਸਰੀ ਹੈ ਬਿਫੋਰ ਐਵਰੀਥਿੰਗ ਟਰੱਕਿੰਗ ਦੀ ਤੁਸੀਂ ਸਟਾਰਟ ਕਰਨਾ ਉਸ ਤੋਂ ਬਾਅਦ ਫਿਰ A ਦਾ ਰਿਟਨ ਟੈਸਟ ਹੁੰਦਾ ਇਹਦੇ 'ਚ ਠੀਕ ਹੈ A ਦਾ ਰਿਟਨ ਟੈਸਟ ਹੋ ਕੇ 에ਅਰ ਬ੍ਰੇਕਸ ਹੁੰਦਾ ਉਹ ਵੀ ਤੁਹਾਡਾ 2 ਦਿਨ ਦਾ ਕੋਰਸ ਹੁੰਦਾ ਲਾਈਕ ਸੈਟਰਡੇ ਸੰਡੇ ਤੁਸੀਂ ਉਹ ਰਿਟਨ ਕਲੀਅਰ ਕਰਨਾ ਉਹ ਕਿੱਥੋਂ ਕਰਾ ਸਕਦੇ ਨੇ ਉਹ ਜਿਹੜੀਆਂ 에ਅਰ ਬ੍ਰੇਕਸ ਦਾ ਹੁੰਦਾ ਅੱਜ ਕੱਲ੍ਹ ਤਾਂ ਪ੍ਰਾਈਵੇਟ ਬਹੁਤ ਇੰਸਟੀਟਿਊਟ ਖੁੱਲ੍ਹ ਗਏ ਜਿਹੜੇ ਟਰੱਕਿੰਗ ਵਾਲੇ ਵੀ ਹੈਗੇ ਇੰਸਟੀਟਿਊਟ ਉਹ ਵੀ ਕਰਾਉਣ ਲੱਗੇ ਹੁਣ ਅੱਛਾ ਹਾਂਜੀ ਜਿੱਦਾਂ ਮਤਲਬ ਆਪਣਾ ਟਰੱਕ ਟੈਸਟ ਉਹ ਲੈਂਦੇ ਨਾ ਆਪਾਂ ਕੋਚਿੰਗ ਲੈਂਦੇ ਉਹ ਵੀ ਕਰਾਉਣ ਲੱਗ ਗਏ ਹੁਣ ਅੱਜ ਕੱਲ੍ਹ ਠੀਕ ਹੈ ਪਰ ਜਿਹੜਾ A ਦਾ ਤੁਸੀਂ ਉਹ ਮਿਨਿਸਟਰੀ ਜਾ ਕੇ ਕਰਵਾਉਣਾ ਫਿਰ ਤੁਸੀਂ ਮੈਡੀਕਲ ਕਰਵਾਉਣਾ ਆਪਣਾ ਸਬਮਿਟ ਕਰਵਾਉਣਾ ਮੈਡੀਕਲ ਅਪਡੇਟ ਕਰਵਾਉਣਾ ਸਾਰਾ ਕੁਝ ਸਹੀ ਹੈ ਦੈਨ ਫਿਰ ਤੁਸੀਂ ਉਸ ਤੋਂ ਬਾਅਦ ਮੈਲਟ ਪ੍ਰੋਗਰਾਮ ਕਰਨਾ ਉਹ ਵੀ ਕਲਾਸਿਸ ਲੱਗਦੀਆਂ ਇਨ ਕਲਾਸ ਕਿਸ ਚੀਜ਼ ਦਾ ਪ੍ਰੋਗਰਾਮ ਮੈਲਟ MELT ਹਾਂਜੀ ਉਹ ਹੁੰਦਾ ਕੰਪਲਸਰੀ ਹੁੰਦਾ ਉਹ ਵੀ ਇਹਦੇ ਵਿੱਚ ਉਹਦੇ 'ਚ ਕੀ ਹੈ ਉਹਦੇ 'ਚ ਕੁਛ ਨਹੀਂ ਇਨ ਕਲਾਸ ਤੁਹਾਨੂੰ ਦੱਸਦੇ ਆ ਥਿਊਰੀ ਹੁੰਦੀ ਹੈ ਮੇਨਲੀ ਜਿੱਦਾਂ ਵੀ ਟਰੱਕਿੰਗ ਬਾਰੇ ਵਾਈਡ ਟਰਨਸ ਕਿੱਦਾਂ ਲੈਣੀ ਹੈ ਸਾਰਾ ਕੁਛ ਹੈ ਨਾ ਸਾਰਾ ਕੁਛ ਲਾਈਕ ਟਰੱਕ ਨੂੰ ਇੱਕ ਕਹਿ ਲਓ ਵੀ ਰੋਡ ਤੇ ਚਲਾਉਣਾ ਤੇ ਇੱਕ ਪੜਾਉਣਾ ਉਹ ਇੱਕ ਥਿਊਰੀ ਹੋ ਗਈ ਠੀਕ ਹੈ ਪ੍ਰੈਕਟੀਕਲ ਆਪਾਂ ਰੋਡ ਤੇ ਚਲਾਉਂਦੇ ਹਾਂ ਰਾਈਟ ਤੇ ਫਿਰ ਉਸ ਤੋਂ ਬਾਅਦ ਤੁਸੀਂ ਰੋਡ ਟੈਸਟ ਦੀ ਪ੍ਰੈਪਰੇਸ਼ਨ ਕਰਦੇ ਹੋ ਫਿਰ ਦੈਨ ਰੋਡ ਟੈਸਟ ਹੁੰਦਾ ਓਕੇ ਤੇ ਜਦੋਂ ਤੁਸੀਂ ਉਦੋਂ ਕੀਤਾ ਹਨਾ 2019 ਚ ਹਨਾ ਤੇ ਉਦੋਂ ਕਿੰਨਾ ਲਾਈਕ ਇਹਦਾ ਆਇਆ ਸੀਗਾ ਕਿੰਨੀ ਫੀਸ ਸੀਗੀ ਉਦੋਂ ਜਿਹੜੀ ਫੀਸ ਸੀਗੀ ਦੇਖੋ ਮੇਰਾ ਟੋਟਲੀ ਆ ਗਿਆ ਸੀਗਾ ਅਰਾਊਂਡ
5500 to 6000 ਦਾ ਖਰਚਾ ਆ ਗਿਆ ਸੀ ਆਲ ਇਨਕਲੂਸਿਵ ਲਾਈਕ ਏ ਦਾ ਆਇਆ ਸੀ ਵਿੱਚ ਹੀ ਸਾਰਾ ਕੁਝ ਕਹਿ ਲਓ 에ਅਰ ਬ੍ਰੇਕਸ ਮੈਡੀਕਲ ਐਵਰੀਥਿੰਗ ਕਹਿ ਰਹੀ ਹਾਂ ਮੈਂ ਠੀਕ ਹੈ 5500 to 6000 ਦੇ ਵਿੱਚ 6000 ਹਾਂਜੀ ਬਾਕੀ ਵੇਰੀ ਕਰਦਾ ਤੁਸੀਂ ਟੈਸਟ ਕਿੰਨੀ ਵਾਰ ਦੇ ਰਹੇ ਹੋ ਇੱਕ ਵਾਰ ਦੇ ਰਹੇ ਹੋ ਇੱਕ ਵਾਰ 'ਚ ਕਲੀਅਰ ਹੋ ਰਹੇ ਹੋ ਦੂਜੀ ਵਾਰ 'ਚ ਹੋ ਰਹੇ ਹੋ ਨਾ ਫਿਰ ਉਹ ਵੱਧ ਹੀ ਰਹਿੰਦੀ ਤੇ ਕਈ ਇਦਾਂ ਦਾ ਵੀ ਹੁੰਦਾ ਹੈ ਨਾ ਵੀ ਜਿੰਨੀ ਵਾਰੀ ਮਰਜ਼ੀ ਫੇਲ ਹੋ ਜਾਓ ਤੇ ਹਾਂਜੀ ਇਹ ਵੀ ਹੈਗਾ ਅੱਜ ਕੱਲ੍ਹ ਜਿੱਦਾਂ ਆਪਣੇ ਕੋਲ ਕਈ ਸਕੂਲ ਹੈਗੇ ਹੈ ਨਾ ਇੱਥੇ ਵੀ ਬਰੈਂਪਟਨ 'ਚ ਹੈਗੇ ਉਹ ਕਹਿੰਦੇ ਨੇ ਵੀ ਤੁਸੀਂ ਕਹਿ ਲਓ ਵੀ ਇੱਕ ਠੇਕਾ ਕਰ ਲਿਆ ਹੈ ਨਾ ਵੀ ਠੇਕਾ ਕਰ ਲਿਆ ਵੀ ਅਸੀਂ ਜਿੰਨੀ ਵਾਰ ਮਰਜ਼ੀ ਤੁਸੀਂ ਪਾਸ ਕਰੋ ਤੇ ਅਸੀਂ ਤੁਹਾਨੂੰ ਦੱਸਾਂਗੇ ਉਨੀ ਫੀਸ ਦੇ ਵਿੱਚ ਕਰਾਵਾਂਗੇ ਠੀਕ ਹੈ ਇੱਦਾਂ ਹੁੰਦਾ ਹਾਂਜੀ ਤੇ ਕੋਈ ਮਤਲਬ ਰეკਮੈਂਡ ਕਰਨਾ ਚਾਹੋਗੇ ਕਿ ਮਤਲਬ ਜਿਨ੍ਹਾਂ ਨੂੰ ਨਹੀਂ ਪਤਾ ਹੈ ਕਿ ਕਿੱਥੇ ਜਾਣਾ ਹੈ ਜਾਂ ਕਿਹੜੇ ਵਧੀਆ ਦੇਖੋ ਮੈਂ ਜਿੱਥੋਂ ਲਿਆ ਸੀ ਮੈਂ ਉਹਨਾਂ ਨੂੰ ਰეკਮੈਂਡ ਕਰ ਸਕਦੀ ਹਾਂ ਨਾ ਬਿਕਾਜ਼ ਉੱਥੇ ਮੈਨੂੰ ਵਧੀਆ ਲੱਗੇ ਇੰਸਟਰਕਟਰ ਜਿਹੜੇ ਸੀਗੇ ਕਿਉਂਕਿ ਇੱਕ ਕੁੜੀ ਲਈ ਟਰੱਕ ਸਿੱਖਣਾ ਵੀ ਬੜੀ ਵੱਡੀ ਗੱਲ ਹੁੰਦੀ ਹੈ ਮੈਂ ਆਈ ਵਾਸ ਓਨਲੀ ਗਰਲ ਸ਼ੌਕਡ ਲਾਈਕ ਵੀ ਕੁੜੀ ਦੇ ਵਰ ਸ਼ੌਕਡ ਦੈਟ ਟਾਈਮ ਬਿਕਾਜ਼ ਜਦੋਂ ਇੱਕ ਦੋ ਇਨਸੀਡੈਂਟ ਹੋਏ ਸੀ ਤੇ ਉਹ ਕਹਿੰਦੇ ਸੀ ਵੀ ਕੁੜੀ ਤੁਹਾਡੇ ਨਾਲੋਂ ਵੱਧ ਵਧੀਆ ਟਰੱਕ ਵਧੀਆ ਚਲਾਉਂਦੀ ਹੈ ਅੱਛਾ ਉਹਨਾਂ ਮੁੰਡਿਆਂ ਨੂੰ ਦੱਸਿਆ ਗਿਆ ਉੱਥੇ ਹੈ ਨਾ ਉਹ ਮੈਨੂੰ ਭਾਜੀ ਕਹਿੰਦੇ ਸੀਗੇ ਵੀ ਤੇਰੀ ਹੈਂਡਲਿੰਗ ਬਹੁਤ ਵਧੀਆ ਵੀ ਤੂੰ ਪਹਿਲਾਂ ਚਲਾਇਆ ਟਰੱਕ ਉਹ ਮੈਨੂੰ ਇੱਦਾਂ ਮਤਲਬ ਪੁੱਛ ਰਹੇ ਸੀ ਮੈਂ ਕਿਹਾ ਨਹੀਂ ਭਾਜੀ ਮੈਂ ਨਹੀਂ ਚਲਾਇਆ ਵੀ ਮੈਂ ਉਬਰ ਡਰਾਈਵ ਕੀਤੀ ਹੈ ਨਾ ਇੱਦਾਂ ਮੈਂ ਕਹਾਂ ਕਹਿੰਦੇ ਬਟ ਨਹੀਂ ਯੂ ਆਰ ਗੁੱਡ ਡਰਾਈਵਰ ਮੈਨੂੰ ਉਹਨਾਂ ਨੇ ਕੰਪਲੀਮੈਂਟ ਦਿੱਤਾ ਇੱਕ ਤਰੀਕੇ ਨਾਲ ਤੇ ਪਰ ਮੈਂ ਇਕੱਲੀ ਕੁੜੀ ਹੁੰਦੀ ਸੀ ਪਰ ਮੈਂ ਉਸ ਸ਼ਰਮ ਨੂੰ ਕੱਢ ਕੇ ਸਾਈਡ ਤੇ ਰੱਖ ਕੇ ਤੇ ਮੈਨੂੰ ਕਰਨਾ ਪੈਣਾ ਸੀ ਅਦਰਵਾਈਜ਼ ਮੈਂ ਟਰੱਕ ਨਹੀਂ ਸਿੱਖ ਸਕਦੀ ਠੀਕ ਹੈ ਤੇ ਜੇ 20 ਮੁੰਡੇ ਹੁੰਦੇ ਸੀ ਮੈਂ ਇਕੱਲੀ ਕੁੜੀ ਹੁੰਦੀ ਸੀ ਉੱਥੇ ਏਦਾਂ ਹੁੰਦਾ ਉਦੋਂ ਵੀ ਕੋਰਸ 'ਚ ਇਕੱਲੇ ਸੀਗੇ ਇਕੱਲੀ ਸੀਗੀ ਹਾਂਜੀ ਮੈਂ ਅੱਛਾ ਮੈਨੂੰ ਮੁੰਡਿਆਂ ਵੱਲੋਂ ਹੀ ਮੈਂ ਸਿੱਖਿਆ ਹੈ ਨਾ ਜੇ ਕਈ ਕੁੜੀਆਂ ਨੂੰ ਏਦਾਂ ਹੁੰਦਾ ਵੀ ਅਸੀਂ ਫੀਮੇਲ ਇੰਸਟਰਕਟਰ ਲੈਣੀ ਏਦਾਂ ਨਹੀਂ ਹੁੰਦਾ ਉਹ ਸ਼ਰਮ ਆਪਣੀ ਥੋੜ੍ਹੀ ਜਿਹੀ ਆਪਾਂ ਨੂੰ ਸਾਈਡ ਤੇ ਰੱਖਣੀ ਪੈਂਦੀ ਹੈ ਨਾ ਜ਼ਰੂਰੀ ਹੈ ਬਿਕਾਜ਼ ਦੇਖੋ ਕਿਉਂਕਿ ਇਹ ਕੰਮ ਜਿਹੜਾ ਇਹ ਹੈ ਹੀ ਬੰਦਿਆਂ ਦਾ ਸਾਨੂੰ ਉਹ ਚੀਜ਼ ਸਾਈਡ ਤੇ ਰੱਖ ਕੇ ਨਾ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਵੀ ਅਸੀਂ ਤੁਹਾਡੇ ਵਾਂਗੂ ਹੀ ਹਾਂ ਜੇ ਆਪਾਂ ਨਹੀਂ ਕਰਾਂਗੇ ਫਿਰ ਅਸੀਂ ਟਰੱਕਿੰਗ ਕਦੀ ਵੀ ਨਹੀਂ ਕਰ ਸਕਦੇ ਤੇ ਕੋਈ ਸਕੂਲ ਜਾਂ ਕੋਈ ਰეკਮੈਂਡ ਕਰੋਗੇ ਆਡੀਅנס ਨੂੰ ਵੀ ਜਿਹੜੇ ਜੈਨੂਇਨ ਨੇ ਹਨਾ ਕਈ ਹੁਣ ਮੈਂ ਇਦਾਂ ਦੇ ਵੀ ਆਪਾਂ ਦੇਖੀਦੇ ਆ ਵੀ ਲਾਈਕ ਟੈਸਟ ਟੁਸਟ 'ਚ ਵੀ ਕਿੰਨੇ ਘਪਲੇ ਹੁੰਦੇ ਆ ਹਨਾ ਵੀ ਮੈਨੂੰ ਐਸ ਸੱਚ ਕੋਈ ਨਾਮ ਨਹੀਂ ਹੈਗਾ ਵੈਸੇ ਮੈਂ ਐਵੇਂ ਕਹਾਂ ਪਰ ਜਿੱਥੋਂ ਮੈਂ ਸਿੱਖਿਆ ਹੈ ਨਾ ਮੈਂ ਉਹਨਾਂ ਨੂੰ ਦੱਸ ਸਕਦੀ ਹਾਂ ਟੌਪ ਟਰੱਕ ਡਰਾਈਵਿੰਗ ਸਕੂਲ ਮੈਂ ਉੱਥੋਂ ਸਿੱਖਿਆ ਸੀਗਾ ਤੇ ਉੱਥੇ ਹਰਦੇਵ ਭਾਜੀ ਬਹੁਤ ਵਧੀਆ ਸਿਖਾਉਂਦੇ ਆ ਗੁਰਸੇਵਕ ਭਾਜੀ ਨੇ ਬਹੁਤ ਵਧੀਆ ਹਾਂਜੀ ਬਰੈਂਪਟਨ 'ਚ ਵੈਸਟ ਡਰਾਈਵ ਐਂਡ ਡੈਰੀ ਤੇ ਆਈ ਥਿੰਕ ਗਾਇਜ਼ ਇਫ ਯੂ ਵਾਂਟ ਤੁਸੀਂ ਉੱਥੇ ਟੌਪ ਟਰੱਕ ਡਰਾਈਵਿੰਗ ਸਕੂਲ ਸੀਗਾ ਤੇ ਗੁਰਸੇਵਕ ਭਾਜੀ ਨੇ ਮੈਨੂੰ ਬਹੁਤ ਸਿਖਾਇਆ ਵਧੀਆ ਇਨਸਪੈਕਸ਼ਨਸ ਵਿੱਚ ਗੁੱਡ ਤੁਸੀਂ ਕਿੰਨੇ ਟਾਈਮ 'ਚ ਸਿੱਖ ਲਿਆ ਸੀ ਹਾਂਜੀ ਮੈਨੂੰ ਪੂਰੇ 3 ਮਹੀਨੇ ਲੱਗੇ ਸੀ ਮੇਰਾ ਪਹਿਲਾ ਟੈਸਟ ਕਲੀਅਰ ਨਹੀਂ ਸੀ ਹੋਇਆ ਅੱਛਾ ਤੇ ਇਹ 'ਚ ਮੈਨੂੰ ਕੋਈ ਸ਼ਰਮ ਵੀ ਨਹੀਂ ਦੱਸਣ 'ਚ ਬਿਕਾਜ਼ ਮੈਨੂੰ 3-4 ਮੁੰਡੇ ਪਤਾ ਜਿਹਨਾਂ 3-4 ਟੈਸਟ ਦਿੱਤੇ ਇਹ 'ਚ ਦੇਖੋ ਕੋਈ ਸ਼ਰਮ ਨਹੀਂ ਹੈ ਦੇਖੋ ਜੇ ਆਪਾਂ ਫੇਲ ਹੁੰਦੇ ਨਾ ਸਾਨੂੰ ਬਹੁਤ ਹਰਟ ਹੁੰਦਾ ਵੀ ਅਸੀਂ ਫੇਲ ਹੋਇਆ ਮੈਨੂੰ ਵੀ ਹੋਇਆ ਸੀ ਮੈਂ ਰੋਣ ਲੱਗ ਗਈ ਸੀ ਕਿ ਮੈਂ ਸਹੀ ਡਿਸੀਜ਼ਨ ਲਿਆ ਹੈ ਨਾ ਟਰੱਕਿੰਗ ਵਿੱਚ ਆ ਕੇ ਕਿਉਂਕਿ ਤੁਹਾਨੂੰ ਜੱਜ ਕੀਤਾ ਜਾਂਦਾ ਕੁੜੀਆਂ ਨੂੰ ਉੱਥੇ ਵੀ ਮੈਨੂੰ ਕਿਤੇ ਨਾ ਕਿਤੇ ਮੈਨੂੰ ਲੱਗਿਆ ਵੀ ਜੱਜ ਕੀਤਾ ਗਿਆ ਹੈ ਨਾ ਡੀਮੋਟੀਵੇਟ ਵੀ ਹੋਇਆ ਪਰ ਮੈਂ ਗਲਤ ਵੀ ਸੀਗੀ ਜਦੋਂ ਮੈਂ ਫੇਲ ਹੋਈ ਮੇਰੇ ਤੋਂ ਬੈਕ ਨਹੀਂ ਸੀ ਲੱਗੀ ਐਲ ਬੈਕ ਨਹੀਂ ਲੱਗੀ ਸੀ ਮੇਰੇ ਤੋਂ ਫਿਰ ਜਦੋਂ ਮੈਂ ਦੁਬਾਰਾ ਸਿੱਖਿਆ ਮੈਂ ਬੈਕ ਦੀ ਪ੍ਰੈਕਟਿਸ ਕੀਤੀ then I nailed it in one try that's it like I don't know if you think ਕਿ ਜਾਂ ਤੁਸੀਂ observe ਕੀਤਾ ਕਿ ਬਹੁਤ ਸਾਰੀ ਫੀਮੇਲਸ ਹੋਣਗੀਆਂ ਜਿਹੜੀ ਇੰਸਪਾਇਰ ਹੋਣਗੀਆਂ ਰਾਈਟ ਕਿ ਈਵਨ ਕਿ ਜੋ ਗਲਾਸੀ ਟਾਈਮ ਵੀ ਦੇਖਣਗੀਆਂ ਜਾਂ ਉੱਦਾਂ ਲਾਈਫ 'ਚ ਲਾਈਕ ਯੋਰ ਟਿਕਟੋਕ ਅਕਾਊਂਟ ਔਰ ਲਾਈਕ ਐਨੀਥਿੰਗ ਲਾਈਕ ਸੋਸ਼ਲ ਮੀਡੀਆ 'ਤੇ ਈਵਨ ਕਿ ਮੈਂ ਵੀ ਜਦੋਂ ਪਹਿਲੀ ਵਾਰੀ ਦੇਖਿਆ ਆਮ ਲਾਈਕ ਟਰੱਕਿੰਗ ਕਰ ਰਹੀ ਹੈ ਲਾਈਕ ਦੈਟਸ ਵੀਅਰਡ ਮੈਂ ਫੈਲਿਕਸ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਆਪਾਂ ਨਾ ਮੈਂ ਇੱਦਾਂ ਹੈ ਨਾ ਦੇਖਿਆ ਵੀ ਤੈਨੂੰ ਹੈ ਨਾ ਇੰਨਾ ਵਧੀਆ ਸਾਰਾ ਟਰੱਕਿੰਗ ਬਾਰੇ ਨਾਲ ਐਡਵਾਈਸ ਵੀ ਦਿੰਦੀ ਮੈਂ ਕਦੇ ਮੈਂ ਲਾਈਵ ਵੀ ਦੇਖਿਆ ਨਾ ਤੇ ਮੈਂ ਕਿਹਾ ਨਹੀਂ ਯਾਰ ਆਪਾਂ ਤੈਨੂੰ ਨਾ ਐਪੀਸੋਡ ਕਰਨਾ ਬਿਲਕੁਲ ਤੇ ਇਹ ਕਹਿੰਦਾ ਟਰੱਕ ਚਲਾਉਂਦੀ ਮੈਂ ਕਿਹਾ ਹਾਂ ਮੈਂ ਕਰਨਾ ਆਪਾਂ ਦੇਖੇ ਨਹੀਂ ਯਾਰ ਹੁੰਦਾ ਹੈ ਨਾ ਕਿ ਹਾਂ ਵੀ ਅਸੀਂ ਯੂਜ਼ ਟੂ ਹੋਈ ਉਹ ਚੀਜ਼ ਨੂੰ ਜਾਂ ਇੰਡੀਆ ਬਹੁਤ ਕਾਮਨ ਹੈ ਜਾਂ ਇੱਥੇ ਬਹੁਤ ਕਾਮਨ ਹੈ ਤੇ ਬਟ ਉਹ ਚੀਜ਼ ਹੀ ਨਹੀਂ ਹੈ ਦੈਟਸ ਵਾਈ ਲਾਈਕ ਕਿਉਂਕਿ ਜਦੋਂ ਆਪਾਂ ਗਲਾਸੀ ਟਾਈਮ ਬਣਾਇਆ ਤੇ ਅਸੀਂ ਇਹ ਸੋਚਿਆ ਸੀ ਕਿ ਆਪਾਂ ਇਹੋ ਜਿਹੇ ਇਸ਼ੂਜ਼ ਲੈਣਗੇ ਵੀ ਯੂਨੀਕ ਟੌਪਿਕਸ ਰਾਈਟ ਵੀ ਕੋਈ ਹੋਰ ਨਹੀਂ ਜਿਹੜਾ ਕਰ ਰਿਹਾ ਜਿਹੜਾ ਮਤਲਬ ਕੋਈ ਰਿਪਰੈਜ਼ੈਂਟ ਹੀ ਨਹੀਂ ਕਰ ਰਿਹਾ ਹੁਣ ਤੁਸੀਂ ਜਿੰਨੇ ਵੀ ਚੈਨਲਸ ਦੇਖ ਲਓ ਜਾਂ ਕੁਛ ਵੀ ਦੇਖ ਲਓ ਯੂ ਡੋਂਟ ਸੀ ਐਨੀ ਫੀਮੇਲ ਰਿਪਰੈਜ਼ੈਂਟੇਸ਼ਨ ਆਫ ਦੈਟ ਇੰਡਸਟਰੀ ਤੁਸੀਂ ਲਾਈਕ ਵੱਡੇ ਇੰਡਸਟਰੀਅਲਿਸਟ ਬੁਲਾ ਲੋਗੇ ਲਾਈਕ ਓਨਰਸ ਬੌਸਸ ਐਵਰੀਥਿੰਗ ਯੂ ਵਾਂਟ ਟੂ ਗੋ ਵਿਦ ਦੈਟ ਬਟ ਇੱਕ ਫੀਮੇਲ ਨੂੰ ਬਿਠਾਉਣਾ ਲਾਈਕ ਆਮ ਗਲੈਡ ਕਿ ਤੁਸੀਂ ਮੈਨੂੰ ਬੁਲਾਇਆ ਹੈ ਨਾ ਬਿਕੋਜ਼ ਇਹ ਟੌਪਿਕ ਚਾਹੀਦਾ ਸੀਗਾ ਆਉਣਾ ਰਾਈਟ ਇਹ ਪਤਾ ਹੋਣਾ ਚਾਹੀਦਾ ਆਪਣੇ ਸਪੈਸ਼ਲੀ ਫੀਮੇਲਸ ਨੂੰ ਹੈ ਨਾ ਕਿਉਂਕਿ ਜੇ ਉਹ ਇਸ ਇੰਡਸਟਰੀ 'ਚ ਆ ਰਹੀ ਹੈ ਤਾਂ ਉਹਨਾਂ ਨੂੰ ਇਹਨਾਂ ਦੇ ਸਾਰੀ ਚੀਜ਼ਾਂ ਪਤਾ ਹੋਵੇ ਨਹੀਂ ਪਹਿਲੇ ਟਰੱਕ ਦੇਖ ਕੇ ਲੱਗਿਆ ਨਹੀਂ ਕਿ ਯਾਰ ਇਹ ਚਲਾਉਣਾ ਵਾ ਨਹੀਂ ਮੈਨੂੰ ਲੱਗਿਆ ਨਹੀਂ ਐਕਚੁਅਲੀ ਸੀਰੀਅਸਲੀ ਮੈਨੂੰ ਬਿਲਕੁਲ ਨਹੀਂ ਲੱਗਿਆ ਪਤਾ ਨਹੀਂ ਕਿਉਂ ਯੂ ਨੋ ਮੈਂ ਆਪਣੇ ਡੈਡ ਨੂੰ ਕਹਿੰਦੀ ਹੁੰਦੀ ਮੈਂ ਕਿਹਾ ਮੈਨੂੰ ਲੱਗਦਾ ਮੈਨੂੰ ਡਰਾਈਵਰੀ ਬਲੱਡ 'ਚ ਮਿਲੀ ਹੈ ਮੈਂ ਆਪਣੇ ਡੈਡ ਨੂੰ ਸੀਰੀਅਸਲੀ ਤੇ ਘਰ ਦੀ ਵੱਡੀ ਹੋਣ ਕੁੜੀ ਹੋਣ ਕਰਕੇ ਇਕੱਲੀ ਹੋਣ ਕਰਕੇ ਮੇਰੇ ਤੇ ਰਿਸਪੌਂਸਿਬਿਲਿਟੀਜ਼ ਵੀ ਬਹੁਤ ਸੀ
ਇੱਕ ਮੁੰਡਿਆਂ ਵਾਲਾ ਕੰਮ ਵੀ ਮੈਂ ਕੀਤਾ ਪਹਿਲਾਂ ਹਨਾ ਬੀਇੰਗ ਅ ਗਰਲ ਮੈਨੂੰ ਫਿਰ ਵੀ ਇੱਕ ਐਜ਼ ਅ ਮੁੰਡਾ ਵੀ ਮੈਨੂੰ ਘਰਦਿਆਂ ਨੇ ਟਰੀਟ ਕੀਤਾ ਤੇ ਮੈਂ ਵੀ ਉਹਨਾਂ ਨੂੰ ਸ਼ੋਅ ਕੀਤਾ ਕਿ ਮੈਂ ਮੁੰਡਾ ਹੀ ਹਾਂ ਤੁਹਾਡਾ ਲਾਈਕ ਜਿਹੜੇ ਫਰਸਟ ਬੌਰਨਸ ਹੁੰਦੇ ਨੇ ਉਹਨਾਂ ਦੇ ਤਾਂ ਰਿਸਪੌਂਸਿਬਿਲਿਟੀ ਹੁੰਦੀ ਪੂਰੀ ਫੈਮਿਲੀ ਇਟਸ ਲਾਈਕ ਕਿ ਤੁਹਾਡੇ ਡੈਡ ਤੋਂ ਬਾਅਦ ਤੁਸੀਂ ਹੋ ਜਿਹਨੇ ਪੂਰੀ ਫੈਮਿਲੀ ਦੇਖਣੀ ਚਾਹੇ ਉਹਦੇ ਚ ਕੋਈ ਡਿਫਰੈਂਸ਼ੀਏਟ ਨਹੀਂ ਹੈ ਕਿ ਕੁੜੀ ਹੋਏ ਜਾਂ ਮੁੰਡਾ ਹੋਏ ਕੰਮ ਉਹਨਾਂ ਨੂੰ ਸੇਮ ਕਰਨੇ ਪੈਂਦੇ ਨੇ ਨੈਚੁਰਲੀ ਹੋ ਜਾਂਦੀ ਠੀਕ ਹੈ ਨਾ ਉਹਦਾ ਰਿਸਪੌਂਸਿਬਿਲਿਟੀ ਸੈਂਸਿਸ 'ਚ ਹੀ ਆ ਜਾਂਦੀ ਕਿ ਲਾਈਕ ਨਹੀਂ ਯਾਰ ਮੈਨੂੰ ਦੇਖਣਾ ਆਪਣੇ ਛੋਟਿਆਂ ਦਾ ਆਪਣੇ ਵੱਡਿਆਂ ਦਾ ਜਾਂ ਸਾਰਿਆਂ ਦਾ ਲਾਈਕ ਪਹਿਲਾ ਡੇ ਠੀਕ ਹੈ ਯੂ ਆਰ ਗੋਇੰਗ ਯੂ ਆਰ ਡਰਾਈਵਿੰਗ ਟੂ ਯੂਰ ਟਰੱਕ ਸਕੂਲ ਰਾਈਟ ਉੱਥੇ ਜਾ ਰਹੇ ਹੋ ਯੂ ਸਿਟ ਔਨ ਦ ਸਟੀਅਰਿੰਗ ਵੀਲ ਵਾਟ ਵਾਸ ਦੈਟ ਫੀਲਿੰਗ ਮੈਨੂੰ ਤੁਹਾਨੂੰ ਏਦਾਂ ਲੱਗਿਆ ਵੀ ਯਾਰ ਨਹੀਂ ਆ ਪੰਗਾ ਤਾਂ ਨਹੀਂ ਲੈ ਲਿਆ ਮੈਂ ਕੀ ਹੈ ਨਾ ਜਦੋਂ ਵੀ ਨਹੀਂ ਮੈਨੂੰ ਏਦਾਂ ਨਹੀਂ ਸੀ ਲੱਗਿਆ ਬਿਲਕੁਲ ਵੀ ਮੈਂ ਟੂ ਬੀ ਆਨੈਸਟ ਮੈਨੂੰ ਬਿਲਕੁਲ ਨਹੀਂ ਲੱਗਿਆ ਕਿ ਮੈਂ ਪੰਗਾ ਲੈ ਲਿਆ ਰਾਈਟ ਤੇ ਪਰ ਜਦੋਂ ਮੈਂ ਬੈਠੀ ਸੀਟ ਤੇ ਭਾਜੀ ਕਹਿੰਦੇ ਵੀ ਸਟੀਅਰਿੰਗ ਚੰਗੀ ਤਰ੍ਹਾਂ ਦੇਖ ਲਾ ਪਿੱਛੇ ਤੂੰ ਸੀਟ ਆਪਣੀ ਸੈੱਟ ਕਰ ਲਾ ਬੈਲਟ ਲਗਾ ਲਾ ਹੈ ਨਾ ਲਾਈਕ he was kind of unsecured ਕਿ ਮੈਂ ਸਹੀ ਚਲਾ ਲੂੰਗੀ ਹੈ ਨਾ ਯੂ ਨੋ ਆਬਵੀਅਸਲੀ ਡਰਾਈਵ ਯੂਜ਼ਡ ਟੂ ਮੁੰਡਿਆਂ ਨੂੰ ਆ ਨਾ ਸਾਰੇ ਕਲਾਸਿਸ ਦੇਣ ਨੂੰ ਤੇ ਮੈਨੂੰ ਉਹਨਾਂ ਨੇ ਕਿਹਾ ਭਾਜੀ ਕਹਿੰਦੇ ਵੀ ਤੂੰ ਦੇਖ ਲੈ ਤਨਵੀਰ ਵੀ ਚੰਗੀ ਤਰ੍ਹਾਂ ਸੈੱਟ ਕਰ ਲੈ ਆਪਣੀ ਸੀਟ ਸੂਟ ਵੀ ਤੇਰੇ ਪੈਰ ਪਰ ਪਹੁੰਚਦੇ ਮੈਂ ਕਿਹਾ ਹਾਂਜੀ ਭਾਜੀ ਮੈਂ ਕਰ ਲੈਣੀ ਸੈੱਟ ਤੁਸੀਂ ਟੈਨਸ਼ਨ ਨਾ ਲਓ ਤੇ ਬਸ ਫਿਰ ਜਦੋਂ ਮੈਂ ਚਲਾਉਣ ਲੱਗੀ ਹੌਲੀ ਹੌਲੀ ਭਾਜੀ ਪਹਿਲਾਂ ਡਰੇ ਹੋਏ ਸੀ ਮੈਂ ਨਹੀਂ ਸੀ ਇੰਨਾ ਡਰੀ ਹੋਈ ਜਿਹੜੇ ਮੈਨੂੰ ਸਿਖਾ ਰਹੇ ਸੀ ਉਹ ਡਰੇ ਹੋਏ ਸੀ ਓਬਵੀਅਸਲੀ ਹੈ ਨਾ ਉਹਨਾਂ ਨੂੰ ਡਰ ਹੁੰਦਾ ਵੀ ਕੁੜੀ ਹੈ ਵੀ ਫੀਮੇਲ ਡਰਾਈਵਰ ਹੈ ਵੀ ਕੁਝ ਕਿਤੇ ਮਾਰਨ ਐਂਡ ਬ੍ਰੈਂਪਟਨ ਇਜ਼ ਵੈਰੀ ਬਿਜ਼ੀ ਤੁਹਾਨੂੰ ਪਤਾ ਆਲ ਦਾ ਟਾਈਮ ਬਿਜ਼ੀ ਹੁੰਦਾ ਤੇ ਕੋਈ ਵੀ ਕਿਤੋਂ ਵੀ ਗੱਡੀ ਲੈ ਕੇ ਆ ਜਾ ਸਕਦਾ ਰਾਈਟ ਠੀਕ ਹੈ ਸੋ ਬਟ ਦੈਟ ਵਾਸ ਗੁੱਡ ਐਕਸਪੀਰੀਅੰਸ ਭਾਜੀ ਨੂੰ ਹੌਲੀ ਹੌਲੀ ਕੰਫਰਟੇਬਲ ਹੋ ਗਿਆ ਐਂਡ ਫਿਰ ਮੈਂ ਵੀ ਓਬਵੀਅਸਲੀ ਐਵਰੀ ਡੇ ਆਪਾਂ ਕੁਛ ਨਾ ਕੁਛ ਲਰਨ ਕਰਦੇ ਹਾਂ ਠੀਕ ਹੈ ਮੈਂ ਵੀ ਕੁਛ ਲਰਨ ਕੀਤਾ ਉੱਥੋਂ ਕਾਫੀ ਕੁਛ ਲਰਨ ਤੇ ਜਿਹੜੀ ਤੁਹਾਡੀ ਕਲਾਸਿਸ ਸੀ ਐਵਰੀ ਡੇ ਹੁੰਦੀ ਸੀਗੀ ਡਰਾਈਵਿੰਗ ਵਾਲੀ ਹਾਂਜੀ ਮੇਰੀ ਜਿਹੜੀਆਂ ਕਲਾਸਿਸ ਸੀਗੀਆਂ ਐਵਰੀਡੇ ਹੁੰਦੀਆਂ ਸੀ ਇਟ ਡਿਪੈਂਡਸ ਕਿ ਤੁਸੀਂ ਚੂਜ਼ ਕਰਦੇ ਹੋ ਦੇਖੋ ਜਿੰਨੀ ਤੁਸੀਂ ਕਹਿੰਦੇ ਨਾ ਵੀ ਜਦੋਂ ਤੁਸੀਂ ਕੋਈ ਕੰਮ ਸਿੱਖਣਾ ਉਹਦੇ ਵਿੱਚ ਬਣਨਾ ਪੈਂਦਾ ਤੇ ਡਰਾਈਵਰੀ ਤੁਸੀਂ ਐਵਰੀਡੇ ਸਿੱਖਦੇ ਹੋ ਮੈਨੂੰ 3.5 ਸਾਲ ਹੋ ਗਏ ਟਰੱਕ ਚਲਾਉਂਦੀ ਨੂੰ ਮੈਨੂੰ ਅੱਜ ਵੀ ਲੱਗਦਾ ਮੈਂ ਐਵਰੀਡੇ ਕੁਛ ਨਾ ਕੁਛ ਸਿੱਖਦੀ ਹਾਂ ਠੀਕ ਹੈ ਜੇ ਮੈਂ ਨਹੀਂ ਜਾਊਂਗੀ ਮੇਰਾ ਲਾਸ ਹੈ ਅਗਲਿਆਂ ਨੂੰ ਤਾਂ ਕੀ ਕਹਿਣਾ ਵੀ ਤੁਸੀਂ ਲੇਟ ਕਰਾ ਲਓ ਟੈਸਟ ਠੀਕ ਹੈ ਤੁਸੀਂ ਫੇਲ ਹੋ ਜਾਓਗੇ ਬਾਰ-ਬਾਰ ਇਟਸ ਬੈਟਰ ਅਗਰ ਤੁਸੀਂ ਆਪਣਾ 100% ਉਸ ਚੀਜ਼ ਨੂੰ ਦਿਓ ਰਾਈਟ ਡਰਾਈਵਿੰਗ ਇੱਕ ਚੀਜ਼ ਹੀ ਇਹੋ ਜਿਹੀ ਹੈ ਨਾ ਤਾਂ ਵਾਟਸ ਯੂਰ ਰੂਟ ਕਿ ਹੁਣ ਰਾਈਟ ਨਾਓ ਹਾਂਜੀ ਮੈਂ ਹੁਣ ਯੂਐਸ ਨੂੰ ਚਲਾਉਂਦੀ ਹਾਂ ਰਾਈਟ ਨਹੀਂ ਪਹਿਲਾਂ ਅਸੀਂ ਗੱਲ ਕਰਨੀ ਚਲੋ ਤੁਹਾਨੂੰ ਨੇ ਲਾਇਸੈਂਸ ਲੈ ਲਿਆ ਹਨਾ ਜੌਬ ਫਾਈਂਡ ਕਰਨੀ ਕਿੰਨੀ ਔਖੀ ਹਾਂ ਜੌਬ ਫਾਈਂਡ ਯਾ ਦੇਖੋ ਜਦੋਂ ਮੈਂ ਲਾਇਸੈਂਸ ਹੁਣ ਦੇਖੀਦਾ ਨਾ ਕੰਪਨੀ ਕੋ ਜਾਓ ਮੁੰਡਾ ਆਇਆ ਓਕੇ ਠੀਕ ਆ ਆਹ ਚੀਜ਼ ਆ ਰਿਕੁਆਇਰਮੈਂਟ ਬਟ ਐਜ਼ ਅ ਫੀਮੇਲ ਕਿੰਨਾ ਕੁ ਹਾਰਡ ਸੀ ਤੁਹਾਡੇ ਲਈ ਜੌਬ ਫਾਈਂਡ ਕਰਨਾ ਫੀਮੇਲਸ ਲਈ ਹਾਰਡ ਹੈ ਇਹ ਕੰਮ ਜੌਬ ਈਜ਼ੀਲੀ ਨਹੀਂ ਮਿਲਦੀ ਰਾਈਟ ਉਹਦੇ ਪਿੱਛੇ ਕੀ ਰੀਜ਼ਨ ਹੈ ਪਹਿਲਾਂ ਤਾਂ ਕੁੜੀ ਤੇ ਵਿਸ਼ਵਾਸ ਨਹੀਂ ਕੀਤਾ ਜਾਂਦਾ ਵੀ ਇਹ ਟਰੱਕ ਚਲਾ ਲੂਗੀ ਐਂਡ ਕਿਤੇ ਨਾ ਕਿਤੇ ਕੁੜੀਆਂ ਆਪਣੀਆਂ ਟੀਮ 'ਚ ਨਹੀਂ ਚਲਾਉਣੀਆਂ ਚਾਹੁੰਦੀਆਂ ਅੱਛਾ ਜਦੋਂ ਆਪਾਂ ਯੂਐਸ ਨੂੰ ਟਰੱਕ ਚਲਾਉਂਦੇ ਆ ਟੀਮ 'ਚ ਜਾਂਦੀ ਹੈ ਮੋਸਟਲੀ ਉਹ ਕਹਿੰਦੇ ਵੀ ਮੁੰਡਾ ਹੋਊਗਾ ਨਾਲ ਤੁਹਾਨੂੰ ਸਿਖਾਊਗਾ ਹਨਾ ਇਹ ਚੀਜ਼ ਚਲੋ ਅਨਨੋਨ ਨਾਲ ਵੀ ਪਾ ਦਿੰਦੇ ਹੋ ਹਾਂਜੀ ਲਾਈਕ ਟੀਮ 'ਚ ਜੇ ਤੁਹਾਡਾ ਨੋਨ ਹੈਗਾ ਉਹਨਾਂ ਨੇ ਕਹਿਣਾ ਤੁਹਾਡਾ ਨੋਨ ਹੈਗਾ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਸੀ ਉਹਦਾ ਨਾਲ ਦੇਖ ਲੈਂਦੇ ਆ ਹਨਾ ਜੇ ਉਸ ਕੰਪਨੀ 'ਚ ਹੈਗਾ ਜੇ ਨਹੀਂ ਹੈਗਾ ਫਿਰ ਤੁਹਾਨੂੰ ਕਿਸੇ ਅਨਨੋਨ ਬੰਦੇ ਨਾਲ ਵੀ ਜਾਣਾ ਪੈਂਦਾ ਮੈਂ ਨਹੀਂ ਸੀ ਗਈ ਮੈਂ ਆਪਣਾ ਦੱਸਾਂ ਪਰ ਮੈਂ ਪਤਾ ਨਹੀਂ ਮੈਨੂੰ ਏਦਾਂ ਸੀਗਾ ਕਿ ਮੈਂ ਆਈ ਵਾਸ ਬਲੈਸਡ ਸੀਰੀਅਸਲੀ ਮੇਰੇ ਪਾਪਾ ਦੇ ਫਰੈਂਡ ਸਰਕਲ ਵਿੱਚ ਸੀਗੇ ਜਿਨ੍ਹਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਐਂਡ ਮੈਨੂੰ ਉਸ ਟਾਈਮ ਕੁਛ ਪ੍ਰੋਬਲਮਸ ਆਈਆਂ ਸੀਗੀਆਂ ਨਾ ਜੌਬ ਲੱਭਣ 'ਚ ਪਰ ਜਦੋਂ ਮੈਂ ਉਹਨਾਂ ਨੂੰ ਸ਼ੇਅਰ ਕੀਤਾ ਕਿ ਮੈਨੂੰ ਜੌਬ ਚਾਹੀਦੀ ਹੈ ਦੈਨ ਹੀ ਹੈਲਪਡ ਮੀ ਲੋਟ ਓਕੇ ਠੀਕ ਹੈ ਪਰ ਮੈਨੂੰ ਅੱਜ ਜਦੋਂ ਕੁੜੀਆਂ ਦੇ ਫੋਨ ਆਉਂਦੇ ਆ ਮੈਸੇਜਿਸ ਮੈਨੂੰ ਬਹੁਤ ਆਉਂਦੇ ਆ ਵੀ ਦੀਦੀ ਸਾਨੂੰ ਜੌਬ ਚਾਹੀਦੀ ਹੈ ਲਾਇਸੈਂਸ ਲਿਆ ਹੋਇਆ ਉਹਨਾਂ ਨੇ ਲਾਇਸੈਂਸ ਲੈ ਲਿਆ ਹੋਇਆ ਸਿਰਫ ਆ ਟੀਮ ਦੇ ਚੱਕਰ ਉਹਨਾਂ ਨੂੰ ਜੌਬ ਨਹੀਂ ਮਿਲ ਰਹੀ ਓਕੇ ਇਹ ਬਹੁਤ ਵੱਡੀ ਪ੍ਰੋਬਲਮ ਹੋ ਰਹੀ ਹੈ ਕੀ ਮਤਲਬ ਇਹਦਾ ਪੀਆਰ 'ਚ ਹੈਲਪ ਹੋ ਰਹੀ ਹੈ ਟਰੱਕਿੰਗ ਦੇ ਜੇ ਤੁਸੀਂ ਲਾਇਸੈਂਸ ਲੈ ਲਓ ਯੂਰ ਟਰੱਕ ਡਰਾਈਵਰ ਹਾਂਜੀ ਹੋ ਰਹੀ ਹੈ ਕਿਉਂਕਿ ਮੇਨਲੀ ਤਾਂ ਜਿਹੜੇ ਆਪਣੇ ਨੇ ਜਾਂ ਤੇ ਉਹ ਲਾਈਕ ਜਾਂ ਦੇ ਸੈਲਰੀ ਵਧੀਆ ਹੈ ਰਾਈਟ ਜਾਂ ਤੇ ਫਿਰ ਪੀਆਰ ਲੈਣ ਲਈ ਜਾ ਰਹੇ ਨੇ ਮੇਨਲੀ ਤਾਂ ਕੀ ਇਹਦਾ ਫਿਊਚਰ ਹੈਗਾ ਪੀਆਰ 'ਚ ਹਾਂਜੀ ਹੁਣ ਤਾਂ ਇਹਨਾਂ ਨੇ ਕਾਫੀ ਕਰ ਦਿੱਤਾ ਪ੍ਰੋਗਰਾਮਸ ਬਹੁਤ ਚੇਂਜ ਵੀ ਹੁਣ ਟਰੱਕਿੰਗ 'ਚ ਵੀ ਆ ਗਈ ਆ ਪੀਆਰ ਕਿਉਂਕਿ ਤੁਸੀਂ ਪੇਰੋਲ ਤੇ ਹੋਣੇ ਚਾਹੀਦੇ ਹੋ ਤੁਸੀਂ ਪੇਰੋਲ ਤੇ ਆ ਟੈਕਸ ਪੇ ਕਰਨਾ ਐਂਡ ਤੁਸੀਂ ਨੌਕ ਬੀਚ ਆ ਗਿਆ ਸ਼ਾਇਦ ਟਰੱਕ ਵਾਲੇ ਰਾਈਟ ਤੁਸੀਂ ਫਾਈਲ ਲਗਾ ਸਕਦੇ ਹੋ ਰਾਈਟ ਸੋ ਜਦੋਂ ਤੁਸੀਂ ਤੁਹਾਨੂੰ ਸਟਾਰਟ ਕੀਤਾ ਸੀਗਾ ਤੁਸੀਂ ਸਿੰਗਲ ਗਏ ਸੀਗੇ ਨਹੀਂ ਦੇਖੋ ਮੈਂ ਸਿਟੀ ਦੇ ਵਿੱਚ ਚਲਾਉਣਾ ਸਟਾਰਟ ਕੀਤਾ ਸੀ ਸਿਟੀ 'ਚ ਸਟਾਰਟ ਕੀਤਾ ਓਕੇ ਮੈਂ ਸਿਟੀ 'ਚ ਸਿੱਖਿਆ ਸੀ ਬਿਕਾਜ਼ ਮੈਨੂੰ ਇੱਕ ਤਾਂ ਸੀਗਾ ਕਿ ਮੈਂ ਐਵਰੀਡੇ ਘਰ ਆ ਰਹੀ ਹਾਂ ਐਂਡ ਮੈਂ ਟੀਮ 'ਚ ਨਹੀਂ ਸੀ ਚਲਾਉਣਾ ਚਾਹੁੰਦੀ The main reason I choose city ਇਹੀ ਸੀਗਾ ਕਿ ਮੈਂ ਨਹੀਂ ਸੀ ਜਾਣਾ ਚਾਹੁੰਦੀ ਕਿਉਂ ਟੀਮ 'ਚ ਕਿਉਂ ਨਹੀਂ ਦੇਖੋ ਇਨਸਿਕਿਉਰਿਟੀ ਹੁੰਦੀ ਹੈ ਰਾਈਟ ਡਿਪੈਂਡ ਫਿਰ ਜੇ ਇਹਨਾਂ ਨੂੰ ਫੀਮੇਲ ਨਾ ਮਿਲੀ ਨਾਲ ਹਾਂਜੀ ਉਸ ਚੀਜ਼ ਐਂਡ ਵਨ ਥਿੰਗ ਮੋਰ ਤੁਸੀਂ ਇੱਕ ਗੱਲ ਦੇਖੋ ਨਾ ਆਪਣੀ ਕਮਿਊਨਿਟੀ ਦੇ ਵਿੱਚ ਸਿਖਾਇਆ ਜਾਂਦਾ ਹੈ ਜੇ ਆਪਾਂ ਜਾਵਾਂਗੇ
ਹਰ ਇੱਕ ਦੀ ਸੋਚ ਨੂੰ ਆਪਾਂ ਨਹੀਂ ਚੇਂਜ ਕਰ ਸਕਦੇ। ਰਾਈਟ ਮੇਰੇ ਪੇਰੈਂਟਸ ਮੇਰੇ ਨਾਲ ਆ ਪਰ ਲੋਕਾਂ ਦਾ ਦੇਖਣ ਦਾ ਨਜ਼ਰੀਆ ਇਜ਼ ਟੋਟਲੀ ਡਿਫਰੈਂਟ। ਵੀ ਕੈਨਟ ਚੇਂਜ ਦੈਟ ਰਾਈਟ। ਲਾਈਕ 3.5 ਸਾਲ ਹੋ ਗਏ, ਕਿੱਦਾਂ ਦਾ ਐਕਸਪੀਰੀਅੰਸ ਰਿਹਾ ਟਰੱਕਿੰਗ 'ਚ? ਦੇਖੋ ਚੰਗਾ ਵੀ ਰਿਹਾ ਐਵਰੀਡੇ, ਮਾੜਾ ਵੀ ਰਿਹਾ, ਬਹੁਤ ਖੱਜਲ ਵੀ ਹੋਈਆਂ ਪਰ ਪਿਆਰ ਵੀ ਬਹੁਤ ਹੈ ਮੈਨੂੰ ਟਰੱਕਿੰਗ ਨਾਲ। ਜਿੱਦਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਤੂੰ ਇਸ ਟੌਪਿਕ ਤੇ ਕੋਈ ਗੱਲ ਕਰਦਾ ਨਾ। ਆਈ ਲਵ ਦੈਟ ਕਦ ਤੱਕ ਤੁਹਾਡੀ ਜੌਬ ਪਸੰਦ ਆ ਨਾ ਇਹਨੂੰ। ਆਈ ਆਲਵੇਜ਼ ਰੈਡੀ ਟੂ ਲਾਈਕ ਐਕਸਪਲੇਨ ਟਰੱਕਿੰਗ ਵੀ ਟਰੱਕਿੰਗ ਹੈ ਕੀ ਚੀਜ਼ ਹੈ। ਫਿਰ ਮੈਨੂੰ ਖੁਸ਼ੀ ਅੰਦਰੋਂ ਮਿਲਦੀ ਹੈ, ਮੇਰੇ ਨਾ ਕਹਿੰਦੇ ਦਿਲ ਵੀ ਵਧੀਆ ਤੁਹਾਨੂੰ ਗੱਲਾਂ ਦੱਸਦਾ ਵੀ ਹਾਂ ਤੁਸੀਂ ਬੋਲੋ ਇੱਦਾਂ ਬੋਲੋ ਰਾਈਟ। ਲਾਈਕ ਸਾਡੇ ਅਕੋਰਡਿੰਗ ਟੂ ਲਾਈਕ ਜੇ ਆਪਾਂ ਨੋਰਮਲ ਜਨਰਲ ਲੋਕਾਂ ਦੀ ਗੱਲ ਕਰੀਏ, ਵੀ ਡੋਂਟ ਨੋ ਯੋਰ ਲਾਈਫ ਰਾਈਟ। ਟਰੱਕਰਸ ਦੀ ਸਾਨੂੰ ਨਹੀਂ ਪਤਾ ਕਿਉਂਕਿ ਆਪਾਂ ਡੇਲੀ ਲਾਈਫ 'ਚ ਬਹੁਤ ਬਿਜ਼ੀ ਹਾਂ। ਬਟ ਸਾਨੂੰ ਤਾਂ ਇਹੀ ਹੈ ਕਿ ਬਈ ਤੁਸੀਂ ਆਪਣੇ ਘਰੋਂ ਬਾਹਰ ਹੋ 7-7 ਦਿਨ 5-5 ਦਿਨ ਐਂਡ ਲਾਈਕ ਯੂ ਜਸਟ ਕਿ ਸਾਨੂੰ ਨਹੀਂ ਪਤਾ ਤੁਸੀਂ ਵੈਦਰ ਨਹੀਂ ਦੇਖ ਰਹੇ, ਸਭ ਕੁਛ ਨਹੀਂ ਦੇਖ ਰਹੇ। ਕਈ ਵਾਰੀ ਸਾਨੂੰ ਇਹੋ ਜਿਹੀ ਵੀਡੀਓਜ਼ ਆਉਂਦੀਆਂ ਨੇ ਜਿਹਦੇ 'ਚ ਮਤਲਬ ਕਿ ਐਕਸੀਡੈਂਟਸ ਹੋ ਗਏ, ਚਲੋ ਰੱਬ ਨਾ ਕਰੇ ਕਿ ਇੱਦਾਂ ਹੋਏ, ਬਟ ਕਈ ਵਾਰੀ ਯੂ ਨੈਵਰ ਨੋ ਰਾਈਟ। ਡਰ ਨਹੀਂ ਲੱਗਦਾ ਕਿ ਬਈ ਯਾਰ ਚਲਦੇ ਚਲਦੇ ਕੁਛ ਹੋ ਗਿਆ, ਮਿਸ ਹੈਪਨਿੰਗ ਹੋ ਗਈ ਐਂਡ ਲਾਈਕ ਹੂ ਇਜ਼ ਰਿਸਪੋਂਸਿਬਲ ਫॉर दैट ਐਂਡ ਆਰ ਵੀ ਸਟਿਲ ਡੂਇੰਗ ਇਟ ਫॉर ਲਾਈਕ ਮਨੀ ਔਰ ਸਮਥਿੰਗ? ਜਿਹੜੀ ਇਹ ਚੀਜ਼ ਤੁਸੀਂ ਕਹੀ ਹੈ ਨਾ ਬਹੁਤ ਵੱਡੀ ਚੀਜ਼ ਹੈ ਇੱਕ। ਹਾਂ ਪਰ ਕਿਉਂਕਿ ਤੁਹਾਨੂੰ ਪਤਾ ਵੀ ਜਿਹੜਾ ਇੱਕ ਟਰੱਕ ਡਰਾਈਵਰ ਚਾਹੇ ਕੁੜੀ ਹੈ ਚਾਹੇ ਮੁੰਡਾ, ਉਹਦੇ ਤੇ ਬਹੁਤ ਰਿਸਪੋਂਸਿਬਿਲਿਟੀਜ਼ ਹੁੰਦੀਆਂ ਨਾ। ਉਹ ਚੀਜ਼ ਨੂੰ ਨਾਲ ਲੈ ਕੇ ਨਾ ਪਹਿਲਾਂ ਆਪਣਾ ਕੰਮ ਨਹੀਂ ਛੱਡ ਸਕਦੇ ਰਾਈਟ। ਠੀਕ ਹੈ, ਉਹ ਕੰਮ ਨੂੰ ਆਪਣੇ ਆਲਵੇਜ਼ ਪ੍ਰਾਇੋਰਟੀ ਦਿੰਦੇ ਆ। ਮੈਂ ਆਲਵੇਜ਼ ਆਪਣੇ ਕੰਮ ਨੂੰ ਪ੍ਰਾਇੋਰਟੀ ਦਿੰਦੀ ਹਾਂ ਨਾ। ਅਤੇ ਉਸ ਤੋਂ ਬਾਅਦ ਜੇ ਤੁਸੀਂ ਕਹਿੰਦੇ ਹੋ ਵੀ ਹਾਂ ਤੁਹਾਨੂੰ ਡਰ ਨਹੀਂ ਲੱਗਦਾ ਤੁਸੀਂ ਪੈਸੇ ਪਿੱਛੇ ਘੁੰਮ ਰਹੇ ਹੋ ਇੱਦਾਂ ਉੱਦਾਂ ਨਾ, ਸਾਨੂੰ ਵੀ ਡਰ ਲੱਗਦਾ। ਸਾਨੂੰ ਡਰ ਲੱਗਦਾ ਵੀ ਕਈ ਵਾਰ ਸਿਚੁਏਸ਼ਨ ਇੱਦਾਂ ਦੀ ਹੋ ਜਾਂਦੀ ਵੀ ਸਾਡੇ ਅੱਗੇ ਮੌਤ ਖੜੀ ਹੈ, ਵੀ ਹੈਵ ਟੂ ਜਸਟ ਟੈਕਲ ਇਟ। ਜਾਂ ਤਾਂ ਫਿਰ ਤੁਸੀਂ ਹੈਂਡਲ ਕਰ ਲਓਗੇ ਜਾਂ ਫਿਰ ਤੁਹਾਨੂੰ ਕੁਛ ਹੋ ਜਾਏਗਾ। ਤੁਹਾਡੇ ਨਾਲ ਹੋਇਆ ਕੋਈ ਇੱਦਾਂ ਦਾ ਇੰਸੀਡੈਂਟ? ਹਾਂਜੀ ਮੇਰੇ ਨਾਲ ਹੋਇਆ 1-2 ਇੰਸੀਡੈਂਟ ਹੈ ਨਾ। ਰਾਈਟ। ਅਤੇ ਸਨੋ ਵਗੈਰਾ 'ਚ ਜਾਂ ਕੁਛ ਇੱਦਾਂ? ਮੈਂ ਮਿਸ਼ੀਗਨ ਸੀਗੀ, ਬਲੈਕ ਆਈਸ ਹੋਈ ਵੀ ਸੀ ਉੱਥੇ। ਐਂਡ ਯੂ ਨੋ ਬਲੈਕ ਆਈਸ ਮਿਸ਼ੀਗਨ ਦੀ ਸਭ ਤੋਂ ਬੈਡ ਹੈ। ਅੱਛਾ। ਮੈਂ ਰਾਤ ਨੂੰ ਆ ਰਹੀ ਸੀ, ਮੈਨੂੰ ਰਾਤ ਨੂੰ ਡਰਾਈਵ ਕਰਨਾ ਵਧੀਆ ਲੱਗਦਾ ਹੈ ਨਾ। ਅਤੇ ਓਹਾਇਓ ਤੋਂ ਆ ਰਹੀ ਸੀਗੀ 75 ਅਤੇ ਟੋਟਲੀ ਓਕੇ ਸੀਗਾ ਵੈਦਰ, ਬਿਲਕੁਲ ਓਕੇ ਵੈਦਰ ਸੀਗਾ ਨਾ। ਮਤਲਬ ਮੈਨੂੰ ਫੀਲ ਵੀ ਨਹੀਂ ਹੋਇਆ ਕਿ ਮੈਂ ਟਰੱਕ ਚਲਾ ਰਹੀ ਹਾਂ ਅਤੇ ਮੈਨੂੰ ਸਲਿੱਪਰੀ ਲੱਗੀ ਨਹੀਂ ਬਿਲਕੁਲ ਵੀ। ਇੱਕਦਮ ਅੱਗੇ ਜਦੋਂ ਮੈਂ ਟਰੱਕ 'ਤੇ ਸੀਗੀ ਉੱਥੇ ਬ੍ਰੇਕਸ ਲੱਗ ਗਈਆਂ, ਚਲੋ 4-ਵੇ ਫਲੈਸ਼ਿਸ ਔਨ ਕਰ ਲਏ ਹੈ ਨਾ, ਪਰ ਸਟਿਲ ਸਾਨੂੰ ਇੱਦਾਂ ਨਹੀਂ ਲੱਗਿਆ, ਸਾਨੂੰ ਲੱਗਾ ਕੋਈ ਐਕਸੀਡੈਂਟ ਹੋਇਆ। ਓਬਵੀਅਸਲੀ ਬੰਦਾ 4-ਵੇ ਫਲੈਸ਼ਿਸ ਔਨ ਕਰਦਾ ਦੈਟ ਮੀਨਸ ਕੋਈ ਐਕਸੀਡੈਂਟ ਹੋਇਆ ਰਾਈਟ। ਅਤੇ ਜਦੋਂ ਅਸੀਂ ਅੱਗੇ ਗਏ ਹਾਂ ਪਰ ਜਦੋਂ ਨੋਰਮਲ ਸਪੀਡ 'ਤੇ ਚੱਲੇ ਟਰੱਕ ਮਤਲਬ ਸਲਿੱਪ ਹੋ ਰਿਹਾ ਸੀ ਬਹੁਤ ਜ਼ਿਆਦਾ। ਆਈ ਵਾਜ਼ ਔਨ ਰਾਈਟ ਲੇਨ, ਮੈਂ ਰਾਈਟ ਲੇਨ 'ਚ ਸੀਗੀ ਬਿਲਕੁਲ ਹੈ ਨਾ। ਅਤੇ ਮੇਰਾ ਟਰੱਕ ਰਾਈਟ ਨੂੰ ਚਲੇ ਗਿਆ, ਬਿਲਕੁਲ ਰਾਈਟ ਨੂੰ ਚਲੇ ਗਿਆ। ਅਤੇ ਮੇਰੇ ਨਾਲ ਟਰੱਕ ਡਰਾਈਵਰ ਸੀਗਾ ਵਾਈਟ ਗਾਏ। ਅਤੇ ਮੈਂ ਟਰੱਕ ਮਤਲਬ ਆਪਣੀ ਰੇਸ ਤੋਂ ਐਕਸਲਰੇਟਰ ਤੋਂ ਪੈਰ ਜਮੇ ਚੱਕ ਲਿਆ, ਮੈਂ ਸਟੀਅਰਿੰਗ ਨੂੰ ਘੁਮਾਇਆ। ਦੈਟਸ ਦਾ ਓਨਲੀ ਵੇ ਮੈਨੂੰ ਇੱਦਾਂ ਲੱਗਦਾ ਜੋ ਮੈਨੂੰ ਸੇਫ ਲੱਗਿਆ ਉਸ ਟਾਈਮ। ਮੈਂ ਸਟੀਅਰਿੰਗ ਨੂੰ ਆਪੋਜ਼ਿਟ ਸਾਈਡ ਘੁਮਾਇਆ ਅਤੇ ਮੇਰਾ ਟਰੱਕ ਉਸ ਟਾਈਮ ਸਿੱਧਾ ਹੋਇਆ ਰਾਈਟ। ਅਤੇ ਲੱਕੀਲੀ ਮੈਂ ਸਪੀਡ ਬਹੁਤ ਸਲੋ ਸੀਗੀ, ਬਹੁਤ ਮਤਲਬ ਲੋ ਸਪੀਡ 'ਤੇ ਸੀ। ਅਗਰ ਮੈਂ ਹਾਈ 'ਤੇ ਹੁੰਦੀ ਕੁਛ ਹੋ ਵੀ ਸਕਦਾ ਸੀ, ਬਹੁਤ ਵੱਡਾ ਹੈਪਨ, ਕਿਉਂਕਿ ਮੇਰੇ ਅੱਗੇ ਬਿਲਕੁਲ ਕਾਰ ਸੀਗੀ। ਅੱਛਾ, ਸੋ ਸਾਰੀ ਰੁਕੀ ਹੋਈ ਸੀ ਸੜਕ ਕਿੱਦਾਂ ਕਿ? ਸਾਰੀ ਉਹ ਗਲਾਸ ਬਣੀ ਹੋਈ ਸੀਗੀ। ਅੱਛਾ, ਨਹੀਂ ਉੱਦਾਂ ਪਾਈਲ ਅਪ ਨਹੀਂ ਹੋਇਆ ਸੀ, ਟ੍ਰੈਫਿਕ ਮੂਵ ਕਰਦਾ ਪਿਆ ਸੀ। ਟ੍ਰੈਫਿਕ ਵਾਸ ਮੂਵਿੰਗ। ਓਕੇ, ਕਿਉਂਕਿ ਤੁਹਾਨੂੰ ਪਤਾ ਵੀ ਗੱਡੀਆਂ ਵਾਲੇ ਬਹੁਤ ਕਾਹਲੀ ਕਰਦੇ ਆ, ਫਿਰ ਵੀ ਟਰੱਕਾਂ ਵਾਲੇ 'ਚ ਬਹੁਤ ਪੇਸ਼ੈਂਸ ਹੁੰਦੇ ਆ। ਟਰੱਕਿੰਗ ਤੁਹਾਨੂੰ ਪੇਸ਼ੈਂਸ ਸਿਖਾਉਂਦੀ ਹੈ ਨਾ, ਦੂਜਾ ਨਾਮ ਟਰੱਕਿੰਗ ਦਾ ਪੇਸ਼ੈਂਸ ਹੈ। ਜੇ ਆਪਾਂ ਨਹੀਂ ਰੱਖਾਂਗੇ ਤਾਂ ਬਹੁਤ ਨੁਕਸਾਨ ਆ ਆਪਣਾ ਵੀ ਤੇ ਦੂਜੇ ਬੰਦੇ ਦਾ। ਆਪਾਂ ਦੇਖਦੇ ਹੀ ਹਾਂ ਕਈ ਵਾਰੀ ਕਿੱਦਾਂ ਹੈ ਨਾ ਵੀ ਜਾਂਦੇ ਹੋਵਾਂਗੇ ਕ੍ਰੋਸ ਕਰਕੇ ਲੰਘਣਗੇ ਆਹ ਚੀਜ਼ਾਂ, ਵੈਦਰ ਨਹੀਂ ਹੈ ਨਾ, ਵੈਦਰ ਇੰਨਾ ਖਰਾਬ ਹੋਊਗਾ ਤਾਂ ਵੀ ਕ੍ਰੋਸ ਕਰਕੇ ਲੰਘਣਾ ਹੈ ਨਾ, ਫਿਰ ਕੰਟਰੋਲ ਕਰਨਾ ਵੀ ਔਖਾ। ਉਹ ਤਾਂ ਹੈ, ਸਾਡੇ ਲਈ ਬੜੀ ਵੱਡੀ ਸਿਚੁਏਸ਼ਨ ਹੋ ਜਾਂਦੀ ਹੈ। ਅਤੇ ਉਸ ਟਾਈਮ ਚਲੋ ਕੰਟਰੋਲ ਕੀਤਾ। ਅਤੇ ਜਿਹੜਾ ਮੇਰੇ ਨਾਲ ਸੀਗਾ ਟਰੱਕ ਡਰਾਈਵਰ ਮਤਲਬ ਮੇਰੇ ਨਾਲ ਵਾਲੀ ਲੇਨ 'ਚ ਸੀਗਾ, ਅਤੇ ਉਹ ਮੈਨੂੰ ਕਹਿੰਦਾ ਆਰ ਯੂ ਓਕੇ, ਮਤਲਬ ਉਹਨੇ ਮੈਨੂੰ ਹੈਂਡਸ ਅਪ ਦਾ ਕੀਤਾ ਨਾ। ਦੈਨ ਮੈਂ ਕਿਹਾ ਵੀ ਹਾਂ ਲਾਈਕ ਹੈਲਪ ਕਰਦੇ ਨੇ ਆਪਸ 'ਚ ਜਦੋਂ ਤੁਸੀਂ ਰੂਟ 'ਤੇ ਜਾ ਰਹੇ ਹੋ। ਹਾਂਜੀ, ਆਪਣੇ ਇੰਡੀਅਨ ਵੀ ਕਰ ਦਿੰਦੇ ਆ ਹੈਲਪ, ਇੱਦਾਂ ਦੀ ਗੱਲ ਨਹੀਂ ਹੈ। ਚਲੋ ਮੈਨੂੰ 1-2 ਬੰਦਿਆਂ ਨੇ ਕੀਤੀ, ਮੈਂ ਸਟੱਕ ਹੋਈ ਹਾਂ ਕਿਤੇ, ਆਪਣੇ ਇੰਡੀਅਨਸ ਨੇ ਕੀਤੀ ਹੈ ਨਾ। ਚੰਗੇ ਹਰ ਤਰ੍ਹਾਂ ਦੇ ਬੰਦੇ ਨੇ ਆਪਣੇ ਇੱਥੇ ਹੈ ਨਾ, ਕਿਸੇ ਨੂੰ ਜੱਜ ਵੀ ਕਰਦੇ ਆ ਕਈ, ਅਤੇ ਕਈ ਆਲਵੇਜ਼ ਰੈਡੀ ਹੁੰਦੇ ਹੈਲਪ ਲਈ, ਜੋ ਕਿ ਬਹੁਤ ਵਧੀਆ ਚੀਜ਼ ਹੈ ਇਹ। ਮਤਲਬ ਕੋਈ ਇਹੋ ਜਿਹਾ ਆਈ ਡੋਨਟ ਨੋ ਲਾਈਕ ਕੋਈ ਐਂਬੈਰਸਿੰਗ ਮੂਮੈਂਟ ਸੀਗੀ ਲਾਈਕ ਵਾਟ, ਲਾਈਕ ਇਨ ਟਰੱਕਿੰਗ ਕੁਛ ਵੀ ਤੁਹਾਡਾ ਲਾਈਕ ਬਹੁਤ ਐਂਬੈਰਸਿੰਗ ਹੋਇਆ, ਜਾਂ ਫਿਰ ਲਾਈਕ ਕੋਈ ਇਹੋ ਜਿਹੀ ਮੂਮੈਂਟ ਯੂ ਨੋ ਯੂ ਆਰ ਲਾਈਕ ਸ਼ਿਟ ਮੈਨ ਨਹੀਂ ਕਰਨੀ, ਜਾਂ ਹੋਇਆ ਹੋਵੇ ਕਿ ਨਹੀਂ ਯਾਰ ਬਸ ਮੈਂ ਛੱਡਣ ਲੱਗੀ? 1-2 ਮੋਮੈਂਟ ਸੀਗੇ, ਮੈਂ ਤੁਹਾਨੂੰ ਦੱਸਦੀ ਹਾਂ। ਮੈਂ ਇੰਡੀਆਨਾ ਗਈ ਸੀਗੀ ਸਮਰ ਦੇ ਵਿੱਚ ਲੋਡ ਚੱਕਣ ਹੈ ਨਾ, ਅਤੇ ਬਹੁਤ ਜ਼ਿਆਦਾ ਗਰਮੀ ਸੀ ਯਾਰ। ਅੱਛਾ।
ਲਾਈਕ ਉਸ ਟਾਈਮ ਹੀਟ ਵਾਰਨਿੰਗ ਸੀ ਮਤਲਬ ਉਸ ਦਿਨ ਇੰਡੀਆਨਾ ਬਹੁਤ ਹੌਟ ਵੈਦਰ ਸੀਗਾ ਤੇ ਕੀ ਹੋਇਆ ਜਦੋਂ ਮੈਂ ਕੋਇਲ ਦਾ ਲੋਡ ਮੇਰੇ ਕੋਲ ਕੋਇਲ ਫਲੈਟ ਬੈਡ ਕਰਦੀ ਮੈਂ ਰਾਈਟ ਨਾਓ ਤੇ ਕੋਇਲ ਦਾ ਲੋਡ ਸੀਗਾ 2 ਕੋਇਲਾਂ ਚੱਕਣੀਆਂ ਸੀ ਤੇ ਕੋਇਲ ਦਾ ਲੋਡ ਸਭ ਤੋਂ ਹਾਰਡ ਹੁੰਦਾ ਫਲੈਟ ਬੈਡਰਸ ਲਈ ਦੇ ਨੋ ਦੈਟ ਜਿਹੜੇ ਸੁਣ ਰਹੇ ਉਹਨਾਂ ਨੂੰ ਮਤਲਬ ਉਹ ਕੀ ਹੈ ਫਲੈਟ ਜਿਨ੍ਹਾਂ ਨੂੰ ਨਹੀਂ ਪਤਾ ਜਾਂ ਜਿਹੜੇ ਫਲੈਟ ਬੈਡ ਇਜ਼ ਟੋਟਲੀ ਡਿਫਰੈਂਟ ਦੈਨ ਅ ਡਰਾਈ ਵੈਨ ਹੈ ਨਾ ਮਤਲਬ ਸਾਨੂੰ ਲੋਡ ਆਪਣਾ ਆਪ ਬੰਨਣਾ ਪੈਂਦਾ ਉਹ ਖੋਲਣਾ ਵੀ ਆਪ ਪੈਂਦਾ ਹਾਂ ਜਸਟ ਜਿਹੜੇ ਲੋਡਰ ਗਏ ਉਹਨਾਂ ਨੇ ਲੋਡ ਰੱਖ ਦੇਣਾ ਉੱਪਰ ਪਲੱਸ ਸਟ੍ਰੈਪ ਚੇਂਜ ਆਪ ਹੀ ਕਰਨਾ ਪੈਂਦਾ ਤੇ ਚਲੋ ਜੀ ਮੈਂ ਚਲੇ ਗਈ ਅੰਦਰ ਹਨਾ ਮੇਰੇ ਅੱਗੇ ਗੋਰਾ ਲੋਡ ਬਣਦਾ ਪਿਆ ਸੀ ਉਹ ਪਹਿਲਾਂ ਮੈਨੂੰ ਦੇਖ ਕੇ ਉਹਨੇ ਮਤਲਬ ਨਾ ਏਦਾਂ ਕੀਤਾ ਕਿ ਹੀ ਵਾਸ ਮੇਕਿੰਗ ਫਨ ਹਨਾ ਕਿ ਮੈਂ ਕੁੜੀ ਆ ਮੈਂ ਮੈਨੂੰ ਬੜਾ ਬੈਡ ਫੀਲ ਹੋਇਆ ਹਨਾ ਤੇ ਮੈਨੂੰ ਬੈਡ ਵੀ ਨਹੀਂ ਹੋਇਆ ਮੈਂ ਪਾਸ ਔਨ ਕਰਤਾ ਰਾਈਟ ਤੇ ਗੋਰਾ ਕਹਿੰਦਾ ਵੀ ਉਹਨੂੰ ਅੰਡਰ ਐਸਟੀਮੇਟ ਨਾ ਕਰ ਜਿਹੜਾ ਮੈਨੂੰ ਜਿਹਨੇ ਲੋਡ ਕਰਨਾ ਸੀ ਹਨਾ ਤੇ ਉਹਨੇ ਉਹਨੂੰ ਜਾ ਕੇ ਕਿਹਾ ਵੀ ਅੰਡਰ ਐਸਟੀਮੇਟ ਨਾ ਕਰ ਤੇ ਉਸ ਦਿਨ ਬਹੁਤ ਗਰਮੀ ਸੀ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਮੈਂ ਜਦੋਂ ਲੋਡ ਬੰਨਣ ਲੱਗੀ ਰਾਈਟ ਲਾਈਕ ਓਬਵੀਅਸਲੀ ਗਰਮੀ 'ਚ ਕੰਮ ਕਰਨਾ ਕਿਹਨੂੰ ਪਸੰਦ ਹੁੰਦਾ ਲਿਟਰਲੀ ਮੈਂ ਰੋਣ ਲੱਗ ਗਈ ਲਿਟਰਲੀ ਮੈਂ ਕਹਿ ਰਹੀ ਸੀ ਰੱਬਾ ਮੈਨੂੰ ਕਿੱਥੇ ਤੋਂ ਫਸਾਤਾ ਮੈਂ ਏਦਾਂ ਕਹਿ ਰਹੀ ਸੀ ਰਾਈਟ ਪਰ ਆਉਂਦੇ ਆ 1-2 ਸਿਚੁਏਸ਼ਨਸ ਆਉਂਦੀਆਂ ਰਹਿੰਦੀਆਂ ਨੇ ਇਹੋ ਜਿਹੀਆਂ ਨਾ ਪਰ ਯੂ ਨੋ ਫਿਰ ਵੀ ਇੱਕ ਅੰਦਰੋਂ ਹੁੰਦਾ ਵੀ ਨਹੀਂ ਚਲਾਉਣਾ ਟਰੱਕ ਹੀ ਹੈ ਜੋ ਮਰਜ਼ੀ ਹੋਏ ਨੋ ਮੈਟਰ ਵੀ ਆਰ ਟਰੱਕ ਡਰਾਈਵਰਸ ਰਾਈਟ ਤੇ ਜਿੱਦਾਂ ਹੁਣ ਆਪਾਂ ਦੇਖੀਦਾ ਵੀ ਆਦਤ ਹੁੰਦੀ ਆ ਹਨਾ ਮੇਲਸ ਦੀ ਕਈ ਹੁੰਦੇ ਇੱਦਾਂ ਦੇ ਹਨਾ ਵੀ ਕੁੜੀਆਂ ਨੂੰ ਛੇੜਦੇ ਆ ਹਨਾ ਹੁੰਦੇ ਆ ਹਰ ਜਗ੍ਹਾ ਹੀ ਹੁੰਦੇ ਆ ਤੇ ਕਦੀ ਤੁਹਾਡੇ ਨਾਲ ਇੱਦਾਂ ਦੀ ਮੂਵਮੈਂਟ ਹੋਈ ਆ ਤੁਸੀਂ ਟਰੱਕ ਸਟਾਪ ਤੇ ਹੋਏ ਹੋ ਜਾਂ ਕਿਤੇ ਵੀ ਕੋਈ ਕਿਸੇ ਨੇ ਅਸੌਲਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕੋਈ ਇੱਦਾਂ ਦੀ ਮੂਵਮੈਂਟ ਆਈ ਹੋਵੇ ਨਹੀਂ ਇੱਦਾਂ ਦਾ ਐਸ ਸੱਚ ਕੋਈ ਨਹੀਂ ਹੋਇਆ ਵੈਸੇ ਪਰ 1-2 ਸਿਚੁਏਸ਼ਨਸ ਮੇਰੇ ਨਾਲ ਹੋਈਆਂ ਹਨਾ ਆਪਣੇ ਇੰਡੀਅਨ ਮੁੰਡੇ ਨੇ ਵੀ ਇੱਕ ਨੇ ਕੀਤੀ ਸੀਗੀ ਚਲੋ ਉਹਨੇ ਬੁਲਾਉਣ ਦੀ ਟਰਾਈ ਚਾਹੇ ਉਹਦਾ ਗੁੱਡ ਵੇ ਸੀਗਾ ਬੈਡ ਵੇ ਸੀਗਾ ਪਰ ਉਹਦੇ ਮਨ 'ਚ ਮੈਨੂੰ ਨਹੀਂ ਪਤਾ ਕੀ ਸੀ ਦਾ ਵੇ ਹੀ ਕੇਮ ਟੂ ਮੀ ਉਹ ਸਹੀ ਨਹੀਂ ਸੀਗਾ ਹਨਾ ਜੋ ਕਿ ਮੈਨੂੰ ਸਹੀ ਨਹੀਂ ਲੱਗਿਆ ਮੈਂ ਉਸ ਥ੍ਰੈਟਨਿੰਗ ਨਹੀਂ ਸੀਗਾ ਯੂ ਨੋ ਅੰਬੈਰਸਿੰਗ ਹੁੰਦਾ ਉਹ ਟਾਈਮ ਵੀ ਆਪਣੀ ਕਮਿਊਨਿਟੀ ਦਾ ਬੰਦਾ ਇੱਦਾਂ ਆ ਰਿਹਾ ਤੁਹਾਡੇ ਕੋਲ ਹਨਾ ਮਤਲਬ ਮੈਂ ਉਸ ਚੀਜ਼ ਤੇ ਵੀਡੀਓ ਵੀ ਪਾਈ ਸੀ ਆਪਣੇ ਪਰ ਲੋਕਾਂ ਨੇ ਚਲੋ ਕਾਫੀ ਸਾਥ ਦਿੱਤਾ ਹਨਾ ਵੀ ਚਲੋ ਇੱਦਾਂ ਕਿਉਂ ਹੋਇਆ ਠੀਕ ਹੈ ਤੇ ਪਰ ਜਿਹੜੀ ਉਹ ਚੀਜ਼ ਸੀਗੀ ਮੈਨੂੰ ਬੜਾ ਅੰਬੈਰਸਿੰਗ ਲੱਗਿਆ ਸੀ ਕਿ ਜਦੋਂ ਮੈਂ ਪੰਜਾਬ ਤੋਂ ਆ ਪੰਜਾਬੀ ਆ ਨਾ ਜਦੋਂ ਮੈਂ ਆਪਣੀ ਕਮਿਊਨਿਟੀ ਬਾਰੇ ਬੋਲੂੰਗੀ ਲੋਕੀ ਮੈਨੂੰ ਗਲਤ ਵੀ ਕਹਿਣਗੇ ਸਹੀ ਵੀ ਕਹਿਣਗੇ ਉਹਨਾਂ ਦਾ ਨਜ਼ਰੀਆ ਕੁਝ ਵੀ ਹੋ ਸਕਦਾ ਪਰ ਜੋ ਮੇਰੇ ਨਾਲ ਬੀਤੀ ਉਹ ਮੈਨੂੰ ਪਤਾ ਵਟ ਆਈ ਹੈਵ ਫੇਸ ਦੇਅਰ ਹੈ ਨਾ ਮੈਂ ਜੇ ਉਸ ਚੀਜ਼ ਤੇ ਵੀਡੀਓ ਬਣਾਈ ਇੱਕ ਕੁੜੀ ਲਈ ਹਿੰਮਤ ਬਹੁਤ ਔਖੀ ਹੁੰਦੀ ਕਰਨੀ ਵੀਡੀਓ ਬਣਾਉਣ ਦੀ ਜਦੋਂ ਸਪੈਸ਼ਲੀ ਉਹ ਆਪਣੇ ਬਾਰੇ ਬਣਾ ਰਹੀ ਹੈ ਕਿਸੇ ਲਈ ਅਸੀਂ ਕੋਈ ਵੀਡੀਓ ਬਣਾ ਇਨਸੀਡੈਂਟ ਕੀ ਹੋਇਆ ਸੀ ਉਹ ਕੁਛ ਨਹੀਂ ਉਹ ਐਵੇਂ ਜਸਟ ਮੁੰਡਾ ਚਲੋ ਉਹਨੇ ਮੈਨੂੰ ਪਹਿਲਾਂ ਪੰਪਸ ਤੇ ਬੁਲਾਇਆ ਨਾ ਪੰਪ ਜਿਹੜੇ ਪੈਟਰੋਲ ਪੰਪ ਹੁੰਦੇ ਆ ਤੇ ਮੈਨੂੰ ਤੁਸੀਂ ਜਾਣਦੇ ਹੋ ਮੈਂ ਕਿਹਾ ਨਹੀਂ ਜੀ ਮੈਂ ਨਹੀਂ ਜਾਣਦੀ ਤੁਸੀਂ ਜਾਣਦੇ ਹੋ ਠੀਕ ਹੈ ਨਾ ਪਰ ਆਫਟਰ ਦੈਟ ਉਹ ਫਿਰ ਮੇਰੇ ਕੋਲ ਮਤਲਬ ਪਾਰਕਿੰਗ ਦੇ ਵਿੱਚ ਆ ਗਿਆ ਜੋ ਮੈਨੂੰ ਨਹੀਂ ਸਹੀ ਲੱਗਿਆ ਤੇ ਮੈਂ ਉਸ ਚੀਜ਼ ਤੇ ਵੀਡੀਓ ਬਣਾਈ ਸੀਗੀ ਮੈਂ ਇੱਥੇ ਜ਼ਿਆਦਾ ਉਹਨੂੰ ਨਹੀਂ ਕਰੂੰਗੀ ਹੈ ਨਾ ਵੀ ਇਲੈਬੋਰੇਟ ਨਾ ਕਰਾਂ ਬਿਕੋਜ਼ ਪਰ ਉਹ ਚੀਜ਼ ਸਹੀ ਨਹੀਂ ਹੈਗੀ ਦੇਖੋ ਇੱਕ ਕੁੜੀ ਟਰੱਕ ਡਰਾਈਵਰ ਸੇਮ ਹੈ ਵੀ ਆਰ ਟਰੱਕਰਸ ਨੋ ਮੈਟਰ ਗਰਲ ਔਰ ਬॉय ਹੈ ਨਾ ਚਾਹੇ ਤੁਸੀਂ ਕੁੜੀਆਂ ਚਾਹੇ ਮੁੰਡਾ ਪਰ ਐਜ਼ ਬੀਇੰਗ ਅ ਟਰੱਕਰ ਤੁਹਾਨੂੰ ਇੱਦਾਂ ਹੋਣਾ ਚਾਹੀਦਾ ਵੀ ਅਸੀਂ ਸੇਮ ਪ੍ਰੋਫੈਸ਼ਨ ਤੇ ਸੇਮ ਬੋਟ ਤੇ ਹਾਂ ਵੀ ਅਸੀਂ ਰਿਸਪੈਕਟ ਕਰੀਏ ਇੱਕ ਦੂਜੇ ਦੀ ਦੈਟਸ ਇਟ ਰਿਸਪੈਕਟ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਚਾਹੇ ਕੁੜੀ ਆ ਜਾਏ ਚਾਹੇ ਮੇਰੇ ਤੋਂ ਛੋਟਾ ਚਾਹੇ ਬੰਦਾ ਵੱਡਾ ਹੈ ਨਾ ਚਾਹੇ ਕੋਈ ਵੀ ਓਲਡ ਏਜ ਵੀ ਮੈਂ ਰਿਸਪੈਕਟ ਕਰਦੀ ਹਾਂ ਕਿਉਂਕਿ ਉਹ ਵੀ ਸੇਮ ਕੰਮ ਕਰ ਰਹੇ ਜੋ ਮੈਂ ਕਰ ਰਹੀ ਹਾਂ ਸੇਮ ਪ੍ਰੋਫੈਸ਼ਨ ਦੀ ਕਰਨੀ ਚਾਹੀਦੀ ਹੈ ਰਿਸਪੈਕਟ ਹਾਂਜੀ ਤੇ ਜਿੱਦਾਂ ਹੁਣ ਮੈਂ ਦੇਖੀਦਾ ਵੀ ਜਦੋਂ ਹੁਣ ਟਰੱਕ ਸਟਾਪ ਹੁੰਦੇ ਜਿਹੜੇ ਹਨਾ ਤੇ ਤੁਹਾਨੂੰ ਵੀ ਪੈ ਜਾਂਦਾ ਲੇਓਵਰ ਜਾਂ ਕੁਛ ਵੀ ਹਨਾ ਰਾਤ ਨੂੰ ਸੌਣਾ ਪੈ ਜਾਂਦਾ ਬ੍ਰੇਕ ਪਾਉਣੀ ਪੈ ਜਾਂਦੀ ਜਾਂ ਕੁਛ ਵੀ ਡੂ ਯੂ ਫੀਲ ਸੇਫ ਕੋਈ ਪ੍ਰੋਬਲਮ ਨਹੀਂ ਪ੍ਰੋਬਲਮ ਨਹੀਂ ਉੱਥੇ ਸੇਫ ਹੁੰਦਾ ਕਾਫੀ ਕੈਮਰੇ ਲੱਗੇ ਹੁੰਦੇ ਆ ਹਿਡਨ ਕੈਮਰੇ ਵੀ ਲੱਗੇ ਹੁੰਦੇ ਆ ਮੇਰੇ ਟਰੱਕ 'ਚ ਵੀ ਲੱਗਿਆ ਹੋਇਆ ਕੈਮਰਾ ਮੈਂ ਲਗਾਇਆ ਹੋਇਆ ਆਪਣੀ ਸੇਫਟੀ ਲਈ ਤੇ ਮੈਨੂੰ ਨਹੀਂ ਲੱਗਦਾ ਇੱਦਾਂ ਦਾ ਕੁਛ ਹੈਗਾ ਵੀ ਸੇਫ ਹੀ ਹੁੰਦਾ ਆਲਮੋਸਟ ਕਿਉਂਕਿ ਮੈਂ ਨਾ ਇੱਕ ਵੀਡੀਓ ਦੇਖਦਾ ਪਿਆ ਸੀ ਟਿਕਟੋਕ ਤੇ ਇੱਕ ਕੁੜੀ ਸੀਗੀ ਉਹਨੇ ਨਾ ਸੌਣ ਲੱਗੀ ਤਾਂ ਸਾਰੇ ਐ ਕਰਟਨ ਥੱਲੇ ਕਰਕੇ ਪਤਾ ਨਹੀਂ ਕਿਹੜੀ ਚੀਜ਼ਾਂ ਕੁਛ ਉਹ ਆਪਣੀ ਚਲੋ ਹੁੰਦਾ ਵੀ ਕਰਟਨਸ ਸਾਰੇ ਆਪਾਂ ਲਗਾਉਣੇ ਹੁੰਦੇ ਆ ਹਨਾ ਕਰਟਨਸ ਆਪਾਂ ਲਗਾਉਣੇ ਹੁੰਦੇ ਨੇ ਤੇ ਪ੍ਰੋਪਰ ਲੌਕ ਮੈਂ ਚੈੱਕ ਕਰਦੀ ਹਾਂ ਐਵਰੀਡੇ ਜਦੋਂ ਮੈਂ ਸੋਣਾ ਰਾਤ ਨੂੰ ਸਲੀਪ ਪਾਉਣੀ ਹੈ ਮੈਂ ਲੌਕ ਕਿਉਂਕਿ ਇਹ ਤਾਂ ਆਪਣੀ ਰਿਸਪੌਂਸਿਬਿਲਿਟੀ ਹੈ ਫਿਰ ਵੀ ਵੀ ਡੋਂਟ ਨੋ ਅਬਾਊਟ ਅਦਰ ਪਰਸਨਸ ਰਾਈਟ ਵਾਟਸ ਯੂਰ ਡੇਲੀ ਲਾਈਕ ਰੂਟੀਨ ਕੀ ਹੈ ਲਾਈਕ ਕਿੱਦਾਂ ਲਾਈਕ ਇੱਕ ਟਰੱਕਰ ਦਾ ਕਿੱਦਾਂ ਹੁੰਦਾ ਕਿ ਕਿਉਂਕਿ ਤੁਸੀਂ ਆਈ ਥਿੰਕ 5 ਦਿਨ ਬਾਹਰ ਰਹਿੰਦੇ ਹੋ ਰਾਈਟ 3 ਦਿਨ 4 ਦਿਨ ਤੁਸੀਂ ਤੈਨੂੰ ਯੂਐਸ ਨੂੰ ਚਲਾਉਂਦੇ ਹੋ ਹਾਂਜੀ ਮੈਂ ਯੂਐਸ ਕਿੰਨੇ ਦਿਨਾਂ ਦਾ ਹੁੰਦਾ ਤੁਹਾਡਾ ਮੇਰੇ ਸਮ ਟਾਈਮਸ ਲੌਂਗ ਟ੍ਰਿਪ ਹੁੰਦਾ ਕਿੰਨਾ ਕਿ ਮੈਕਸਿਮਮ 5-7 the maximum I have done is 10 days 10 days yes on road ਤੇ ਉਹ ਕਿੱਦਾਂ ਕੀ ਕੀਤਾ ਲਾਈਕ 10 ਦਿਨ ਕੀ ਕੀਤਾ ਕਿਉਂਕਿ ਆਪਣੇ ਕੰਮ ਕਾਫੀ ਸਲੋ ਹੋਏ ਤੁਹਾਨੂੰ ਵੀ ਪਤਾ ਹੋਣਾ ਟਰੱਕਿੰਗ ਦਾ ਰਾਈਟ ਨਾਓ ਕੰਮ ਬੜਾ ਸਲੋ ਚੱਲ ਰਿਹਾ ਨਾ ਲੇਓਵਰਸ ਬਹੁਤ ਪੈ ਰਹੀਆਂ ਸੀ
ਸੋ ਆਈ ਵੈਂਟ ਟੂ ਲਰੀਡੋ ਯਾਰ ਐਲ ਪਾਸੋ ਗਈ ਸੀਗੀ ਮੈਂ ਪਹਿਲਾਂ ਉੱਥੋਂ ਦੀ, ਅਤੇ ਟੈਕਸਸ ਐਲ ਪਾਸੋ ਗਈ। ਉੱਥੇ ਜਾ ਕੇ ਮੈਂ ਚਲੋ ਲੋਡ ਵਗੈਰਾ ਡਿਲੀਵਰ ਕੀਤਾ। ਫਿਰ ਮੈਨੂੰ ਕਹਿੰਦੇ ਵੀ ਲੋਡ ਹੈ ਨਹੀਂ, ਠੀਕ ਹੈ ਵੀ ਹੈਗਾ ਪਰ ਉਹ ਪਰਸੋਂ ਦਾ। ਓਬਵੀਅਸਲੀ 2 ਦਿਨ ਬੰਦਾ ਕੀ ਕਰੇ, ਫਿਰ ਪਰਸੋਂ ਇਨ ਦੀ ਸੈਂਸ ਮੈਂ ਅੱਜ ਮਾਰਨਿੰਗ ਲੋਡ ਮਤਲਬ ਡਿਲੀਵਰ ਕਰਕੇ ਫਿਰ 2 ਦਿਨ ਮੇਰੇ ਕੋਲ ਪੂਰੇ ਸੀਗੇ। ਸੋ ਫਿਰ ਕੀ ਕਰਨਾ ਆਪਾਂ, ਨੋ ਆਮ ਨਾਟ ਅ ਪਾਰਟੀ ਪਰਸਨ ਐਟ ਵਰਕ। ਅਤੇ ਮੇਰੇ ਕੋਲ ਜਿਮ ਦੀ ਮੈਂਬਰਸ਼ਿਪ ਹੈ ਉੱਥੇ ਦੀ US ਦੀ। ਫਿਰ ਆਪਾਂ ਜਿਮ ਗਏ, ਵਧੀਆ ਫੂਡ ਖਾਧਾ। ਜਿਮ ਲੱਗ ਗਈ ਸੀਗਾ ਕਿ ਕੈਬ ਕੁਬ ਕਰਨੀ ਪਈ? ਨਹੀਂ, ਮੈਨੂੰ ਕੈਬ ਨਹੀਂ ਕਰਨੀ ਪਈ। ਮੈਂ ਥੋੜ੍ਹੀ ਜਿਹੀ ਟ੍ਰਿਕੀ ਹੋ ਜਾਂਦੀ ਹਾਂ ਇਸ ਜਿਮ ਦੇ ਮਾਮਲੇ 'ਚ ਨਾ। ਅਤੇ ਮੈਂ ਵਾਲਮਾਰਟ ਸੀਗਾ ਲਾਗੇ, ਵਾਲਮਾਰਟ ਥੋੜ੍ਹੀ ਜਿਹੀ ਪੈਦਲ ਸੀਗਾ, ਲਾਈਕ ਮੈਂ ਵਾਕ ਕਰਕੇ ਚਲੇ ਗਈ ਉੱਥੇ। ਅਤੇ ਕਾਇੰਡ ਆਫ 500 ਕਹਿ ਲਓ ਤੁਸੀਂ, ਹਾਫ ਮਾਈਲ ਸੀਗਾ ਉਹ। ਅਤੇ ਮੈਂ ਕੀ ਕੀਤਾ, ਵਾਲਮਾਰਟ 'ਚ ਪਾਰਕਿੰਗ 'ਚ ਟਰੱਕ ਪਾਰਕ ਕੀਤਾ। ਦੈਨ ਆਈ ਵੈਂਟ ਟੂ ਜਿਮ ਐਂਡ ਉਸ ਤੋਂ ਬਾਅਦ ਫੂਡ ਖਾਧਾ। ਦੈਨ ਫਿਰ ਟਰੱਕ 'ਚ ਆ ਕੇ ਸੋ ਗਏ, ਹੈ ਨਾ। ਪਰ ਕਿਉਂਕਿ ਵਾਲਮਾਰਟ ਇੱਕ ਇਹ ਹੈ ਕਿ ਸੈਂਟਰ ਹੁੰਦਾ, ਸਾਰੇ ਕਾਫੀ ਨਾਲ ਰੈਸਟੋਰੈਂਟਸ ਹੁੰਦੇ ਹੈ, ਕਾਫੀ ਕੁਛ ਖਾਣ ਪੀਣ ਲਈ, ਤੁਸੀਂ ਵਾਸ਼ਰੂਮ ਵੀ ਯੂਜ਼ ਕਰ ਸਕਦੇ ਹੋ ਈਜ਼ੀਲੀ, ਹੈ ਨਾ, ਨੇੜੇ ਤੇੜੇ ਇੱਦਾਂ ਸੀਗਾ। ਫਿਰ ਬਸ ਜਦੋਂ ਫਿਰ ਲੋਡ ਚੱਕਿਆ ਆ ਕੇ 10 ਦਿਨ ਲੱਗ ਗਏ ਸੀ ਮੈਨੂੰ ਵਾਪਸੀ ਆਉਂਦੇ ਹੋਏ ਇੱਥੇ ਆਲਮੋਸਟ, ਕਿਉਂਕਿ ਵੀਕਐਂਡ ਆ ਗਿਆ ਸੀ ਵਿੱਚ 36 ਆਵਰ। ਫਿਰ ਮੈਂ ਉਹ ਵੀ ਪਾਏ ਆਫ ਡਿਊਟੀ, ਚਲੋ ਉਹਦੀ 2 ਦਿਨ ਪਾ ਲਏ ਸੀ, ਪਰ ਸਟਿਲ ਲੋਡ ਚੱਕਦੇ 10 ਦਿਨ ਨੂੰ ਮੇਰਾ ਉਹ ਮੈਕਸੀਮਮ ਸੀਗਾ। ਸੋ ਇੱਕ ਹੁੰਦਾ ਨਾ, ਜਿਵੇਂ ਆਪਾਂ ਮੰਨ ਲਓ ਬਾਹਰ ਗਏ ਆ ਨਾ ਟ੍ਰਿਪ 'ਤੇ, ਮੁੰਡਿਆਂ ਨੂੰ ਆ ਪ੍ਰੋਬਲਮ ਨਹੀਂ ਆਉਂਦੀ ਵੀ ਲਾਈਕ ਰੈਸਟ ਰੂਮ ਵਗੈਰਾ ਹੈ ਨਾ ਯੂਜ਼ ਕਰਨਾ। ਮੈਂ ਦੇਖਿਆ ਹੁਣ ਆਪਣੇ ਦੋਸਤ ਵੀ ਨੇ, ਕੋਈ ਪ੍ਰੈਸ਼ਰ ਪਿਆ ਬਾਹਰ ਨਿਕਲ ਕੇ ਕਰ ਲਿਆ, ਹੈ ਨਾ, ਜਾਂ ਜੋ ਵੀ। ਕਈਆਂ ਨੇ ਚਲੋ ਬੋਤਲਾਂ ਵੀ ਰੱਖੀਆਂ ਹੁੰਦੀਆਂ, ਕਈਆਂ ਨੇ ਰੱਖਦੇ ਆ ਮੁੰਡੇ, ਇਟਸ ਟਰੂ, ਹੈ ਨਾ, ਰੱਖਦੇ ਆ ਮੁੰਡੇ। ਕੁੜੀਆਂ ਲਈ ਕਿੰਨਾ ਹਾਰਡ ਆ? ਸਭ ਤੋਂ ਹਾਰਡ ਹੈ ਇਹ, ਹੈ ਨਾ, ਸੀਰੀਅਸਲੀ ਮੈਂ ਤੁਹਾਨੂੰ ਕਹਿ ਰਹੀ ਹਾਂ। ਆਮ ਗਲੈਡ ਕਿ ਮੇਰੇ ਕੋਲ ਪੇਪਰ ਲੌਗ ਬੁੱਕ ਹੈ ਨਾ, ਪਰ ਜਿਹੜੇ ਈ-ਲੌਗ 'ਤੇ ਚੱਲਦੇ ਆ, ਇਟਸ ਹਾਰਡ ਫॉर ਗਰਲਸ, ਹਾਰਡ ਟੂ ਮੈਨੇਜ। ਕਿੰਨੇ ਕੁ ਸਟਾਪ ਲੱਭ ਜਾਂਦੇ, ਕਿੰਨੇ ਚਿਰ ਬਾਅਦ ਹੁੰਦਾ? ਦੇਖੋ US ਦੇ ਵਿੱਚ ਬਹੁਤ ਸਟਾਪ ਹੈ, ਐਵਰੀ 80 ਮਾਈਲਸ 'ਤੇ ਕੋਈ ਨਾ ਕੋਈ ਸਟਾਪ ਆ ਜਾਂਦਾ। ਰੈਸਟ ਏਰੀਆ ਆ ਜਾਂਦਾ, ਪਾਇਲਟ ਆ ਜਾਂਦਾ, ਫਲਾਈਂਗ ਜੇ ਲਾਈਕ ਲਵਸ, ਬਹੁਤ ਗੈਸ ਸਟੇਸ਼ਨਸ ਆ ਉੱਥੇ। ਪਰ ਆਪਣੇ ਓਨਟਾਰੀਓ ਦੇ ਵਿੱਚ ਕਿਤੇ ਹੈਗੇ ਆ ਵੀ ਜਿੱਥੇ ਹੈ ਨਹੀਂ ਸਟਾਪ। ਉਹ ਤਾਂ ਲਾਈਕ 80 ਕਿਲੋਮੀਟਰ, ਉਹ ਬਹੁਤ ਹਾਰਡ ਹੋ ਜਾਂਦਾ ਕਿ ਜਿਹੜਾ ਸਟਾਪਸ ਨਹੀਂ ਆਉਂਦੇ। ਫਿਰ ਜਦੋਂ ਮਤਲਬ ਇਟਸ ਹਾਰਡ ਟੂ ਕੰਟਰੋਲ, ਰਾਈਟ। ਵਾਸ਼ਰੂਮ ਤਾਂ ਬੰਦੇ ਨੇ ਜਾਣਾ ਹੀ ਹੈ, ਸਪੈਸ਼ਲੀ ਜਦੋਂ ਕੋਵਿਡ ਟਾਈਮ ਆਇਆ ਸੀਗਾ, ਬੰਦਿਆਂ ਨੇ ਆਪਣਿਆਂ ਨੇ ਓਨਟਾਰੀਓ ਦੇ ਵਿੱਚ ਵਾਸ਼ਰੂਮ ਹੀ ਬੰਦ ਕਰਤੇ ਸੀ। ਵਾਈ US 'ਚ ਵੀ ਇੱਦਾਂ ਹੋਇਆ ਸੀ? ਉਸ ਟਾਈਮ ਮੈਂ US ਨਹੀਂ ਸੀ ਜਾਂਦੀ, ਉਸ ਟਾਈਮ ਮੈਂ ਲੋਕਲ ਸਿਟੀ ਕੰਮ ਕਰਦੀ ਸੀ ਨਾ। ਪਰ ਉਦੋਂ ਬੰਦਾ ਕਿੱਥੇ ਜਾਵੇ, ਉਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਅਸੀਂ ਕਿੱਥੇ ਜਾਣਾ ਵਾਸ਼ਰੂਮ। ਉੱਦਾਂ ਤੁਸੀਂ ਕਹਿੰਦੇ ਹੋ ਵੀ ਟਰੱਕਰ ਜਿਹੜੇ ਹੈਗੇ ਐਸੈਂਸ਼ੀਅਲ ਡਰਾਈਵਰਸ ਆ, ਐਸੈਂਸ਼ੀਅਲ ਵਰਕਰਸ ਆ, ਅਤੇ ਵਾਸ਼ਰੂਮ ਕਿੱਥੇ ਜਾਣਾ ਉਹਨਾਂ ਨੇ? ਉਹ ਤਾਂ ਦੈਟਸ ਅ ਮੇਨ ਫੁੱਲ ਸਟਾਪ, ਹੈ ਨਾ। ਵੀ ਸਾਰੇ ਓਨਟਾਰੀਓ ਵਿੱਚ ਬਹੁਤ ਘੱਟ ਨੇ। ਇਹ ਤਾਂ ਗੌਰਮੈਂਟ ਨੂੰ ਹੀ ਕੁਛ ਕਰਨਾ ਚਾਹੀਦਾ ਇੱਦਾਂ ਦਾ ਕੋਈ, ਹੈ ਨਾ, ਵੀ ਇਹਨਾਂ ਨੂੰ। ਮੈਨੂੰ ਨਾ ਕਈ ਵਾਰ ਬੜਾ ਇੰਸਿਸਟ ਕਰਨਾ ਪੈਂਦਾ ਸੀ, ਕਈ ਤਾਂ ਮੰਨ ਜਾਂਦੇ ਸੀ, ਰਾਈਟ। ਆਪਣੇ ਇੰਡੀਅਨ ਜਦੋਂ ਹੁੰਦੇ ਅੱਗੇ ਉਹਨਾਂ ਨੂੰ ਵੀ ਮੈਂ ਕੁੜੀ ਟਰੱਕ ਡਰਾਈਵਰ ਹਾਂ ਇੱਥੇ, ਸਪੈਸ਼ਲੀ ਜਦੋਂ ਮੈਂ ਲੋਕਲ ਸਿਟੀ ਦੇ ਵਿੱਚ ਸੀਗੀ, ਫਿਰ ਉਹ ਮੰਨ ਜਾਂਦੇ ਸੀ ਵੀ ਚੱਲ ਤੁਸੀਂ ਯੂਜ਼ ਕਰ ਲਓ ਵਾਸ਼ਰੂਮ, ਪਰ ਕਈ ਨਹੀਂ ਸੀ ਮੰਨਦੇ। ਫਿਰ ਕਿਤੇ ਨਾ ਕਿਤੇ ਸਟਾਪ ਟਿਮ ਹੋਟਲ 'ਤੇ ਜਾਣਾ, ਕਿਤੇ ਜਾਣਾ, ਮਤਲਬ ਇਟਸ ਰੀਅਲੀ ਹਾਰਡ। ਸੋ ਇੰਨਾ ਕੁਛ ਹੈ ਨਾ, ਲਾਈਕ ਹੈਗਾ ਜੋ ਵੀ ਆ, ਹੈ ਨਾ, ਵੀ ਸਾਰਾ ਇੰਨਾ ਹਾਰਡ ਸਟਰਗਲ ਆ ਜੋ ਵੀ ਆ, ਬਟ ਇਜ਼ ਇਟ ਵਰਥ, ਲਾਈਕ ਇਜ਼ ਇਟ ਪੇਇੰਗ ਯੂ ਵੈਲ? ਇੱਦਾਂ ਸਾਰੀ ਚੀਜ਼ਾਂ ਹੈਗੀਆਂ ਨੇ। ਦੇਖੋ ਟਰੱਕਿੰਗ ਦੇ ਵਿੱਚ ਸੈਲਰੀ ਆਲਵੇਜ਼ ਗੁੱਡ ਸੀ, ਠੀਕ ਹੈ, ਪਰ ਰਾਈਟ ਨਾਓ ਜੋ ਸਿਚੁਏਸ਼ਨ ਬਣ ਗਈ ਹੋਈ ਹੈ, ਬਹੁਤ ਰੂਲਸ ਪਾਸ ਹੋ ਗਏ। ਪੇਰੋਲ 'ਤੇ ਕਰ ਰਹੇ ਨੇ, ਹੈ ਨਾ, ਆਪਣੇ CRA ਨੇ ਕਹਿਤਾ ਹੋਇਆ ਵੀ ਡਰਾਈਵਰ ਸਾਰੇ ਪੇਰੋਲ 'ਤੇ ਹੋਣੇ ਚਾਹੀਦੇ। ਹਾਊ ਦਿਸ ਗੋਨਾ ਵਰਥ? ਦੇ ਡੋਂਟ ਨੋ ਅਬਾਊਟ ਇਟ, ਠੀਕ ਹੈ। ਕਿੱਦਾਂ ਵਰਥ ਕਰਨੀ ਹੈ ਸਾਨੂੰ ਵੀ ਨਹੀਂ ਪਤਾ, ਕਿਉਂਕਿ ਜਿਹੜੇ ਟਰੱਕਾਂ ਵਾਲੇ ਦੇ ਖਰਚੇ ਨਾ ਬਹੁਤ ਖੁੱਲ੍ਹੇ ਹੁੰਦੇ ਨੇ ਸ਼ੁਰੂ ਤੋਂ ਹੀ, ਠੀਕ ਹੈ। ਓਬਵੀਅਸਲੀ ਜਿੰਨਾ ਆਪਾਂ ਕਮਾਉਂਦੇ ਹਾਂ ਆਪਣੇ ਖਰਚੇ ਉਸ ਹਿਸਾਬ ਨਾਲ ਹੁੰਦੇ ਆ। ਜੇ ਹੁਣ ਆਪਾਂ ਟਰੱਕ ਚਲਾਉਂਦੇ ਹਾਂ, ਉਹਦੇ ਇਫ ਹੀ ਇਜ਼ ਗੈਟਿੰਗ 5000 ਅ ਮੰਥ, ਠੀਕ ਹੈ, ਉਹਦੇ ਖਰਚੇ ਉੱਦਾਂ ਖੁੱਲ੍ਹੇ ਹੋ ਜਾਣੇ ਨੇ, ਠੀਕ ਹੈ। ਜੇ ਹੁਣ ਉਹ ਕਹਿ ਦੇਣਗੇ ਵੀ ਅਸੀਂ ਪੇਰੋਲ 'ਤੇ ਆ ਜਾਓ, ਫਿਰ ਜੇ 2000 ਟੈਕਸ 'ਚ ਚਲੇ ਗਿਆ, 3000 ਤੋਂ ਉਹ ਕਿੱਦਾਂ ਖਰਚਾ ਚਲਾਉਣਗੇ ਜਿਹੜਾ 5000 'ਚ ਹੋ ਰਿਹਾ ਸੀ? ਦੈਟਸ ਅ ਮੇਨ ਕੁਐਸਚਨ। ਕਿੱਦਾਂ ਕਰਨਗੇ ਉਹ ਮੈਨੇਜ? ਪਰ ਟੈਕਸ ਤਾਂ ਤੁਹਾਨੂੰ ਇਹਦੇ 'ਤੇ ਵੀ ਪੈਣਾ ਹੀ ਆ। ਅਸੀਂ ਦਿੰਦੇ ਹਾਂ ਟੈਕਸ ਇਹਦੇ 'ਤੇ, ਰਾਈਟ। ਅਸੀਂ ਐਂਡ ਆਫ ਦ ਈਅਰ ਦਿੰਦੇ ਹਾਂ, ਮੈਂ ਵੀ ਦਿੰਦੀ ਹਾਂ ਕਾਫੀ ਟੈਕਸ। ਪਰ ਤੁਸੀਂ ਇਹ ਵੀ ਦੇਖੋ ਨਾ, ਪਰ ਹੌਲੀ ਹੌਲੀ ਜਿੱਦਾਂ ਸੈਲਰੀ ਘਟਦੀ ਜਾ ਰਹੀ ਹੈ, ਜਿੰਨਾ ਅਸੀਂ ਕੰਮ ਕਰਦੇ ਸਾਨੂੰ ਉਨੀ ਵਰਥ ਸੈਲਰੀ ਦੀ ਨਹੀਂ ਹੁੰਦੀ। ਨਹੀਂ, ਮੈਂ ਸੁਣਿਆ ਕਿ ਤੁਹਾਨੂੰ ਲਾਈਕ ਆਈ ਥਿੰਕ ਪਰ ਮਾਈਲਸ ਦੇ ਹਿਸਾਬ ਨਾਲ ਪੇ ਹੁੰਦਾ ਹੈ ਜਾਂ ਕੁਛ? ਹਾਂਜੀ, ਜਿਹੜੇ ਡਰਾਈਵਰਸ ਹੈਗੇ ਆ ਉਹਨਾਂ ਨੂੰ ਪਰ ਮਾਈਲ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ ਨਾ। ਉਹ ਕਿੰਨਾ ਐਵਰੇਜ ਹੁੰਦਾ? 60 ਸੈਂਟ ਦਿੱਤੇ ਜਾਂਦੇ ਆ। 60 ਡਰਾਈਵਰ ਨੂੰ ਕਿ ਓਨਰ ਆਪਰੇਟਰ ਨੂੰ? ਓਨਰ ਆਪਰੇਟਰ ਨੂੰ ਅਲੱਗ-ਅਲੱਗ ਹਿਸਾਬ ਹੁੰਦਾ, ਲਾਈਕ ਆਈ ਐਮ ਓਨਰ ਆਪਰੇਟਰ, ਹੈ ਨਾ, ਅਤੇ ਮੇਰਾ ਇੱਦਾਂ ਹੈ ਕਿ ਤੁਹਾਨੂੰ ਕਈ ਪਰਸੈਂਟੇਜ ਦੇ ਹਿਸਾਬ ਨਾਲ ਦਿੰਦੇ ਆ ਵੀ 30। ਕੀ ਡਿਫਰੈਂਸ ਹੈ ਡਰਾਈਵਰ 'ਚ ਓਨਰ ਆਪਰੇਟਰ 'ਚ? ਓਨਰ ਆਪਰੇਟਰ ਇਜ਼ ਲਾਈਕ ਆਈ ਓਨ ਮਾਈ ਟਰੱਕ, ਠੀਕ ਹੈ, ਅਤੇ ਮੈਂ ਸਾਰੇ ਖਰਚੇ ਮੇਰੇ ਆਪਣੇ ਪੇ ਕਰਨੇ ਨੇ। ਮੈਂ ਜਸਟ ਆਮ ਗੋਨਾ ਪੇਡ ਬਾਏ ਲੋਡ, ਓਕੇ, ਡਿਪੈਂਡ ਕਰਦਾ ਪਰਸੈਂਟੇਜ 'ਤੇ। ਉਹ ਤੁਹਾਡਾ ਆਪਣਾ ਟਰੱਕ ਹੈ? ਹਾਂਜੀ। ਉਹ ਕੀ ਪ੍ਰੋਸੈਸ ਸੀ, ਕਿੱਦਾਂ ਲਿਆ?
that was a big story. हम वही सीक्रेट्स खोलने आए हैं कितना लाइक आफ्टर स्कूल लाइक 3.5 मैं ਸਾਲ ਪਹਿਲਾਂ ਹੋ ਗਏ 2.5 ਸਾਲ ਚਲਾਇਆ ਸਿਟੀ ਚ ਟਰੱਕ, ਹੈ ਨਾ। ਓਕੇ, ਆਪਣਾ ਸੀ ਜਾਂ ਨਹੀਂ? ਨਹੀਂ, ਉਦੋਂ ਮੈਂ ਐਜ਼ ਅ ਡਰਾਈਵਰ ਚਲਾਇਆ ਓਕੇ, ਤੇ ਕਾਫੀ ਵਧੀਆ ਐਕਸਪੀਰੀਅੰਸ ਸੀਗਾ ਉਹ। ਉਦੋਂ ਤੁਹਾਨੂੰ ਕੀ ਪੇ ਕਰਦੇ ਸੀਗੇ ਐਵਰੇਜ? ਮੈਨੂੰ ਵਧੀਆ ਪੇ ਕਰਦੇ ਸੀ ਬਿਕੋਜ਼ ਮੈਨੂੰ ਮੈਨੂਅਲ ਟਰੱਕ ਆਉਂਦਾ ਚਲਾਉਣਾ। ਓਕੇ, ਮੇਰੇ 'ਚ ਇਹ ਗੁੱਡ ਪੁਆਇੰਟ ਸੀਗਾ ਕਿ ਮੈਂ ਸਿੱਖਿਆ ਹੀ ਮੈਨੂਅਲ ਸੀ। ਅੱਛਾ ਅੱਛਾ, ਠੀਕ ਹੈ। ਸੋ ਅੱਜ ਕੱਲ੍ਹ ਇਹ ਵੀ ਹੋ ਗਿਆ ਹੋਇਆ, ਤੁਸੀਂ ਪੁੱਛਿਆ ਸੀ ਵੀ ਲਾਇਸੈਂਸ ਲੈਣ ਲੱਗੇ, ਅੱਜ ਕੱਲ੍ਹ ਤੁਹਾਡੇ ਲਾਇਸੈਂਸ ਦੇ ਉੱਪਰ ਪਹਿਲਾਂ ਹੀ ਮਾਰਕ ਕਰ ਦਿੰਦੇ ਆ ਵੀ ਤੁਸੀਂ ਮੈਨੂਅਲ ਲਿਆ ਕਿ ਆਟੋ ਲਿਆ। ਓਕੇ ਓਕੇ। ਸੋ ਜਿਨ੍ਹਾਂ ਨੇ ਲਾਇਸੈਂਸ ਵੀ ਲੈਣਾ ਆਪਣਾ ਉਸ ਹਿਸਾਬ ਨਾਲ ਲੈਣ। ਜ਼ਿਆਦਾ ਈਜ਼ੀ ਕਿਹੜਾ? ਆਬਵੀਅਸਲੀ ਆਟੋ ਇਜ਼ ਈਜ਼ੀ, ਰਾਈਟ, ਆਟੋ ਇਜ਼ ਈਜ਼ੀ, ਬਟ ਮੈਨੂਅਲ ਦੇ ਵਿੱਚ ਆਪਸ਼ਨਸ ਤੁਹਾਡੇ ਕੋਲ ਬਹੁਤ ਜ਼ਿਆਦਾ ਹੋ ਜਾਂਦੀਆਂ। ਬਟ ਪੇ ਡਿਫਰੈਂਸ ਕਰਦੀ ਹੈ ਕਿ ਜਿੱਦਾਂ ਕਰਦੇ ਲਾਈਕ ਮੈਨੂੰ ਕੀਤੀ ਸੀ ਮੈਨੂਅਲ 'ਚ ਜ਼ਿਆਦਾ ਪੇ ਕਰਨਗੇ, ਚਾਹੇ ਡਾਲਰ ਵੱਧ ਹੋਵੇ, ਬਟ ਇਨ ਐਂਡ ਆਫ ਦਾ ਮੰਥ ਫਿਰ ਉਹ ਵੇਰੀ ਤਾਂ ਕਰਦੀ ਹੈ। ਹੁਣ ਜਿਵੇਂ ਆਪਣੇ ਦੇਖਣਗੇ ਕਿ ਕੁੜੀਆਂ ਵੀ ਹਨਾ ਪੋਡਕਾਸਟ, ਤੇ ਕਿੰਨਾ ਕੁ ਲਾਈਕ ਇੱਕ ਐਵਰੇਜ ਕੁੜੀ ਬਣਾ ਲੈਂਦੀ ਆ ਇਨ ਟਰੱਕਿੰਗ ਜਦੋਂ ਤੁਸੀਂ ਸਟਾਰਟ ਕੀਤਾ ਤੇ ਨਾਓ ਕੀ ਡਿਫਰੈਂਸ? ਦੇਖੋ ਐਵਰੇਜ ਜਿਹੜੀ ਹੈਗੀ 5000 ਅ ਮੰਥ ਆ। ਓਕੇ, ਐਵਰੇਜ ਕਹਿ ਰਹੀ ਹਾਂ ਮੈਂ 20 ਲਾਈਕ ਕਿੰਨੇ ਹੋਲ ਈਅਰ ਦਾ ਕਹਿ ਰਹੀ ਹਾਂ ਮੈਂ। ਆਵਰਸ ਇਟ ਡਿਪੈਂਡਸ, ਜਿੱਦਾਂ ਹੁਣ ਆਪਾਂ ਯੂਐਸ ਨੂੰ ਚਲਾਉਂਦੇ ਹਾਂ ਰਾਈਟ, ਤੇ ਉਹਦੇ ਵਿੱਚ ਆਪਾਂ ਮੈਨੂੰ ਤਾਂ 11 ਆਵਰ ਦੀ ਡਰਾਈਵ ਕਰ ਸਕਦੇ 5 ਘੰਟੇ 5 ਦਿਨ ਬਾਹਰ ਹੀ ਆ ਬੇਸਿਕਲੀ। ਓਕੇ, ਬਾਹਰ ਵੀ ਛੋਟੇ ਟ੍ਰਿਪਸ ਵੀ ਹੁੰਦੇ ਕਈ ਵਾਰ, ਜਿੱਦਾਂ ਓਹਾਇਓ ਦਾ ਟ੍ਰਿਪ ਹੋ ਗਿਆ, ਮੇਰੇ ਕਈ ਵਾਰ 1 ਡੇ ਟ੍ਰਿਪ ਹੁੰਦੇ, ਜਿੱਦਾਂ ਮੈਂ ਅੱਜ ਗਈ ਹਾਂ ਤੇ ਕੱਲ ਰਾਤ ਨੂੰ ਵਾਪਸ, ਹਾਂ, ਲੇਟ ਨਾਈਟ ਵਾਪਸ। ਠੀਕ ਹੈ, ਲੋਡ ਡਿਲੀਵਰ ਕਰਕੇ ਜੇ ਨੇੜੇ ਹੈ। ਇਟ ਡਿਪੈਂਡਸ ਔਨ ਦਾ ਲੋਡ ਟੂ ਲੋਡ, ਕਿੱਥੇ ਨੇੜੇ ਹੈ ਦੂਰ ਹੈ ਡਿਪੈਂਡ ਕਰਦਾ ਹੈ ਨਾ। ਇੱਦਾਂ ਕੁਛ ਨਹੀਂ ਹੈਗਾ। ਕਈ ਵਾਰ ਕਈ ਕੰਪਨੀਜ਼ ਕੋਲ ਨੇੜੇ ਦੇ ਲੋਡ ਹੁੰਦੇ ਆ, ਕੁੜੀਆਂ ਨੂੰ ਦੇਖ ਕੇ ਕਈ ਵਾਰ ਕਈ ਬੰਦੇ ਬਹੁਤ ਚੰਗੇ ਹੁੰਦੇ ਆ, ਨਾਈਸ ਪਰਸਨਸ ਵੀ ਹੁੰਦੇ ਆ। ਡਿਸਪੈਚਰਾਂ ਬਾਰੇ ਵੀ ਮੈਂ ਬਹੁਤ ਗਲਤ ਸੁਣੀਆਂ ਗੱਲਾਂ, ਸਹੀ ਆ? ਬਿਲਕੁਲ ਸਹੀ ਨੇ, ਕਰਦੇ ਆ ਬਹੁਤ। ਹਾਏ ਹਾਏ ਬਹੁਤ ਜ਼ਿਆਦਾ। ਅੱਛਾ, ਮੇਰੇ ਲਈ ਬੜਾ ਫੀਲ, ਕੁੰਡੀਆਂ ਕੰਡੀਆਂ ਬਹੁਤ ਲਾਉਂਦੇ ਆ ਨਾ ਵਿੱਚ ਵੀ। ਨਹੀਂ ਉਹ ਕੁੰਡੀਆਂ ਦਾ ਮੈਨੂੰ ਨਹੀਂ ਪਤਾ, ਚਲੋ ਮੈਂ ਐਵੇਂ ਨਹੀਂ ਬੋਲੂੰਗੀ ਇੱਥੇ, ਯਾ ਇਟਸ ਅ ਬਿਗ ਪਲੇਟਫਾਰਮ ਹੈ ਨਾ, ਮੈਂ ਐਵੇਂ ਕਿਸ ਨੂੰ ਨੋਟਿਸ ਕਰਾਵਾਂ। ਪਰ ਜਿੱਦਾਂ ਸਾਨੂੰ ਥੋੜਾ ਲੋਡ ਕਦੋਂ ਲੈਣਾ, ਸਵੇਰੇ ਹੀ ਮੈਨੂੰ 7 ਵਜੇ ਫੋਨ, ਮੈਂ ਬਹੁਤ ਕਈ ਵਾਰ ਸਮਟਾਈਮਸ ਬੰਦਾ ਸੁੱਤਾ ਹੁੰਦਾ ਲੇਟ ਨੂੰ, ਰਾਤ ਨੂੰ ਲੇਟ ਸੁੱਤਾ ਹੈ ਤੇ ਸਵੇਰੇ ਫੋਨ ਆ ਜਾਵੇ। ਪਰ ਮੈਂ ਫਿਰ ਆਪਣੇ ਡਿਸਪੈਚਰ ਨੂੰ ਸਮਝਾਇਆ, ਮੈਂ ਕਿਹਾ ਵੀ ਮੇਰੀ ਗੱਲ ਸੁਣ, ਮੈਨੂੰ ਫੋਨ ਨਹੀਂ ਕਰਨਾ ਸਵੇਰੇ, ਜਸਟ ਟੈਕਸਟ ਮੀ, ਇਫ ਆਈ'll reply then I'm available, if I'm not then I'm busy somewhere, right? ਓਕੇ, ਕਮਿੰਗ ਬੈਕ ਟੂ ਯਰ ਓਨਰ, ਕਿੱਦਾਂ ਓਨਰ ਬਣੇ ਤੁਸੀਂ ਟਰੱਕ ਦੇ? ਓਨਰ ਫੇਟਰ, ਰਾਈਟ। ਤੇ ਇੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਟਰੱਕ ਚਲਾਇਆ ਨਾ, ਚਲੋ ਜਦੋਂ 2-2.5 ਸਾਲ ਮੈਂ ਡਰਾਈਵਰੀ ਕੀਤੀ, ਵਧੀਆ ਐਕਸਪੀਰੀਅੰਸ ਸੀਗਾ ਮੇਰਾ ਡਰਾਈਵਰੀ 'ਚ। ਜਿਹਦੇ ਨਾਲ ਮੈਂ ਕੰਮ ਕਰਦੀ ਸੀ ਉਹ ਵੀ ਬਹੁਤ ਵਧੀਆ ਨਾਈਸ ਪਰਸਨ ਸੀਗੇ, ਆਲੇ ਦੁਆਲੇ ਵੀ ਜਿੰਨੇ ਵੀ ਮੇਰੇ ਕੋ ਡਰਾਈਵਰ ਸਾਰੇ ਵਧੀਆ ਸੀਗੇ। ਐਵੇਂ ਮੈਨੂੰ ਉਹਨਾਂ ਨੇ ਜਤਾਇਆ ਨਹੀਂ ਵੀ ਤੂੰ ਕੁੜੀ ਆ, ਹੈ ਨਾ। ਪਹਿਲਾਂ 1-2 ਵਾਰ ਮੈਨੂੰ ਆਈ ਨੋ ਓਬਵੀਅਸਲੀ ਡੋਮੀਨੈਂਟ ਤਾਂ ਹੁੰਦਾ ਹੀ ਹੈ ਬੰਦਾ ਵੀ ਕੁੜੀ ਟਰੱਕ ਚਲਾ ਰਹੀ ਹੈ ਨਾ, ਤੇ ਪਰ ਬਾਅਦ ਵਿੱਚ ਜਦੋਂ ਹੌਲੀ ਹੌਲੀ ਮੈਂ ਯੂਜ਼ ਟੂ ਹੋ ਗਈ, ਐਵਰੀ ਡੇ ਜਾਣਾ, ਮਤਲਬ ਕੰਮ ਤੇ ਜਾਂਦੀ ਸੀ, ਉਹਨਾਂ ਲਈ ਵੀ ਹੋਇਆ ਵੀ ਕੁੜੀ ਆਉਂਦੀ ਹੋਏ ਕੰਮ ਤੇ, ਹੈ ਨਾ। ਫਿਰ ਮੈਨੂੰ ਵਧੀਆ ਲੱਗਣ ਲੱਗ ਗਿਆ ਸਾਰਾ ਕੁਛ। ਤੇ ਟਰੱਕ ਮੈਂ ਆਪਣੇ ਜਿਹੜੇ ਮੇਰੇ ਨਾਲ ਕੋਲੀਗ ਸੀਗੇ ਉਹਨਾਂ ਨੂੰ ਪੁੱਛਿਆ ਵੀ ਕੀ ਪ੍ਰੋਸੀਜਰ ਹੈ ਓਨਰ ਆਪਰੇਟਰ ਦਾ ਟਰੱਕ ਲੈਣ ਦਾ, ਵੀ ਆਈ ਨੋ ਪਰ ਖਰਚੇ ਹੁੰਦੇ ਆ ਵੱਧ, ਪਰ ਓਨਰ ਆਪਰੇਟਰ ਵਿੱਚ ਇੱਦਾਂ ਹੋ ਜਾਂਦਾ, ਦੇਖੋ ਤੁਹਾਡੀ ਰਿਸਪੋਂਸੀਬਿਲਿਟੀ ਬਹੁਤ ਵੱਧ ਜਾਂਦੀ ਹੈ। ਠੀਕ ਹੈ, ਪਰ ਇਨੀਸ਼ੀਅਲੀ ਪਰ ਮੈਂ ਐਜ਼ ਅ ਡਰਾਈਵਰ ਕੰਮ ਕੀਤਾ ਸੀ। ਐਜ਼ ਅ ਡਰਾਈਵਰ ਜਿਹੜਾ ਤੁਸੀਂ ਸਿੱਖਦੇ ਹੋ ਨਾ, ਮੈਂ ਐਵਰੀ ਡੇ ਨੋਟਿਸ ਕਰਦੀ ਸੀ ਕਿ ਮੇਰਾ ਕਿੰਨਾ ਤੇਲ ਲੱਗਿਆ, ਚਾਹੇ ਮੈਂ ਡਰਾਈਵਰ ਸੀ ਪਰ ਮੈਂ ਐਜ਼ ਅ ਓਨਰ ਆਪਰੇਟਰ ਫੀਲ ਕਰਦੀ ਸੀ ਆਪਣੇ ਆਪ ਨੂੰ ਕਿ ਮੈਂ ਕੱਲ੍ਹ ਨੂੰ ਜੇ ਮੈਂ ਟਰੱਕ ਲੈਂਦੀ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਇਸ ਚੀਜ਼ ਤੋਂ, ਹੈ ਨਾ। ਮੈਂ ਕਿੰਨਾ ਮੇਰਾ ਤੇਲ ਲੱਗਿਆ, ਕਿੰਨੇ ਮੇਰੇ ਖਰਚੇ ਹੋ ਰਹੇ ਤੇ ਮੈਨੂੰ ਕਿੰਨਾ ਬਚ ਰਿਹਾ ਜੇ ਮੈਂ ਓਨਰ ਆਪਰੇਟਰ ਹੋਵਾਂ, ਉਹ ਮੈਂ ਐਵਰੀ ਡੇ ਨੋਟਿਸ ਕਰਦੀ ਸੀ, ਚਾਹੇ ਵੀਕ ਦਾ ਨੋਟਿਸ ਕਰਦੀ ਸੀ ਪਰ ਕਰਦੀ ਸੀ। ਬੌਸ ਲੇਡੀ ਤਾਂ ਪਹਿਲੇ ਹੀ ਸੀਗੀ ਹੈ। ਨਹੀਂ ਏਦਾਂ ਹੀ ਆ ਨਾ, ਤਦੇ ਸਾਰਾ ਸਿਸਟਮ ਸਾਰਾ ਪਹਿਲਾਂ ਦਿਮਾਗ 'ਚ ਬਿਠਾ ਲਿਆ ਹੋਣਾ ਬਹੁਤ ਜ਼ਰੂਰੀ ਹੈ ਨਾ। ਤਾਂ ਕੀ ਪ੍ਰੋਸੈਸ ਸੀਗਾ ਟਰੱਕ ਲੈਣ ਦਾ, ਲਾਈਕ ਕਿੱਦਾਂ ਲਿਆ ਜਿਨ੍ਹਾਂ ਨੇ ਵੀ ਲੈਣਾ ਹੈ? ਜਾਂ ਤੈਨੂੰ ਕੋਲ ਹੈਵੀ ਪੀਟਰਬਿਲਟ ਹੈ ਨਾ? ਯਾ ਆਈ ਹੈਵ ਪੀਟਰਬਿਲਟ ਲੌਂਗ ਨੋਜ਼, ਜੋ ਕਿ ਮੈਨੂੰ ਨਹੀਂ ਲੱਗਦਾ ਕੋਈ ਕੁੜੀ ਚਲਾਉਂਦੀ ਆ ਆਪਣੇ। ਇਟਸ ਅ ਬਿਗ, ਰਾਈਟ, ਯਾ ਇਟਸ ਅ ਬਿਗ, ਇਟਸ ਅ ਬਿਗ ਰਿਗ ਟਰੱਕ। ਕਿੰਨੀ ਕੰਪਨੀਆਂ ਨੇ ਟਰੱਕਸ ਦੀਆਂ? ਲਾਈਕ ਮੋਸਟਲੀ ਲਾਈਕ ਬਹੁਤ ਕੰਪਨੀਜ਼ ਹੈ, ਪੀਟਰਬਿਲਟ, ਫ੍ਰੇਟਲਾਈਨਰ, ਵੋਲਵੋ। ਠੀਕ ਹੈ, ਪਰ ਰეკਮੈਂਡ ਕਿਹੜਾ ਕਰੋਗੇ? ਦੇਖੋ ਜਿਹੜਾ ਮੈਂ ਚਲਾਉਂਦੀ ਮੈਂ ਤਾਂ ਉਹੀ ਰეკਮੈਂਡ ਕਰੂੰਗੀ ਜਿਨ੍ਹਾਂ ਨੇ ਥੋੜਾ ਲੈਣਾ ਜ਼ੋਰ ਸ਼ੋਰ ਵਾਲਾ ਪੀਟਰਬਿਲਟ। ਦੇਖੋ ਇੱਦਾਂ, ਇੱਕ ਤਾਂ ਪਹਿਲੀ ਗੱਲ ਮੈਨੂੰ ਲੱਗਦਾ ਜੋ ਮੈਨੂੰ ਲੱਗਿਆ ਸੀ ਉਹਦੇ ਵਿੱਚ ਮੇਨ ਪੁਆਇੰਟ ਉਹ 'ਚ ਪੇਪਰ ਲੌਗ ਬੁੱਕ ਹੈ। ਓਕੇ, ਉਹ 99 ਬਿਲਡ ਹੈ ਮੇਰੇ ਕੋਲ ਟਰੱਕ, ਹੈ ਨਾ। ਉਹ 'ਚ ਪੇਪਰ ਲੌਗ ਬੁੱਕ ਮੈਂ ਕਿਉਂ ਲਿਆ, ਮੇਰਾ ਰੀਜ਼ਨ ਕੀ ਸੀਗਾ ਉਸ ਟਰੱਕ ਨੂੰ ਲੈਣ ਦਾ? ਮੈਂ ਵਾਸ਼ਰੂਮ ਜਾਣਾ ਹੁੰਦਾ, ਰੁਕਣਾ ਬੰਦੇ ਨੇ। ਹੁਣ ਜਿਹੜੀ ਈ ਲੌਗ ਹੈ ਉਹ 11 ਆਵਰ ਅਸੀਂ ਡਰਾਈਵ ਕਰ ਸਕਦੇ ਹਾਂ, ਬ੍ਰੇਕ ਵੀ ਪਾਉਣੀ, ਸਾਰਾ ਕੁਛ ਕਰਨਾ, ਹੈ ਨਾ। ਜੇ ਹੁਣ ਜਿਹੜਾ ਪੇਪਰ ਲੌਗ ਬੁੱਕ ਹੈ ਓਬਵੀਅਸਲੀ ਆਪਾਂ ਐਡਜਸਟ ਕਰ ਲੈਂਦੇ, ਥੋੜ੍ਹਾ ਜਿਹਾ ਇੱਧਰ ਉੱਧਰ ਹੋ ਜਾਂਦਾ, ਇੱਧਰ ਉੱਧਰ ਨਹੀਂ ਹੁੰਦਾ। ਮਤਲਬ ਇਹ ਹੈ ਕਿ ਫਿਰ ਆਪਾਂ ਵਾਸ਼ਰੂਮ ਜਾਣਾ, ਬਹੁਤ ਕੁਛ ਮਤਲਬ ਆਪਾਂ ਹੋ ਜਾਂਦਾ ਸਹੀ, ਠੀਕ ਹੈ। ਪਰ ਜਿਹੜੀ ਈ ਲੌਗ ਬੁੱਕ ਆ ਉਹ ਤਾਂ ਚੱਲਦੀ ਰਹਿਣੀ ਹੈ, ਰਾਈਟ, ਨੋ ਮੈਟਰ ਯੂ ਸਟਾਪ ਸਮਵੇਅਰ, ਨੋ ਮੈਟਰ ਤੁਸੀਂ ਚੱਲ ਰਹੇ ਹੋ। ਤੇ ਮੈਂ ਤਾਂ ਪੀਟਰਬਿਲਟ ਰਿਕਮੈਂਡ ਕਰੂੰਗੀ ਸਾਰਿਆਂ ਨੂੰ। ਜੇ ਫਿਰ ਵੀ ਤੁਸੀਂ ਆਟੋ ਟਰੱਕ ਵਾਲੇ ਹੋ
देयर आर सो मैनी कंपनीज ਵਧੀਆ ਸੋ ਮੈਨੀ ਕੰਪਨੀਜ਼ ਆਪਾਂ ਐਵੇਂ ਕਿਸੇ ਨੂੰ ਰეკਮੈਂਡ ਨਹੀਂ ਕਰ ਸਕਦੇ ਬਿਕੋਜ਼ ਤੇ ਪ੍ਰੋਸੈਸ ਕੀ ਹੈ ਉਹਦਾ ਟਰੱਕ ਲੈਣ ਦਾ? ਟਰੱਕ ਲੈਣ ਦਾ ਕੋਈ ਪ੍ਰੋਸੈਸ ਨਹੀਂ ਹੈ, ਮੈਂ PR ਤੋਂ ਬਾਅਦ ਲਿਆ ਸੀ, ਠੀਕ ਹੈ, ਜੋ ਕਿ ਗੁੱਡ ਹੈ, ਲੋਨ ਈਜ਼ੀਲੀ ਹੋ ਜਾਂਦਾ। ਕਿੰਨੇ ਦਾ ਲੋਨ ਹੈ, ਕਿੰਨੇ ਦਾ ਪ੍ਰੋਪਰ ਟਰੱਕ ਸੀ, ਕਿੰਨੀ ਡਾਊਨ ਪੇਮੈਂਟ, ਇੰਟਰਸਟ ਕੀ? ਜੋ ਕਿ ਮੈਂ ਆਪਣੇ ਟਰੱਕ ਦੀ ਅਮਾਊਂਟ ਨਹੀਂ ਦੱਸੂਗੀ, ਪਰ ਮੈਂ ਤੁਹਾਨੂੰ ਦੱਸਦੀ ਹਾਂ ਰਫਲੀ, ਮੈਂ ਦੱਸਦੀ ਹਾਂ ਵੀ ਜੇ ਤੁਹਾਡਾ 10% ਤਾਂ ਤੁਹਾਡੀ ਡਾਊਨ ਜਾਣੀ ਹੈ ਅਗਰ ਤੁਸੀਂ PR ਹੋ। ਓਕੇ, ਅਗਰ ਤੁਸੀਂ PR ਨਹੀਂ ਹੋ, ਵਰਕ ਪਰਮਿਟ ਤੇ 25% ਵੀ ਲੈਂਦੀਆਂ ਕੰਪਨੀਆਂ, 30% ਵੀ ਦੇਣਾ ਪੈਂਦਾ ਹੈ ਨਾ। ਇਟ ਡਿਪੈਂਡਸ ਕਿ ਟਰੱਕ ਦੀ ਵੈਲਿਊ ਕਿੰਨੀ ਹੈ। ਜੇ ਹੁਣ ਟਰੱਕ ਤੁਸੀਂ ਬਹੁਤ ਪੁਰਾਣਾ ਲਓਗੇ, ਉਹਦੀ ਵੈਲਿਊ ਘੱਟ ਹੈ, ਠੀਕ ਆ, ਓਬਵੀਅਸਲੀ ਉਹਨਾਂ ਨੇ ਕਹਿਣਾ ਵੀ ਸਾਨੂੰ ਡਾਊਨ ਜ਼ਿਆਦਾ ਦਿਓ। ਕਿੰਨੀ ਰੇਂਜ ਆ ਲਾਈਕ ਯੂਜੂਅਲੀ ਟਰੱਕਸ? ਜਿਹੜੇ ਟਰੱਕਸ ਹੁਣ ਤੱਕ ਸਸਤੇ ਵੀ ਹੋ ਗਏ ਨੇ ਕਾਫੀ, ਕੰਮ ਸਲੋ ਹੈ, ਪਰ ਰੇਂਜ ਦੇਖੋ ਵੀ 100,000 ਤੋਂ ਉੱਪਰ ਸ਼ੁਰੂ ਹੋ ਜਾਂਦੇ ਟਰੱਕ। ਅੱਗੇ ਤਾਂ ਜਿਵੇਂ ਇਹਨਾਂ ਦੇ ਸੀਗੇ ਫreight liner ਵਗੈਰਾ ਦੇ ਕਿੰਨੇ ਚਿਰ ਦੇ ਆਰਡਰ ਸੀਗੇ, ਬੈਕ ਸੀਗੇ, ਹਾਂ, ਤੇ ਹੁਣ ਹੋ ਗਿਆ ਕਲੀਅਰ ਉਹ ਕਿ ਲੋਕੀ ਅਜੇ ਬੈਕ ਆਰਡਰ ਦੇ ਨੇ? ਨਹੀਂ ਚੱਕ ਰਹੀ ਟਰੱਕ ਲੋਕੀ ਨਾ ਰਾਈਟ ਨਾਓ। ਹੁਣ ਮਿਲ ਹੀ ਜਾ ਰਹੇ ਆ। ਇੰਡਸਟਰੀ ਬਹੁਤ ਸਲੋ ਚੱਲ ਰਹੀ ਹੈ, ਜੋ ਕਿ ਹੋਣਾ ਨਹੀਂ ਸੀ ਚਾਹੀਦਾ। ਪਤਾ ਨਹੀਂ ਕਿਉਂ, ਇਹਦੇ ਪਿੱਛੇ ਰੀਜ਼ਨ ਕੀ ਹੈ, ਗਵਰਨਮੈਂਟ ਦਾ ਹੱਥ ਹੈ ਜਾਂ ਆਪਣੇ ਹੀ ਕੁਝ ਗਲਤੀਆਂ ਨੇ ਸਾਡੀਆਂ, ਹੈ ਨਾ, ਪਤਾ ਨਹੀਂ ਕੀ ਹੈ, ਵੀ ਕੋਵਿਡ ਦਾ ਕਹਿ ਲਓ, ਡਿਮਾਂਡ ਘਟ ਗਈ ਹੋਈ ਹੈ। ਹਾਂਜੀ, ਬਟ ਐਦਾਂ ਹਮੇਸ਼ਾ ਨਹੀਂ ਰਹਿਣਾ ਇਹ, ਬਟ ਹੋਏਗਾ, ਟਾਈਮ ਲੱਗੇਗਾ, ਇਟ ਵਿਲ ਟੇਕ ਟਾਈਮ। ਓਕੇ ਰਾਈਟ। ਲਾਈਕ ਜਿੱਦਾਂ ਆਪਾਂ ਬਹੁਤ ਕੁਝ ਸਿੱਖਿਆ ਕਿਉਂਕਿ ਬਹੁਤ ਚੀਜ਼ਾਂ ਮੈਨੂੰ ਵੀ ਨਹੀਂ ਪਤਾ ਸੀਗੀਆਂ। what do you want to say to like all the girls out there, like you know, ਜੋ ਕਰ ਰਹੀਆਂ ਨੇ ਕੋਸ਼ਿਸ਼ ਕਿ ਆਪਾਂ ਟਰੱਕਿੰਗ 'ਚ ਜਾਈਏ? is it safe, is it worth it, like what would be the first like ਐਡਵਾਈਸ ਕੀ ਹੈ, ਕਿ ਮਤਲਬ ਕੀ ਬੋਲਣਾ ਚਾਹੋਗੇ ਉਹਨਾਂ ਸਾਰਿਆਂ ਕੁੜੀਆਂ ਨੂੰ ਸ਼ੁਰੂ ਕਰਨ ਪਲੇਟਫਾਰਮ ਦੇ ਜ਼ਰੀਏ? ਦੇਖੋ, ਮੈਂ ਲਾਈਕ ਇੱਕ ਕੁੜੀ ਟਰੱਕ ਡਰਾਈਵਰ ਆ ਨਾ, ਅਤੇ ਮੈਂ ਸਭ ਨੂੰ ਰੈਕਮੈਂਡ ਕਰੂੰਗੀ ਵੀ ਇਹ ਬਹੁਤ ਵਧੀਆ ਜੋਬ ਹੈ, ਬਿਲਕੁਲ ਮਾੜੀ ਜੋਬ ਨਹੀਂ ਕਹੂੰਗੀ। ਮੈਂ ਬਹੁਤ ਪਿਆਰ ਕਰਦੀ ਹਾਂ ਆਪਣੀ ਟਰੱਕਿੰਗ ਨੂੰ ਨਾ, ਇੰਡਸਟਰੀ ਨੂੰ। ਚਲੋ, ਮੈਂ ਇਸ ਕੰਮ ਨੂੰ ਬਹੁਤ, ਮੈਂ ਰਿਸਪੈਕਟ ਬਹੁਤ ਕਰਦੀ ਹਾਂ, ਬਿਕੋਜ਼ ਜਦੋਂ ਨਾ ਟਰੱਕਿੰਗ ਆ ਜਾਂਦੀ ਹੈ ਨਾ, ਬੰਦੇ ਦੇ ਅੰਦਰ ਆਪਣੇ ਆਪ ਦੂਜੇ ਬੰਦਾ ਰਿਸਪੈਕਟ ਕਰਨ ਲੱਗ ਜਾਂਦਾ ਤੁਹਾਡੀ। ਇਟਸ ਨੋਟ ਈਜ਼ੀ ਜੋਬ ਐਟ ਆਲ, ਠੀਕ ਹੈ। ਜੋਬ ਕੁਛ ਵੀ ਈਜ਼ੀ ਨਹੀਂ ਹੈ ਕੈਨੇਡਾ ਦੇ ਵਿੱਚ, ਮੈਂ ਜਿੰਨੀਆਂ ਵੀ ਕੀਤੀਆਂ ਮੈਨੂੰ ਕੁਛ ਨਹੀਂ ਈਜ਼ੀ ਲੱਗਿਆ, ਬਟ ਜਿਹੜੀ ਇਹ ਹੈ, ਇਸ ਜੋਬ ਦੇ ਵਿੱਚ ਸਾਨੂੰ ਇੱਦਾਂ ਹੁੰਦਾ ਵੀ ਅਸੀਂ ਆਪਣਾ ਨੁਕਸਾਨ ਨਹੀਂ ਕਰਨਾ ਅਤੇ ਦੂਜੇ ਦਾ ਵੀ ਨਹੀਂ ਕਰਨਾ। ਰਿਸਪੋਂਸੀਬਿਲਿਟੀ ਹੈ, ਇਟਸ ਅ ਬਿਗ ਹਿਊਜ ਰਿਸਪੋਂਸੀਬਿਲਿਟੀ ਸਾਡੇ ਉੱਪਰ ਜਿਹੜੀ ਹੋ ਜਾਂਦੀ ਹੈ ਨਾ। ਅਤੇ ਮੈਂ ਕੁੜੀਆਂ ਨੂੰ ਇਹੀ ਰੈਕਮੈਂਡ ਕਰੂੰਗੀ, ਬਹੁਤ ਗੁੱਡ ਜੋਬ ਆ। ਤੁਹਾਨੂੰ ਲੱਗਦਾ ਹੈ ਤੁਸੀਂ ਕਰ ਸਕਦੇ ਹੋ, ਗਟਸੀ ਹੋ, ਤੁਸੀਂ ਬਿਲਕੁਲ ਕਰ ਸਕਦੇ ਹੋ, ਸਾਰੇ ਕਰ ਸਕਦੇ ਹੈ ਨਾ। ਮੈਂ ਨਹੀਂ ਕਹਿੰਦੀ ਵੀ ਕੋਈ ਕੁੜੀ ਨਹੀਂ ਕਰ ਸਕਦੀ, ਥੋੜ੍ਹਾ ਹੁੰਦਾ ਵੀ ਥੋੜ੍ਹੀਆਂ ਸ਼ਾਈ ਫੀਲ ਹੁੰਦੀਆਂ ਕੁੜੀਆਂ, ਹੈ ਨਾ, ਕਈਆਂ ਨੂੰ ਵੀ ਹੁੰਦਾ ਵੀ ਅਸੀਂ ਨਹੀਂ ਕਰ ਸਕਦੇ। ਹਾਊ ਟੂ ਫੀਲ ਐਂਡ ਹਾਊ ਟੂ ਫੇਸ ਦੈਟ ਡਿਸਕ੍ਰਿਮੀਨੇਸ਼ਨ ਜਾਂ ਰੇਸਿਜ਼ਮ? ਕਈ ਵਾਰੀ ਆਈ ਥਿੰਕ ਹੁੰਦਾ ਹੀ ਹੋਏਗਾ ਰੇਸਿਜ਼ਮ ਵੀ, ਹੈ ਨਾ। ਤਾਂ ਚਲੋ, ਅਸੀਂ ਤਾਂ ਮੁੰਡੇ ਹਾਂ ਸਪੋਜ਼, ਠੀਕ ਹੈ, ਜੇ ਮੇਰੇ ਨਾਲ ਹੋਇਆ ਹੈ ਜਾਂ ਕਿਸੇ ਨਾਲ ਵੀ ਹੋਇਆ ਜਾਂ ਤੁਹਾਡੇ ਨਾਲ ਵੀ ਹੋਇਆ, ਤਾਂ ਇਫ ਸਮਬਡੀ ਇਜ਼ ਲਾਈਕ ਕਸਿੰਗ ਐਟ ਅਸ, ਠੀਕ ਹੈ, ਸਾਨੂੰ ਬੋਲ ਰਿਹਾ, ਗਾਲਾਂ ਕੱਢ ਰਿਹਾ, ਫੱਕ ਯੂ ਐਂਡ ਆਲ ਦੈਟ, ਅਸੀਂ ਵਾਪਸ ਰਿਪਲਾਈ ਦਿੰਦੇ ਹਾਂ ਉਹਨੂੰ, ਠੀਕ ਹੈ। ਬਟ ਹਾਊ ਟੂ ਫੀਲ, ਲਾਈਕ ਹਾਊ ਟੂ ਫੇਸ ਦੈਟ ਰੇਸਿਜ਼ਮ? ਜੇ ਹੁਣ ਆਹੀ ਹੈ ਨਾ, ਕੁੜੀ ਗਾਲਾਂ ਕੱਢੇ, ਉਹ ਕਹਿਣਾ ਯਾਰ ਕੁੜੀ ਖਰਾਬ ਆ, ਹੈ ਨਾ, ਕੁੜੀ ਗਾਲਾਂ ਕੱਢੀ ਜਾਂਦੀ ਹੈ, ਲਾਈਕ ਇੱਦਾਂ ਦੀ ਸੋਸਾਇਟੀ ਆਪਣੀ ਹੈਗੀ ਆ, ਰਿਐਲਿਟੀ ਆ। ਦੱਸੋ ਵੀ ਇੱਦਾਂ ਕਿਉਂ ਕਿਹਾ ਜਾਂਦਾ ਵੀ ਕੁੜੀ ਗਾਲਾਂ ਕੱਢ ਰਹੀ ਤਾਂ ਗਲਤ ਹੈ? ਉਹੀ ਨਾ ਮੈਂ ਕਹਿੰਦਾ, ਤਾਂ ਸੇਮ ਕਰ ਰਹੀ ਹੈ, ਰਾਈਟ। ਉਹੀ ਮੈਂ ਕਹਿੰਦਾ ਨਾ, ਇਹ ਸੋਸਾਇਟੀ ਆ, ਜੇ ਐਂ ਨਹੀਂ ਲੋਕਾਂ ਨੇ ਨਹੀਂ ਦੇਖਣਾ ਵੀ ਪਹਿਲਾਂ ਉਹ ਗਾਲਾਂ ਕੱਢ ਰਿਹਾ ਸੀ, ਪਰ ਜੇ ਕੁੜੀ ਨੇ ਗਾਲਾਂ ਕੱਢੀਆਂ, ਉਹਨਾਂ ਨੇ ਕਹਿਣਾ ਯਾਰ ਕੁੜੀ ਗਾਲਾਂ ਕੱਢ ਰਹੀ ਆ। ਸ਼ੀ ਇਜ਼ ਔਨ ਸੇਮ ਪਲੇਟਫਾਰਮ, ਹੈ ਨਾ, ਸੇਮ ਕੰਮ ਕਰ ਰਹੀ ਹੈ, ਸੇਮ ਅਰਨਿੰਗ ਹੈ, ਤੁਹਾਡੇ ਜਿੰਨਾ ਹੀ ਹਾਰਡ ਵਰਕ ਕਰ ਰਹੀ ਹੈ। ਮੇਰੇ ਨਾਲ ਇੱਕ ਸਿਚੁਏਸ਼ਨ ਹੋਈ ਸੀ ਇੱਦਾਂ ਹੀ, ਮੈਂ ਸਿਟੀ 'ਚ ਟਰੱਕ ਲਾਉਂਦੀ ਸੀ, ਫਲੈਟ ਬੈਡ, ਮੈਂ ਮਸ਼ੀਨਸ ਹੌਲ ਕਰਦੀ ਸੀ, ਰਾਈਟ, ਅਤੇ ਮੈਂ ਉੱਥੇ ਬੈਕ ਲਾਉਣਾ ਸੀਗਾ ਟਰੱਕ। ਓਬਵੀਅਸਲੀ 53 ਫੀਟ ਮੇਰੇ ਪਿੱਛੇ ਟ੍ਰੇਲਰ ਆ, ਅਤੇ ਮੈਂ ਰੋਡ ਤੋਂ ਬੈਕ ਲਾਉਣਾ, ਕੰਪਨੀ ਛੋਟੀ ਸੀ, ਅਤੇ ਰੋਡ ਨੂੰ ਆਪਾਂ ਬਹੁਤ ਜ਼ਿਆਦਾ ਤੇਜ਼, ਮਤਲਬ ਟਰੈਫਿਕ ਬਹੁਤ ਜ਼ਿਆਦਾ ਸੀਗਾ ਉੱਥੇ, ਅਤੇ ਮੈਂ ਜ਼ਿਆਦਾ ਦੇਰ ਹੋਲਡ ਨਹੀਂ ਕਰ ਸਕਦੀ ਟਰੈਫਿਕ। ਪਿਕਅਪ ਟਰੱਕ ਵਾਲਾ ਗੋਰਾ ਸੀਗਾ, ਉਹਨੇ ਕੀ ਕੀਤਾ, ਜਾ ਕੇ ਜਿੱਥੇ ਮੈਂ ਬੈਕ ਲਾਉਣਾ ਸੀ ਉੱਥੇ ਬੈਕ ਲਗਾਤਾ, ਜੋ ਕਿ ਉਹਦਾ ਟਰੱਕ, ਪਿਕਅਪ ਟਰੱਕ ਬਹੁਤ ਛੋਟਾ ਹੁੰਦਾ, ਤੁਹਾਨੂੰ ਵੀ ਪਤਾ, ਐਜ਼ ਕੰਪੇਅਰ ਟੂ ਟਰੱਕ ਬਹੁਤ ਛੋਟਾ ਹੁੰਦਾ, ਅਤੇ ਉਹ ਕਿਤੇ ਵੀ ਲਗਾ ਸਕਦਾ ਸੀ। ਅਤੇ ਜਦੋਂ ਮੈਂ ਉਹਦੇ ਕੋਲ ਗਈ, ਮੈਨੂੰ ਉਹਨੇ ਆ ਕੇ ਕਿਹਾ, ਲਾਈਕ ਬੜਾ ਵੀਅਰਡ ਜਿਹਾ ਬੋਲਿਆ ਨਾ, ਕੀ ਕਿਹਾ, ਯੂ ਆਰ ਸੱਚ ਅ ਈਡੀਅਟ ਪਰਸਨ, ਉਹਨੇ ਇੱਦਾਂ ਕਿਹਾ ਉਹਨੇ, ਹੈ ਨਾ। ਹਾਈ, ਮੈਨੂੰ ਤਾਂ ਬੜਾ ਗੁੱਸਾ ਚੜਿਆ, ਆਈ ਫੈਲਟ ਸੋ ਬੈਡ ਦੈਟ ਟਾਈਮ, ਮੈਂ ਕਰਕੇ ਦਿੱਤਾ ਹੈ, ਮੈਂ ਕਿਹਾ ਵੀ ਲਾਈਕ ਵਾਈ ਮੈਨ, ਵੀ ਮੈਨੂੰ ਕੰਪਨੀ ਕਹਿ ਰਹੀ ਹੈ ਵੀ ਤੁਸੀਂ ਉੱਥੇ ਬੈਕ ਲਗਾ ਦਿਓ, ਐਂਡ ਤੂੰ ਉੱਥੇ ਜਾ ਕੇ ਟਰੱਕ ਬੈਕ ਲਗਾਤਾ, ਅਤੇ ਮੈਨੂੰ ਹੀ ਆ ਕੇ ਗਲਤ ਬੋਲਿਆ ਨਾ, ਵਾਈ। ਮੈਂ ਬਾਹਰ ਗਈ, ਟਰੱਕ ਲਾਇਆ ਸਾਈਡ ਤੇ, 4-ਵੇ ਫਲੈਸ਼ਸ ਔਨ ਕੀਤੇ, ਫਾੜਤਾ ਸਿਰ? ਨਹੀਂ, ਸਿਰ ਨਹੀਂ ਫਾੜਿਆ, ਪਰ ਮੈਂ ਬਹੁਤ ਬੋਲੀ ਉਹਨੂੰ, ਗਾਲਾਂ ਨਾ ਪਾੜਤਾ। ਮੈਂ ਜਿੰਨਾ ਕੁ ਮੈਨੂੰ ਲੱਗਦਾ ਸੀ ਮੈਨੂੰ ਬੋਲਣਾ ਚਾਹੀਦਾ ਸੀ, ਜੋ ਡਿਜ਼ਰਵ ਕਰਦਾ ਸੀ, ਮੈਂ ਉਹਨਾਂ ਕੁ ਬੋਲੀ, ਰਾਈਟ। ਫਿਰ ਮੈਂ ਬੋਲ ਕੇ ਮੈਂ ਰੋਣ ਵੀ ਲੱਗ ਗਈ ਸੀ। ਕਿਉਂ? ਨਹੀਂ, ਮੈਨੂੰ ਰਿਗਰੈਟ ਨਹੀਂ ਹੋਇਆ, ਮੈਨੂੰ ਇੱਦਾਂ ਹੋਇਆ ਕਿ ਹਾਏ
ਮੈਂ ਗੁੱਡ ਜੌਬ ਕੀਤੀ ਉਹ ਖੁਸ਼ੀ ਦੇ ਆਂਸੂ ਓਵਰਵੈਲਮਿੰਗ ਐਂਡ ਕੰਪਨੀ ਦਾ ਓਨਰ ਬਾਹਰ ਆ ਗਿਆ ਸੀ ਮੇ ਬੀ ਜੇ ਦੇਖਣਗੇ ਮੈਨੂੰ ਉਹਨਾਂ ਨੂੰ ਪਤਾ ਲੱਗ ਜਾਣਾ ਆਪਣੇ ਬੋਲਟਨ 'ਚ ਹੀ ਹੈ ਕੰਪਨੀ ਉਹ ਓਕੇ ਤੇ ਉਹ ਆ ਗਏ ਮੈਨੂੰ ਕਹਿੰਦੇ ਵੀ ਤੂੰ ਬਿਲਕੁਲ ਸਹੀ ਕੀਤਾ ਰਾਈਟ ਕਹਿੰਦੇ ਅਸੀਂ ਉਹਦੀ ਕੰਪਨੀ ਨੂੰ ਅਸੀਂ ਮਤਲਬ ਹੌਸਲਾ ਅਫਜ਼ਾਈ ਕਰਨ ਵਾਲੇ ਵੀ ਹਾਂਜੀ ਬਹੁਤ ਘੱਟ ਹੁੰਦੇ ਆ ਓਕੇ ਐਂਡ ਲਾਈਕ ਜਿਹੜੀ ਕੁੜੀਆਂ ਨੇ ਲਾਈਕ ਜਿੱਦਾਂ ਡੀਮੋਟੀਵੇਸ਼ਨ ਬਹੁਤ ਕਰਦੇ ਨੇ ਜਾਂ ਪੁੱਲ ਬੈਕ ਬਹੁਤ ਆ ਰਾਈਟ ਹੈ ਕੀ ਬੋਲਣਾ ਚਾਹੋਗੇ ਉਹ ਸਾਰੇ ਯੰਗਸਟਰਸ ਨੂੰ ਲਾਈਕ ਵਾਟ ਯੂ ਵਾਂਟ ਟੂ ਸੇ ਹਾਊ ਟੂ ਡੀਲ ਵਿਦ ਦੈਟ ਕੁੜੀਆਂ ਕੇ ਮੁੰਡਿਆਂ ਨੂੰ ਹਾਂ ਐਵਰੀਥਿੰਗ ਦੇਖੋ ਇਹ ਜਿਹੜੀ ਜੌਬ ਆ ਹਨਾ ਈਜ਼ੀ ਨਹੀਂ ਹੈਗੀ ਪਰ ਜੇ ਕੁੜੀ ਕੋਈ ਹਿੰਮਤ ਕਰਕੇ ਆ ਰਹੀ ਹੈ ਨਾ ਰਿਸਪੈਕਟ ਕਰੋ ਉਹਦੀ ਰਾਈਟ ਦੇਖੋ ਬਹੁਤ ਹਿੰਮਤ ਕਰਕੇ ਆ ਰਹੀ ਹੈ ਉਹਨੂੰ ਪਤਾ ਨਹੀਂ ਉਹਦੀ ਫੈਮਿਲੀ ਵੀ ਖਿੱਚ ਰਹੀ ਹੈ ਵੀ ਤੂੰ ਨਹੀਂ ਕਰਨੀ ਮੇਰੇ ਨਾਲ ਹੋਇਆ ਇੱਦਾਂ ਮੇਰੇ ਰਿਸ਼ਤੇਦਾਰ ਅੱਜ ਤੱਕ ਨਹੀਂ ਮੈਨੂੰ ਐਕਸੈਪਟ ਕਰ ਰਹੇ ਵੀ ਤੂੰ ਟਰੱਕ ਕਿਉਂ ਚਲਾ ਰਹੀ ਹੈ ਰਾਈਟ ਮੈਨੂੰ ਉਦੋਂ ਬੜਾ ਰੋਣਾ ਵੀ ਆ ਜਾਂਦਾ ਮੈਨੂੰ ਨਾ ਬੜਾ ਸਿੱਕ ਫੀਲ ਹੁੰਦਾ ਉਦੋਂ ਵੀ ਮੈਨੂੰ ਕਿਉਂ ਨਹੀਂ ਐਕਸੈਪਟ ਕਰ ਰਹੇ ਵੀ ਮੈਂ ਤਾਂ ਸੇਮ ਹੀ ਆ ਤੁਹਾਡੇ ਵਾਂਗੂ ਯਾਰ ਆਮ ਵਰਕਿੰਗ ਹਾਰਡ ਮੈਂ ਫ੍ਰੀ ਨਹੀਂ ਮੈਨੂੰ ਸੈਲਰੀ ਮਿਲ ਰਹੀ ਸਮ ਟਾਈਮਸ ਇੱਦਾਂ ਹੁੰਦਾ ਵੀ ਮੈਂ ਰੋਟੀ ਨਹੀਂ ਖਾਂਦੀ 24 ਆਵਰ ਉਹ ਕੋਈ ਦੇਖਦਾ ਮੇਰਾ ਹਾਰਡ ਵਰਕ ਨੋ ਉਹ ਨਹੀਂ ਕੋਈ ਵੀ ਦੇਖਦਾ ਸਗੋਂ ਇਹੋ ਜਿਹੀ ਚੀਜ਼ 'ਚ ਨਾ ਫੈਮਿਲੀ ਨੂੰ ਸਪੋਰਟ ਕਰਨੀ ਚਾਹੀਦੀ ਆ ਤੇ ਉਹੀ ਤੇ ਜੇ ਉਹ ਕੁੜੀ ਬਹੁਤ ਹਿੰਮਤ ਕਰਕੇ ਅੱਗੇ ਆ ਰਹੀ ਹੈ ਨਾ ਉਸ ਚੀਜ਼ ਨੂੰ ਐਕਸੈਪਟ ਕਰੋ ਉਹਨੂੰ ਐਪਰੀਸ਼ੀਏਟ ਕਰੋ ਕੀ ਤੁਸੀਂ ਐਪਰੀਸ਼ੀਏਟ ਹੋਏ ਹੋ ਕਦੀ ਬਹੁਤ ਵਾਰ ਐਪਰੀਸ਼ੀਏਟ ਮੇਰੇ ਪਾਪਾ ਵੀ ਮੈਨੂੰ ਐਪਰੀਸ਼ੀਏਟ ਬਹੁਤ I can see your eyes are numb ਮੈਨੂੰ ਲੱਗ ਰਿਹਾ ਕਿ ਬਹੁਤ ਜ਼ਿਆਦਾ ਕੁਝ ਦਿਲ 'ਚ ਪਿਆ ਹੋਇਆ ਹੈ ਨਾ ਜਿਹੜਾ ਬਾਹਰ ਆਉਣਾ ਚਾਹ ਰਿਹਾ I want you to talk about that ਕਿ ਮਤਲਬ ਮੈਨੂੰ ਮੇਰੇ ਰਿਲੇਟਿਵਸ ਵੱਲੋਂ ਇਦਾਂ ਕਿਹਾ ਜਾਂਦਾ ਵੀ ਤੂੰ ਮੈਂ ਇਕੱਲੀ ਕੁੜੀ ਆਪਣੇ ਪੂਰੇ ਰਿਲੇਟਿਵ ਜਿਹੜੀ ਕੁੜੀ ਟਰੱਕ ਚਲਾ ਰਹੀ ਹੈ ਨਾ ਦੂਰ ਤੱਕ ਮੈਨੂੰ ਕੋਈ ਕੁੜੀ ਮਿਲੀ ਨਹੀਂ ਅੱਜ ਤੱਕ ਰਾਈਟ ਬਹੁਤ ਐਪਰੀਸ਼ੀਏਟ ਵੀ ਕਰਦੇ ਮੈਨੂੰ ਸਾਰੇ ਰਿਲੇਟਿਵਸ ਨਹੀਂ ਮੈਂ ਕਹਿ ਸਕਦੀ ਬਹੁਤ ਐਪਰੀਸ਼ੀਏਟ ਮੈਨੂੰ ਕਰਦੇ ਨੇ ਪਰ ਕੁਝ ਕਹਿੰਦੇ ਨੇ ਵੀ ਉਹ ਟਰੱਕ ਕਿਉਂ ਚਲਾ ਰਹੀ ਹੈ ਉਹਨੂੰ ਕੋਈ ਟਰੱਕ ਛੱਡੇ ਵਾਈ ਮੈਨ ਹੋਰ ਕੋਈ ਲਾਈਕ ਕਿੱਦਾਂ ਦੀ ਗੱਲਾਂ ਕਹਿੰਦੇ ਨੇ ਮਤਲਬ ਕਿ ਜਿਹੜੀ ਬਹੁਤ ਵੀ ਇਹ ਕੁੜੀਆਂ ਵਾਲਾ ਕੰਮ ਹੈ ਕੋਈ ਰਾਈਟ ਕਿਉਂ ਨਹੀਂ ਹੈ ਕੁੜੀਆਂ ਵਾਲਾ ਕੰਮ ਕੁੜੀਆਂ ਪਾਇਲਟ ਬਣ ਗਈਆਂ ਯਾਰ ਕੁੜੀਆਂ ਟ੍ਰੇਨ ਚਲਾਉਣ ਲੱਗ ਕੁੜੀਆਂ ਆਰਮੀ 'ਚ ਨੇ ਸਾਰੇ ਕਿਤੇ ਹੈਗੀਆਂ ਹਨਾ ਲਾਈਕ ਬਹੁਤ ਕੰਮ ਕਰ ਰਹੀਆਂ ਜਿੱਥੇ ਬੰਦੇ ਕਰਦੇ ਸੀ ਆਈ ਡੋਨਟ ਥਿੰਕ ਕੋਈ ਫੀਲਡ ਹੈਗੀ ਜਿੱਥੇ ਕੁੜੀਆਂ ਨਹੀਂ ਹੈਗੀਆਂ ਉਹ ਤਾਂ ਪਰ ਵੀ ਟਰੱਕ ਕਿਉਂ ਨਹੀਂ ਚਲਾ ਸਕਦੀਆਂ ਇਜ਼ ਦੈਟ ਬੈਡ ਮੈਨੂੰ ਤਾਂ ਨਹੀਂ ਲੱਗਿਆ ਮੈਂ 3.5 ਸਾਲ ਹੋ ਗਏ ਮੈਨੂੰ ਟਰੱਕਿੰਗ 'ਚ ਮੈਨੂੰ ਬਹੁਤ ਰਿਸਪੈਕਟ ਮਿਲੀ ਹੈ ਜਿੱਥੇ ਮੈਨੂੰ ਲੱਗਿਆ ਮੈਂ ਡਾਊਨ ਜਾ ਰਹੀ ਹਾਂ ਮੈਨੂੰ ਉੱਥੇ ਵੀ ਲੋਕਾਂ ਨੇ ਆ ਕੇ ਸਪੋਰਟ ਕੀਤੀ ਹੈ ਆਪਣੇ ਬੰਦਿਆਂ ਨੇ ਵੀ ਬਹੁਤ ਸਪੋਰਟ ਕੀਤੀ ਹੈ ਸਗੋਂ ਇਹ ਜਦੋਂ ਕੋਈ ਹਨਾ ਕਰ ਰਿਹਾ ਸਪੋਰਟ ਕਰਨੀ ਚਾਹੀਦੀ ਹੈ ਨਾ ਕਿ ਉਹਦੀ ਲੱਤਾਂ ਖਿੱਚੋ ਹਨਾ ਰਾਈਟ ਵੀ ਆ ਤੁਸੀਂ ਇੱਕ ਬੰਦੇ ਦੀ ਸਿਚੁਏਸ਼ਨ ਸਮਝੋ ਜਾਂ ਜੋ ਵੀ ਹਨਾ ਵੀ ਇੰਨਾ ਉਹ ਹਾਰਡ ਵਰਕ ਕਰ ਰਿਹਾ ਵੀ ਬਾਹਰ ਰਹਿ ਰਿਹਾ 5 ਦਿਨ 10 ਦਿਨ ਹਨਾ ਤੇ ਤੁਸੀਂ ਉੱਤੋਂ ਨੂੰ ਆਹ ਗੱਲਾਂ ਕਰ ਰਹੇ ਟਰੱਕ ਕਿਉਂ ਚਲਾ ਰਹੀ ਹੈ ਹਨਾ ਆਹ ਗੱਲ ਗਲਤ ਆ ਲਾਈਕ ਬੇਸ਼ੱਕ ਸਾਡਾ ਲਾਈਕ ਸੋਸਾਇਟੀ ਇੱਦਾਂ ਦੀ ਹੈ ਬਟ ਆਈ ਥਿੰਕ ਮੇਨਲੀ ਉਹ ਤਾਂ ਡਰਦੇ ਨੇ ਕਿ ਯਾਰ ਵੀ ਕੋਈ ਇਨਸੀਡੈਂਟ ਨਾ ਹੋ ਜਾਏ ਰਾਈਟ ਯੂ ਨੋ ਕਿ ਜਿੱਦਾਂ ਸਾਡੇ ਇੰਡੀਆ ਤੋਂ ਹੀ ਉਹ ਕਿਉਂਕਿ ਯਾਰ ਸਾਡੀ ਕੈਪੀਟਲ ਰੇਪਿਸਟ ਹੈ ਠੀਕ ਹੈ ਰੇਪ ਦੀ ਵਜ੍ਹਾ ਨਾਲ ਜਾਨੀ ਜਾ ਰਹੀ ਹੈ ਕਿ ਮਤਲਬ ਇਹਨੇ ਰੇਪ ਹੋ ਰਹੇ ਨੇ ਤਾਂ ਉਹਨਾਂ ਨੂੰ ਯਾਰ ਇਹ ਵੀ ਤਾਂ ਇਨਸਿਕਿਉਰਿਟੀ ਹੋਏਗੀ ਕਿ ਯਾਰ ਸਾਡੀ ਕੁੜੀ ਨਾਲ ਕੁਝ ਉਲਟਾ ਸਿੱਧਾ ਨਾ ਹੋ ਜਾਏ ਗੱਲ ਨੂੰ ਕੀ ਕਰਾਂਗੇ ਮੇ ਬੀ ਉਹ ਆਪਣੀ ਜਗ੍ਹਾ ਬਿਲਕੁਲ ਸਹੀ ਹੋਣ ਜਿਹੜੇ ਮੇਰੇ ਰਿਲੇਟਿਵਸ ਮੈਨੂੰ ਬੋਲ ਰਹੇ ਆ ਹਾਂ ਕਿ ਯਾਰ ਕੱਲੀ ਕੁੜੀ ਇੰਨੀ ਦੂਰ ਜਾ ਰਹੀ ਹੈ ਸਭ ਕੁਝ ਕਰ ਰਹੀ ਹੈ ਕੱਲ ਨੂੰ ਰੱਬ ਨਾ ਕਰੇ ਕੋਈ ਉੱਪਰ ਨੀਚੇ ਗੱਲ ਹੋ ਜਾਏ ਕੋਈ ਥ੍ਰੈਟ ਆ ਜਾਏ ਮੋਲੈਸਟੇਸ਼ਨ ਹੋ ਜਾਏ ਜਾਂ ਕੁਝ ਵੀ ਹੋ ਜਾਏ ਹੂ ਇਜ਼ ਰਿਸਪੌਂਸਿਬਲ ਫॉर दैट ਮੇ ਵੀ ਤਾਂ ਕਰਕੇ ਨਹੀਂ ਡਰ ਰਹੇ ਹੈ ਪਰ ਦੇਖੋ ਮੇਰੀ ਗੱਲ ਸੁਣੋ ਚਲੋ ਆਪਾਂ ਟਰੱਕਿੰਗ ਵਾਲੀ ਸਾਈਡ ਤੇ ਰੱਖ ਦਿੰਦੇ ਗੱਲ ਜਦੋਂ ਆਪਾਂ ਬੱਚੇ ਨੂੰ ਬਾਹਰ ਭੇਜਦੇ ਹਾਂ ਹੋਸਟਲ 'ਚ ਰਾਈਟ ਬੱਚਾ ਕਿੱਥੇ ਜਾ ਰਿਹਾ ਪੇਰੈਂਟਸ ਨੂੰ ਹਮੇਸ਼ਾ ਨਹੀਂ ਪਤਾ ਹੁੰਦਾ ਰਾਈਟ ਕੁੜੀ ਸਿਕਿਉਰ ਹੈ ਉੱਥੇ ਈਵਨ ਜਦੋਂ ਤੁਸੀਂ ਹੁਣ ਇੰਡੀਆ ਤੋਂ ਇੱਥੇ ਆ ਗਏ ਹੋ ਬੱਚਾ ਕੀ ਕਰ ਰਿਹਾ ਤੁਹਾਨੂੰ ਪਤਾ ਕੁਝ ਉੱਥੇ ਸਿਕਿਉਰ ਹੈ ਬੱਚਾ ਕੁੜੀ ਸਿਕਿਉਰ ਹੈ ਉੱਥੇ ਇਹ ਦੱਸੋ ਪਹਿਲਾਂ ਜੇ ਹੋਣਾ ਤਾਂ ਬੰਦੇ ਨਾਲ ਕਿਤੇ ਵੀ ਹੋ ਜਾਣਾ So what do you want to say to everybody ਕਿ ਜਿਹੜੇ ਦੇਖ ਰਹੇ ਨੇ ਕਿ ਜਿਨ੍ਹਾਂ ਦੀ ਇਹ ਸੋਚ ਹੈ ਦੇਖੋ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਗਲਤ ਆ ਮੇ ਵੀ ਤੁਸੀਂ ਸਹੀ ਸੋਚਦੇ ਹੋਵੋਗੇ ਪਰ ਥੋੜੇ ਜਿਹੇ ਬੰਦੇ ਦਾ ਹਾਰਡ ਵਰਕ ਦੇਖੋ ਯਾਰ ਉਹ ਬਹੁਤ ਐਫਰਟ ਕਰ ਰਿਹਾ ਉਸ ਚੀਜ਼ ਤੇ ਪਹੁੰਚਣ ਲਈ ਜਿੱਥੇ ਤੁਸੀਂ ਹੈਗੇ ਹੋ ਮੈਨੂੰ ਜ਼ਿਆਦਾ ਟਾਈਮ ਨਹੀਂ ਹੋਇਆ ਕੈਨੇਡਾ ਚ ਆਈ ਨੂੰ ਬਟ ਮੈਂ ਐਫਰਟਸ ਬਹੁਤ ਕੀਤੇ ਹੈ ਆਈ ਵਰਕਡ ਸੋ ਹਾਰਡ ਆਈ ਵਰਕਡ ਐਜ਼ ਅ ਮੈਨ ਮੈਂ ਇੱਕ ਕੁੜੀ ਨੂੰ ਬੰਦੇ ਦੇ ਬਰਾਬਰ ਕੰਮ ਕਰਨ ਲਈ ਨਾ ਬਹੁਤ ਹਿੰਮਤ ਚਾਹੀਦੀ ਹੁੰਦੀ ਹੈ ਤੇ ਸਰੀਰ ਤੋੜਿਆ ਮੈਂ ਆਪਦਾ ਫਲੈਟ ਬੈਡ ਇਜ਼ ਨਾਟ ਈਜ਼ੀ ਤਦੇ ਤੁਸੀਂ ਆਮ ਕੁੜੀਆਂ ਨਾਲੋਂ 3 ਹੋਰ ਜ਼ਿਆਦਾ ਅੱਗੇ ਹੋਵੋਗੇ ਉਹ ਕਿੱਥੇ ਹੋਣਗੀਆਂ ਜਿੰਨੇ 3-4 ਪਰ ਕਈ ਕੁੜੀਆਂ ਆਪਣੀਆਂ ਸਿਰਫ ਇਸ ਚੀਜ਼ ਕਰਕੇ ਡਰ ਜਾਂਦੀਆਂ ਨੇ ਵੀ ਸਾਡੇ ਪੇਰੈਂਟਸ ਕੀ ਕਹਿਣਗੇ ਤੇ ਸਾਡੀ ਫੈਮਿਲੀ ਕੀ ਕਹੂਗੀ ਕਿਉਂ ਫੈਮਿਲੀ ਨੂੰ ਸਪੋਰਟ ਕਰਨਾ ਚਾਹੀਦਾ ਮੈਨੂੰ ਮੇਰੇ ਪਾਪਾ ਤੋਂ ਬਹੁਤ ਸਪੋਰਟ ਮਿਲੀ ਹੈ ਬਾਅਦ ਜਦੋਂ ਮੈਂ ਉਹਨਾਂ ਨੂੰ ਸਮਝਾਇਆ ਨਾ ਮੇਰਾ ਰੀਜ਼ਨ ਕੀ ਇਸ ਚੀਜ਼ 'ਚ ਆਉਣ ਦਾ ਚਲੋ ਉਹ ਡਰ ਜਾਂਦੇ ਨੇ ਐਕਸੀਡੈਂਟ ਦੇਖ ਕੇ ਬਹੁਤ ਕੁਝ ਹੁੰਦਾ ਰੋਡ ਤੇ ਹੈ ਨਾ ਪਰ ਉਹ ਮੈਨੂੰ ਇਹ ਕਹਿੰਦੇ ਨੇ ਵੀ ਤੂੰ ਆਪਣਾ ਧਿਆਨ ਰੱਖਣਾ ਉਹ ਜਦੋਂ ਸਪੋਰਟ ਮਿਲਦੀ ਨਾ ਬੱਚੇ ਨੂੰ ਹੋਰ ਮਤਲਬ ਹਿੰਮਤ ਮਿਲਦੀ ਹੈ ਮੈਂ ਅੱਗੇ ਵਧਣ ਦਾ ਸੋਚਦੀ ਹਾਂ ਵੀ ਨਹੀਂ ਮੈਂ ਹੁਣ ਟਰੱਕ ਲਵਾਂ ਮੈਂ ਆਹ ਕਰਾਂ ਮੈਂ ਤਾਂ ਹੀ ਸੋਚਿਆ ਸੀ ਨਹੀਂ ਮੈਂ ਡਰਾਈਵਰੀ ਤਾਂ ਰਹਿ ਜਾਂਦੀ ਮੈਂ ਸੋਚਦੀ ਮੈਂ ਥੋੜ੍ਹੇ ਸਾਲ ਟਰੱਕ ਚਲਾਉਂਦੀ ਹਾਂ
ਮੈਂ ਕੋਈ ਹੋਰ ਜੌਬ ਕਰ ਲੈਂਦੀ, ਆਫਿਸ ਜੌਬ, ਠੀਕ ਹੈ, ਮੈਂ ਇੱਦਾਂ ਵੀ ਕਰ ਸਕਦੀ ਸੀ। Are you looking this in future also ਕਿ you're gonna ਦੇਖੋ ਮੇਰਾ ਹੈਗਾ, ਮੈਂ ਟਰੱਕਿੰਗ ਦੇ ਵਿੱਚ ਕੁਝ ਜ਼ਰੂਰ ਕਰੂੰਗੀ ਜੇ ਮੈਨੂੰ ਰੱਬ ਨੇ ਇਹ ਲਾਇਸੈਂਸ ਦਿੱਤਾ ਨਾ, ਚਾਹੇ ਮੈਂ ਆਮ ਬਲੈਸਡ ਕਿ ਮੈਂ ਲਾਇਸੈਂਸ ਲਿਆ ਕਦੀ, ਹੈ ਨਾ। ਜੇ ਮੈਂ ਅੱਜ ਇਹ ਲਾਇਸੈਂਸ ਲਿਆ 3-3.5 ਸਾਲ ਪਹਿਲਾਂ, ਮੈਨੂੰ ਇਹ ਪਤਾ ਵੀ ਮੇਰਾ ਕਿਤੇ ਨਾ ਕਿਤੇ ਬਹੁਤ ਵੱਡਾ ਕੰਮ ਆਉਣਾ ਇਹਦਾ, ਇਨ ਫਿਊਚਰ ਮੈਨੂੰ ਬਹੁਤ ਵਧੀਆ ਕਿਤੇ ਕੰਮ ਆਏਗਾ ਇਹ। ਫੇਲੀਅਰਸ ਨਾਲ ਕਿੱਦਾਂ ਡੀਲ ਕੀਤਾ? ਲਾਈਕ ਵਾਟ ਕਾਈਂਡ ਆਫ ਐਵਰੀ ਕਾਈਂਡ ਆਫ ਫੇਲੀਅਰਸ, ਚਾਹੇ ਉਹ ਤੁਹਾਡੀ ਸਟੂਡੈਂਟ ਲਾਈਫ ਹੋਏ, ਵਰਕ ਲਾਈਫ ਹੋਏ, ਟਰੱਕਿੰਗ ਲਾਈਫ, ਪਤਾ ਲੱਗਦਾ ਵੀ ਯੂ ਆਰ that kind of person ਕਿ I don't care, ਮੈਂ ਚੱਲੀ ਜਾਣਾ। ਚਲੋ ਮੈਂ ਟਰੱਕਿੰਗ ਦੇ ਰਿਲੇਟਡ ਦੱਸ ਦਿਆਂ ਕਿ ਜਦੋਂ ਮੈਂ ਪਹਿਲੀ ਵਾਰ ਟਰੱਕ ਦਾ ਲਾਇਸੈਂਸ, ਪਰਸਨਲ ਆਲਸੋ, ਟਰੱਕਿੰਗ ਆਲਸੋ, ਪਰਸਨਲ ਆਲਸੋ, ਕਿ ਮਤਲਬ ਜਿੱਦਾਂ ਕੋਈ ਟਾਈਮ ਹੁੰਦਾ ਨਾ, ਜਿੱਦਾਂ ਆਪਾਂ ਇੱਕ ਐਪੀਸੋਡ ਕੀਤਾ ਸੀ ਲਾਈਫ ਇਨ ਕੈਨੇਡਾ, ਸਭ ਤੋਂ ਪਹਿਲਾ ਐਪੀਸੋਡ ਸੀ, ਉਹਦੇ 'ਚ ਨਾ ਅਸੀਂ ਬੇਸ਼ੱਕ 4 ਮੁੰਡੇ ਬੈਠੇ ਸੀਗੇ, ਬਟ ਅਸੀਂ ਆਪਣੀ ਉਹ ਚੀਜ਼ ਸ਼ੇਅਰ ਕਰ ਰਹੇ ਸੀ ਕਿ ਜਿੱਥੇ ਨਾ ਮਤਲਬ ਅਸੀਂ ਟੁੱਟ ਗਏ ਸੀ, ਬਟ ਸਾਨੂੰ ਉਹ ਨਹੀਂ ਮਿਲਿਆ ਸੀ ਕਿ ਆਪਾਂ ਇੱਕ ਫੀਮੇਲ ਨਾਲ ਗੱਲ ਕਰ ਸਕੀਏ ਉਹ ਲੈਵਲ 'ਤੇ ਜਾ ਕੇ। ਬੇਸ਼ੱਕ ਕਿ ਸਾਡਾ ਪਾਰਟ 2 ਆਏਗਾ ਵਿੱਚ, ਬਟ ਵਾਟ ਵਾਜ਼ ਯੂਰ ਬ੍ਰੇਕਿੰਗ ਪੁਆਇੰਟ ਕਿ ਮਤਲਬ ਇੱਕ ਇਕੱਲੀ ਕੁੜੀ ਇੰਨੀ ਦੂਰੋਂ 15-20 ਹਜ਼ਾਰ ਕਿਲੋਮੀਟਰ ਫਲਾਈ ਕਰਕੇ ਇੱਕ ਅਣਜਾਣ ਕੰਟਰੀ 'ਚ ਆ ਰਹੀ ਹੈ, ਠੀਕ ਹੈ, ਸ਼ੀ ਇਜ਼ ਵਰਕਿੰਗ ਐਵਰੀਥਿੰਗ, ਲਾਈਕ ਸ਼ੀ ਇਜ਼ ਮੇਕਿੰਗ ਹਰ ਵੇਜ਼, ਯੂ ਨੋ, ਬਟ ਦ ਥਿੰਗ ਇਜ਼ ਦਿਸ, ਲਾਈਕ ਜਿੱਥੇ ਫੇਲੀਅਰਸ ਆ ਰਹੇ ਨੇ, ਵਾਪਸ ਸੀੜੀ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ, ਬਟ ਉਹ ਡਿੱਗ ਰਹੀ ਹੈ, ਵਾਪਸ ਗਿਰ ਰਹੀ ਹੈ ਵਾਪਸ ਆ ਕੇ। ਵਾਟ ਕੀਪਸ ਯੂ ਮੋਟੀਵੇਟਡ ਐਂਡ ਕਿੱਦਾਂ ਫੀਲ ਕਰ ਰਹੇ ਹੋ ਕਿ ਉਹ ਡਿਸੀਜਨ ਕਿੱਦਾਂ ਹੋ ਰਹੇ ਨੇ, ਉਹ ਕਿੱਦਾਂ ਫੇਲੀਅਰ ਡੀਲ ਕਰ ਰਹੀ ਹੈ? ਕਿਉਂਕਿ ਬਹੁਤ ਸਾਰੀ ਕੁੜੀਆਂ ਨੇ ਜਿਹੜੀ 12th ਪਾਸ ਨੇ ਇੰਡੀਆ 'ਚ, ਜਿਹੜੀ ਆ ਰਹੀਆਂ ਨੇ, ਕੀ ਬੋਲਣਾ ਹੈ ਜਾਂ ਕਿੱਦਾਂ ਆਪਣੇ ਆਪ ਨੂੰ ਸੈਲਫ ਮੋਟੀਵੇਟਡ ਰੱਖਣਾ ਉਹ ਚੀਜ਼ ਨੂੰ ਲੈ ਕੇ? ਮੈਂ ਆਪਣਾ ਦੱਸਦੀ ਹਾਂ ਮੈਂ ਕਿੱਦਾਂ ਫੀਲ ਕਰਦੀ ਹਾਂ ਜਦੋਂ ਮੈਨੂੰ ਬਹੁਤ ਸਿਚੁਏਸ਼ਨਸ ਆਉਂਦੇ ਨੇ ਐਵਰੀ ਡੇ, ਹੈ ਨਾ। ਡੇਲੀ ਲਾਈਫ ਦੇ ਦੱਸਦੀ ਹਾਂ ਮੈਂ, ਡੇਲੀ ਲਾਈਫ ਮੈਂ ਬਹੁਤ ਕੁਝ ਫੇਸ ਕਰਦੀ ਹਾਂ। ਸਮਟਾਈਮਸ ਤੇ ਮੈਨੂੰ ਇੱਦਾਂ ਹੁੰਦਾ ਕਿ ਵਾਈ ਆਮ ਹੇਅਰ, ਮੈਂ ਟਰੱਕਿੰਗ ਦਾ ਨਹੀਂ ਕਹਿ ਰਹੀ, ਬਹੁਤ ਚੀਜ਼ਾਂ ਹੁੰਦੀਆਂ ਨੇ, ਹੈ ਨਾ, ਵਾਈ ਆਮ ਹੇਅਰ, ਮੈਂ ਕਰ ਕੀ ਰਹੀ ਹਾਂ, ਹੈ ਨਾ। ਫਿਰ ਮੈਂ ਨਾ ਆਪਣੇ ਬੈਕ ਡੇਜ਼ ਦੇਖਦੀ ਹਾਂ 5-6 ਸਾਲ ਪਹਿਲਾਂ ਜਦੋਂ ਇੱਥੋਂ ਮੈਂ ਆਈ ਸੀ, ਉਹ ਚੀਜ਼ ਮੈਂ ਭੁੱਲਦੀ ਨਹੀਂ ਹਾਂ ਬਿਲਕੁਲ ਵੀ ਕਿ ਆਈ ਵਾਜ਼ ਇਨ ਬੈਡ ਡਿਪਰੈਸ਼ਨ। ਇੱਥੇ ਆਉਣ ਤੋਂ ਪਹਿਲਾਂ ਆਈ ਵਾਜ਼ ਇਨ ਡਿਪਰੈਸ਼ਨ, ਸੀਵੀਅਰ ਕਹਿ ਸਕਦੇ ਹੋ ਤੁਸੀਂ, ਠੀਕ ਹੈ, ਜਿਸ ਚੀਜ਼ ਨੇ ਮੈਨੂੰ ਬਹੁਤ ਹਿੰਮਤ ਦਿੱਤੀ। ਮੈਂ ਕਿਹਾ ਜੇ ਮੈਂ ਉਸ ਸਿਚੁਏਸ਼ਨ 'ਚੋਂ ਨਿਕਲ ਆਈ ਨਾ, ਇਹ ਤਾਂ ਕੁਛ ਵੀ ਨਹੀਂ ਹੈ, ਇਹ ਤਾਂ ਇਟਸ ਜਸਟ ਅ ਨਾਰਮਲ ਟਾਈਨੀ ਥਿੰਗ ਇਨ ਫਰੰਟ ਆਫ ਦੈਟ ਸਿਚੁਏਸ਼ਨ, ਜੋ ਕਿ ਮੈਂ ਫੇਸ ਕੀਤਾ ਪਹਿਲਾਂ। ਉਸ ਚੀਜ਼ 'ਚ ਮੈਨੂੰ ਉਸ ਚੀਜ਼ ਨੇ ਮੈਨੂੰ ਤੋੜ ਕੇ ਰੱਖਤਾ ਸੀ, ਪਰ ਉਸ ਚੀਜ਼ ਨੇ ਮੈਨੂੰ ਹਿੰਮਤ ਵੀ ਬਹੁਤ ਦਿੱਤੀ ਹੈ। ਤੁਹਾਡਾ ਮਾੜਾ ਚੰਗਾ ਟਾਈਮ ਨਾ ਤੁਹਾਨੂੰ ਬਹੁਤ ਕੁਝ ਸਿਖਾ ਦਿੰਦਾ, ਸਪੈਸ਼ਲੀ ਮਾੜਾ ਟਾਈਮ ਤੁਹਾਨੂੰ ਉੱਪਰ ਵੀ ਉਠਾਉਂਦਾ, ਤੁਹਾਨੂੰ ਲੈਟ ਡਾਊਨ ਵੀ ਕਰਦਾ। ਇਟ ਡਿਪੈਂਡਸ ਔਨ ਯੂ ਹਾਊ ਯੂ ਗੋਨਾ ਟੇਕ ਇਟ। ਤੇ ਓਵਰਆਲ ਜਿੱਦਾਂ ਹੁਣ ਆਪਾਂ ਦੇਖੀਏ, ਹੈ ਨਾ, ਟਰੱਕਿੰਗ ਇੰਡਸਟਰੀ ਐਜ਼ ਅ ਵੂਮਨ, ਹੈ ਨਾ, ਵੂਮਨ ਦੇ ਲਈ ਡੂ ਯੂ ਥਿੰਕ ਇਟ ਇਜ਼ ਸੇਫ? ਇਟ ਇਜ਼ ਸੇਫ, ਦੇਖੋ, ਪਰ ਸੇਫਟੀਜ਼ ਥੋੜ੍ਹੀ ਜਿਹੀ ਆਪਾਂ ਨੂੰ ਆਪਣੇ ਆਪ ਵੀ ਰੱਖਣੀਆਂ ਪੈਂਦੀਆਂ ਨੇ। ਜੇ ਆਪਾਂ ਨਹੀਂ ਰੱਖਾਂਗੇ ਤਾਂ ਕੁਛ ਵੀ ਸੇਫ ਨਹੀਂ ਹੈ। ਕੈਨੇਡਾ ਸੇਫ ਨਹੀਂ ਹੈ, ਅਮਰੀਕਾ ਸੇਫ ਨਹੀਂ ਹੈ। ਹੁਣ ਜੇ ਅਸੀਂ ਧੱਕੇ ਨਾਲ ਜਾ ਕੇ ਪੰਗੇ ਲਵਾਂਗੇ ਕਿਸ ਨਾਲ, ਅਗਲੇ ਨੂੰ ਤਾਂ ਮੂੰਹ ਹੀ ਭੰਨਣਾ ਸਾਡਾ। ਥੋੜ੍ਹਾ ਜਿਹਾ ਆਪ ਵੀ ਕਾਮ ਹੋਣਾ ਪੈਂਦਾ ਬੰਦੇ ਨੂੰ। ਹੁਣ ਤੁਸੀਂ ਤਾਂ ਇੰਡਸਟਰੀ 'ਚ ਹੈਗੇ ਹੋ ਨਾ, ਚਲੋ ਤੁਸੀਂ 5-10 ਸਾਲ ਜਾਂ ਕਦੋਂ ਵੀ ਡਿਸਾਈਡ ਕਰੋ ਮੈਂ ਹੋਰ ਕੰਮ ਨਹੀਂ ਕਰਨਾ, ਹੈ ਨਾ, ਬਟ ਜੇ ਗਾਂ ਨੂੰ ਤੁਹਾਡੀ ਵੀ ਕੋਈ ਸਿਸਟਰ ਆ, ਹੈ ਨਾ, ਜਾਂ ਤੁਹਾਡੇ ਅੱਗੇ ਬੱਚੇ ਹੋਣਗੇ, ਕੁੜੀ ਹੋਊਗੀ, ਹੈ ਨਾ, ਇਫ ਸ਼ੀ ਵਾਂਟਸ ਟੂ ਬੀ ਅ ਟਰੱਕਰ, ਹੈ ਨਾ, ਤੁਸੀਂ ਕੀ ਆਉਣ ਦੇਵੋਗੇ ਉਹਨੂੰ? ਓਬਵੀਅਸਲੀ, ਵਾਈ ਨਾਟ। ਸਹੀ ਆ, ਹੈ ਨਾ, ਬਿਲਕੁਲ, ਇਟਸ ਅ ਗੁੱਡ ਜੌਬ ਮੈਨ। ਮੈਂ ਕਿਉਂ ਮਨਾ ਕਰੂੰਗੀ? ਮੈਂ ਖੁਦ ਉਸ ਸਿਚੁਏਸ਼ਨ 'ਚ ਨਿਕਲੀ, ਇੱਥੇ ਮੇਰੇ ਕਿਸੇ ਨੇ ਸਾਥ ਨਹੀਂ ਦਿੱਤਾ, ਪਰ ਮੈਂ ਫਿਰ ਵੀ ਆਈ ਹਾਂ। ਮੈਂ ਉਹਦਾ ਸਾਥ ਦਊਂਗੀ, ਮੈਂ ਦਊਂਗੀ, 100% ਦਊਂਗੀ। ਆਈ ਵਿਸ਼ ਕਿ ਆਪਣੀ ਕੁੜੀਆਂ ਆਉਣ ਅੱਗੇ, ਮੈਂ ਦੇਖਣਾ ਚਾਹੁੰਦੀ ਹਾਂ। ਮੈਨੂੰ ਵਧੀਆ ਲੱਗਦਾ ਮੈਨੂੰ ਕੋਈ ਕੁੜੀ ਬੀਟ ਕਰੇ ਆ ਕੇ, ਕੰਪੀਟੀਸ਼ਨ, ਆਈ ਲਵ ਦੈਟ। ਯਾ ਬੰਦਿਆਂ ਨਾਲ ਤਾਂ ਕੰਪੀਟੀਸ਼ਨ ਹੋ ਹੀ ਗਿਆ ਮੇਰਾ, ਕੁੜੀਆਂ ਨਾਲ ਬੰਦੇ ਤਾਂ ਖਤਮ ਕਰਤੇ ਆ ਕੰਪੀਟੀਸ਼ਨ, ਕੁੜੀਆਂ ਚਾਹੀਦੇ। ਐਂਡ ਲਾਈਕ ਆਪਾਂ ਫੈਕਟ ਜਦੋਂ ਆਪਾਂ ਰਿਸਰਚ ਕਰ ਰਹੇ ਸੀ ਇਹਦੀ ਕਿ ਆਲਮੋਸਟ 60% ਪੰਜਾਬੀ ਨੇ ਟਰੱਕਿੰਗ ਇੰਡਸਟਰੀ 'ਚ। ਐਂਡ ਆਈ ਥਿੰਕ ਮੇਬੀ 1 ਜਾਂ 2% ਫੀਮੇਲਸ, 5 to 10% ਸਿਰਫ ਵੂਮਨਸ ਨੇ ਟਰੱਕਿੰਗ ਇੰਡਸਟਰੀ 'ਚ, ਯੂਐਸ ਕੈਨੇਡਾ 'ਚ। ਲਾਈਕ 60% ਤੋਂ ਐਟ ਲੀਸਟ 30% ਆ ਜਾਓ, ਲਾਈਕ ਸ਼ੀ ਵਿਲ ਹੈਲਪ ਯੂ ਆਊਟ ਵਿਦ ਐਵਰੀਥਿੰਗ। ਐਂਡ ਬਿਫੋਰ ਰੈਪਿੰਗ ਅਪ, ਆਈ ਹੋਪ ਕਿ ਤੁਹਾਨੂੰ ਵਧੀਆ ਲੱਗਿਆ ਐਪੀਸੋਡ, ਐਂਡ ਆਪਾਂ ਜ਼ਰੂਰ ਇੱਦਾਂ ਦੇ ਹੋਰ ਟੋਪਿਕਸ ਐਂਡ ਮੇਨਲੀ ਲਾਈਕ ਵੀ ਗੋਨਾ ਪ੍ਰਮੋਟ ਲਾਈਕ ਯੂ ਨੋ ਕਿ ਸਾਡੀ ਜਿਹੜੀ ਯੰਗਸਟਰਸ ਨੇ, ਕੁੜੀਆਂ ਨੇ, ਜਿਨ੍ਹਾਂ ਨੂੰ ਇੱਕ ਪਲੈਟਫਾਰਮ ਨਹੀਂ ਮਿਲ ਰਿਹਾ ਆਪਣੀ ਸਟੋਰੀ ਦੱਸਣ ਦਾ, ਐਂਡ ਰਿਐਲਿਟੀ, ਨੋ ਫਿਲਟਰ। ਆਪਾਂ ਕੋਈ ਇੱਥੇ ਸਕ੍ਰਿਪਟ ਨਹੀਂ ਲੈ ਕੇ ਬੈਠੇ ਹੋਏ, ਕੁਛ ਨਹੀਂ ਹੈ, ਬਟ ਲਾਈਕ ਆਈ ਰੀਅਲੀ ਵਾਂਟ ਟੂ ਥੈਂਕ ਯੂ ਤਨਵੀਰ ਕਿ ਮਤਲਬ ਤੁਸੀਂ ਆਏ ਹੋ। ਸਾਨੂੰ ਮੈਨੂੰ ਵੀ ਨਹੀਂ ਪਤਾ ਸੀ ਕਿ ਲਾਈਕ ਕਿੱਦਾਂ ਇੰਡਸਟਰੀ ਹੈ ਜਾਂ ਕਿੱਦਾਂ ਨਹੀਂ ਹੈ, ਐਂਡ ਸਪੈਸ਼ਲੀ ਹਾਊ ਫੀਮੇਲਸ ਆਰ ਬੀਇੰਗ ਟਰੀਟਡ ਓਵਰ ਦੇਅਰ, ਰਾਈਟ?
ਬਟ ਕਿੱਦਾਂ ਲੱਗਿਆ ਲਾਈਕ ਗਲਾਸੀ ਟਾਈਮ ਪੋਡਕਾਸਟ 'ਚ ਆ ਕੇ? ਆਈ ਐਪਰੀਸ਼ੀਏਟਡ ਟੂ ਯੂ ਗਾਈਜ਼ ਹੈ ਨਾ ਕਿ ਤੁਸੀਂ ਮੈਨੂੰ ਇੱਥੇ ਬੁਲਾਇਆ, ਪਹਿਲੀ ਗੱਲ ਤਾਂ ਨਾ, ਕਿਉਂਕਿ ਜੋ ਗੱਲਾਂ ਇੱਥੇ ਹੋਈਆਂ ਨੇ ਮੈਨੂੰ ਨਹੀਂ ਲੱਗਦਾ ਸਾਰਿਆਂ ਨੂੰ ਉੱਦਾਂ ਇਨ ਪਰਸਨ ਪਤਾ ਲੱਗੀਆਂ ਹੋਣਗੀਆਂ, ਕਦੇ ਕਿਸੇ ਨੇ ਦੱਸਿਆ ਹੋਊਗਾ ਨਾ, ਕਿਉਂਕਿ ਮੈਂ ਵੀ ਸਾਰਿਆਂ ਨਾਲ ਨਹੀਂ ਗੱਲ ਕਰਦੀ। ਕੁੜੀ ਨੂੰ ਕਿਸੇ ਟਰੱਕ ਡਰਾਈਵਰ ਕੁੜੀ ਨੂੰ ਪੁੱਛਣਾ, ਕੁਐਸਚਨਿੰਗ ਕਰਨੀ ਹੈ ਨਾ, ਕਈ ਆਪਣੇ ਬੰਦੇ ਸ਼ਾਈ ਫੀਲ ਕਰਦੇ ਵੀ ਕੁੜੀ ਕੀ ਸੋਚੇਗੀ। ਜੇ ਹੁਣ ਮੈਂ ਇਸ ਪਲੇਟਫਾਰਮ ਤੇ ਆਈ ਹਾਂ ਤੇ ਉਹਨਾਂ ਨੂੰ ਕਾਫੀ ਗੱਲਾਂ ਪਤਾ ਲੱਗਣਗੀਆਂ ਵੀ ਕੁੜੀਆਂ ਨੂੰ ਕੀ ਪ੍ਰੋਬਲਮ ਆ ਰਹੀਆਂ ਨੇ, ਠੀਕ ਹੈ, ਕਿੱਦਾਂ ਉਹ ਫੀਲ ਕਰਦੀ ਹੈ, ਸੇਫ ਹੈ ਕਿ ਨਹੀਂ ਹੈਗਾ। ਬਹੁਤ ਜ਼ਿਆਦਾ ਵਧੀਆ ਲੱਗਿਆ ਮੈਨੂੰ, ਤੁਸੀਂ ਸਾਰਾ ਕੁਝ ਕਵਰ ਕਰ ਲਿਆ ਉਹਦੇ 'ਚ, ਜੋ ਕਿ ਪਤਾ ਲੱਗਣਾ ਸਭ ਨੂੰ ਬਹੁਤ ਜ਼ਰੂਰੀ ਸੀ, ਸਪੈਸ਼ਲੀ ਜਿਹੜੀਆਂ ਕੁੜੀਆਂ ਨਵਾਂ ਟਰੱਕ ਦਾ ਲਾਇਸੈਂਸ ਲੈਣਾ ਚਾਹੁੰਦੀਆਂ ਨੇ। ਬਟ ਇਜ਼ ਦੇयर ਐਨੀਥਿੰਗ ਜਿਹੜਾ ਮਿਸ ਹੋਇਆ ਵਿਦ ਐਂਡ ਯੂ ਵਾਂਟ ਟੂ ਸ਼ੇਅਰ? ਇਨਸਾਈਡਰ ਹੈਕਸ ਜਾਂ ਇਨਸਾਈਡਰ ਕੋਈ ਵੀ ਇਨਸਾਈਡਰ ਸੀਕ੍ਰੇਟ ਜਾਂ ਕੁਝ ਵੀ ਆ ਇੰਡਸਟਰੀ ਦਾ ਅੰਦਰੂਨੀ ਗੱਲਾਂ ਜਿਹੜੀ ਕਾਮਨ ਲੋਕਾਂ ਨੂੰ ਪਤਾ ਹੀ ਨਹੀਂ ਹੈਗੀਆਂ ਜਾਂ ਦੇਖੋ ਕੁੜੀਆਂ ਨੂੰ ਐਨੀ ਇਨਫੋਰਮੇਸ਼ਨ ਮੈਂ ਇਹੀ ਹੈ ਕਿ ਕੁੜੀਆਂ ਨਾ ਸੇਫ ਹੋ ਕੇ ਚੱਲਣ। ਸੇਫ ਇਨ ਦੀ ਸੈਂਸ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਆਪਣੇ ਯੂਐਸ ਦੇ ਵਿੱਚ ਗਨ ਰੱਖਦੇ ਆ ਸਾਰੇ ਟਰੱਕ ਡਰਾਈਵਰ, ਆਪਾਂ ਰੱਖ ਨਹੀਂ ਸਕਦੇ ਕੈਨੇਡੀਅਨਸ, ਠੀਕ ਹੈ, ਸਾਡੀ ਬਾਰਡਰ ਤੇ ਆਪਾਂ ਰੱਖ ਸਕਦੇ ਹਾਂ, ਸਾਨੂੰ ਉੱਥੇ ਦੱਸਣਾ ਪੈਂਦਾ ਵੀ ਅਸੀਂ, ਹੁਣ ਤਾਂ ਟਰੂਡੋ ਨੇ ਕਹਿਤਾ ਵੀ ਅਸੀਂ ਰੱਖ ਨਹੀਂ ਸਕਦੇ, ਰਾਈਟ, ਗਨ ਪਰਸਨਲ ਗਨ ਨਹੀਂ ਰੱਖ ਸਕਦੇ। ਤੇ ਕੁਛ ਰੱਖਣ ਚੀਜ਼ਾਂ ਕੁੜੀਆਂ ਦਾ ਪੈਪਰਮੈਂਟ ਸਪਰੇ ਆਪਣੇ ਨਾਲ ਰੱਖਣ, ਲਾਈਕ ਕੁਛ ਵੀ ਹੋ ਸਕਦਾ, ਸਾਨੂੰ ਨਹੀਂ ਪਤਾ ਕੀ ਹੋ ਜਾਣਾ ਰੋਡ ਤੇ, ਯੂ ਡੋਂਟ ਨੋ, ਰਾਈਟ, ਠੀਕ ਹੈ। ਤੇ ਮੈਂ ਨਾਈਫ ਰੱਖਿਆ ਹੋਇਆ ਇੱਕ ਵੱਡਾ, ਠੀਕ ਹੈ, ਮੇਰੇ ਮਤਲਬ ਜਿੱਥੇ ਮੇਰੀ ਡਰਾਈਵਿੰਗ ਸੀਟ ਆ ਨਾਲ ਹੀ ਮੇਰੇ ਡੰਬਲ ਪਿਆ ਬਹੁਤ ਭਾਰੀ, ਮੈਨੂੰ ਕਿਸੇ ਮੈਂ ਕਿਹਾ ਮੈਂ ਡੰਬਲ ਹੀ ਮਾਰਨਾ। ਬਟ ਇਹ ਕੀ ਅਲਾਉਡ ਹੈ ਕਿ ਜਦੋਂ ਤੁਸੀਂ ਸਿਕਿਉਰਿਟੀ ਚੈੱਕ ਕਰ ਰਹੇ ਹੋ, ਆਪਾਂ ਸ਼ੋ ਕਰ ਸਕਦੇ ਹਾਂ, ਆਪਾਂ ਫੂਡ ਕੱਟਣਾ, ਫੂਡ ਕਟਿੰਗ ਕਰਨਾ ਹੈ ਨਾ, ਮੈਂ ਇਹ ਨਹੀਂ ਕਹਿ ਰਹੀ ਕੋਈ ਇੱਥੇ ਮੈਂ ਪ੍ਰਮੋਟ ਨਹੀਂ ਕਰ ਰਹੀ ਕੁਛ ਵੀ, ਪਰ ਇਹ ਕਿ ਸੇਫਟੀ, ਦੈਟਸ ਫॉर ਸੇਫਟੀ ਓਨਲੀ। ਕਿੰਨੇ ਤਰ੍ਹਾਂ ਦੇ ਲੋਕ ਆ ਯਾਰ, ਕੁਝ ਪਤਾ ਥੋੜਾ ਕਿਹਨੇ ਖਾਦੇ ਪੀਤੇ ਨੇ ਕੀ ਕਰਦੇ ਨੇ। ਯੂਐਸ ਦੇ ਵਿੱਚ ਗਨ ਰੱਖ ਸਕਦੇ ਆਪਾਂ, ਗਨ ਨਹੀਂ ਰੱਖ ਸਕਦੇ, ਬਟ ਨਾਈਫ ਇਜ਼ ਓਕੇ, ਨਾਈਫ ਅਸੀਂ ਕਿਹੜਾ ਵੀ ਮਾਰਨਾ ਕਿਸੇ ਦੇ, ਠੀਕ ਹੈ। ਸੋ ਇਹ ਹੈ ਕਿ ਉਹ ਆਪਣੀ ਸੇਫਟੀ ਲਈ ਰੱਖਣਾ, ਪੈਪਰਮੈਂਟ ਸਪਰੇ ਰੱਖ ਲਓ, ਜੋ ਕਿ ਗੁੱਡ ਚੀਜ਼ ਹੈ, ਬਸ ਸੇਫਟੀ, ਸੇਫ ਹੋ ਕੇ ਚੱਲੋ, ਨਾ ਕਿ ਤੁਸੀਂ ਆਪਣਾ ਨੁਕਸਾਨ ਕਰੋ ਤਾਂ ਦੂਜੇ ਬੰਦੇ ਦਾ ਵੀ ਨਾ ਕਰੋ, ਕਿਉਂਕਿ ਜਿਹੜਾ ਟਰੱਕ ਡਰਾਈਵਰ ਹੈ ਉਹ ਇੱਕ ਕਮਰਸ਼ੀਅਲ ਡਰਾਈਵਰ ਹੈ, ਕਾਰ ਡਰਾਈਵਰ ਤੇ ਇੱਕ ਕਮਰਸ਼ੀਅਲ ਡਰਾਈਵਰ ਇਜ਼ ਅ ਹਿਊਜ ਡਿਫਰੈਂਸ, ਪ੍ਰੋਫੈਸ਼ਨਲ ਡਿਫਰੈਂਸ ਆ। ਜਿਹੜਾ ਟਰੱਕ ਡਰਾਈਵਰ ਜਿਹੜਾ ਹੁੰਦਾ ਨਾ ਉਹਨੇ ਬਹੁਤ ਕੁਝ ਦੇਖਣਾ ਹੈ। ਟਰੱਕ ਜਿਹੜਾ ਹੁੰਦਾ ਨਾ ਜਦੋਂ ਰੋਡ ਤੇ ਹੁੰਦਾ, ਜਦੋਂ 105 ਦੀ ਸਪੀਡ ਤੇ ਹੁੰਦਾ, ਉਹ ਆਊਟ ਆਫ ਕੰਟਰੋਲ ਹੋ ਜਾਂਦਾ, ਆਊਟ ਆਫ ਕੰਟਰੋਲ, ਆਪਾਂ ਇੱਕਦਮ ਬ੍ਰੇਕ ਨਹੀਂ ਲਗਾ ਸਕਦੇ ਉਹਨੂੰ, ਠੀਕ ਹੈ। ਤੇ ਸਪੈਸ਼ਲੀ ਫਲੈਟ ਬੈੱਡ ਵਾਲਿਆਂ ਨੂੰ ਪਤਾ ਵੀ ਜੇ ਆਪਾਂ ਇੱਕਦਮ ਬ੍ਰੇਕ ਲਾਵਾਂਗੇ ਲੋਡ ਸਾਰਾ ਸ਼ਿਫਟ ਹੋ ਕੇ ਸਾਡੇ ਅੱਗੇ ਆਇਆ, ਤੁਸੀਂ ਦੇਖਿਆ ਹੋਣਾ ਕਾਲਸ ਕਾਫੀ ਵਾਰ ਜਾਂਦੀਆਂ ਹੈ ਨਾ। ਤੇ ਥੋੜਾ ਜਿਹਾ ਗੱਡੀ ਵਾਲੇ ਵੀ ਦੇਖਣਾ ਨਾ, ਕੀ ਸੁਜੈਸ਼ਨ ਕੀ ਕਹਿਣਾ ਗੱਡੀ ਵਾਲਿਆਂ ਨੂੰ ਜਿਹੜੇ ਮੈਂ ਕਾਰ ਵਾਲਿਆਂ ਨੂੰ ਇਹੀ ਕਹੂੰਗੀ ਵੀ ਦੇਖੋ, ਜਦੋਂ ਤੱਕ ਤਾਂ ਮੈਂ ਲਾਇਸੈਂਸ ਨਹੀਂ ਸੀ ਲਿਆ, ਮੈਂ ਵੀ ਇੱਦਾਂ ਹੀ ਕਰਦੀ ਸੀ, ਮੈਂ ਇੱਧਰ ਉੱਧਰ ਘੁਮਾ ਕੇ ਗੱਡੀ ਲੈ ਜਾਂਦੀ ਸੀ, ਹੈ ਨਾ, ਪਰ ਜਦੋਂ ਮੈਂ ਲਾਇਸੈਂਸ ਲਿਆ, ਮੈਂ ਟਰੱਕ ਚਲਾਇਆ ਰੋਡ ਤੇ, ਆਈ ਫੈਲਟ ਦੈਟ ਪੇਨ। ਨਹੀਂ ਹੁਣ ਚਲੋ ਇਹ ਤਾਂ ਆ ਗਈ ਗੱਡੀਆਂ ਦੀ ਗੱਲ, ਹੁਣ ਕਈ ਵਾਰੀ ਨੇ ਜਿਹੜੇ ਟਰੱਕਰਸ ਨੇ, ਲਾਈਕ ਇੱਕ ਦੋ ਇੰਸੀਡੈਂਟ ਮੈਂ ਇਹੋ ਜਿਹੇ ਸੁਣੇ ਕਿ ਲਾਈਕ ਉਹ ਸਪੋਜ਼ ਟੂ ਨਹੀਂ ਸੀ ਉਹ ਟੇਕ ਓਵਰ ਕਰਨ ਲਈ, ਰਾਈਟ, ਬਟ ਉਹਨਾਂ ਨੇ ਤਾਂ ਵੀ ਕੀਤਾ ਐਂਡ ਅੱਗੇ ਜਿਹੜੀ ਗੱਡੀ ਆ ਰਹੀ ਸੀ ਉਡਾ ਦਿੱਤਾ, ਬੰਦੇ ਮਾਰਤੇ। ਤੇ ਗਲਤ ਬੰਦੇ ਵੀ ਹੁੰਦੇ ਆ ਯਾਰ, ਰਾਈਟ, ਹੈ ਨਾ, ਸਾਰੇ ਹੁਣ ਸਹੀ ਡਰਾਈਵਰ ਵੀ ਨਹੀਂ ਹੈਗੇ ਨਾ, ਕਈ ਡਿਸੀਜਨ ਮੇਕਰ ਬਹੁਤ ਘੱਟ ਹੁੰਦੇ ਆ, ਸਪੈਸ਼ਲੀ ਆਪਣੇ ਇੰਡੀਅਨ ਕਮਿਊਨਿਟੀ ਕਹਿ ਲਓ, ਪੰਜਾਬੀ ਕਮਿਊਨਿਟੀ ਕਹਿ ਲਓ, ਚਾਹੇ ਛੋਟੀ ਏਜ 'ਚ ਮੁੰਡਾ ਲਾਇਸੈਂਸ ਲੈ ਰਿਹਾ ਹੈ ਨਾ, ਗੋਰਾ, ਜਿਵੇਂ ਇੱਕ ਮੈਂ ਕਿਸੇ ਗੋਰੇ ਨੂੰ ਮਿਲੀ ਸੀਗੀ ਨਾ ਯੂਐਸ ਦੇ ਵਿੱਚ, ਉਹ ਕਹਿੰਦਾ ਮੈਂ ਐਵਰੀਡੇ ਸਿੱਖਦਾ, ਹੀ ਵਾਸ ਲਾਈਕ 65, ਰਾਈਟ, ਕਹਿੰਦਾ ਮੈਂ ਅੱਜ ਨਹੀਂ ਕਹਿੰਦਾ, ਮੈਂ ਅੱਜ ਵੀ ਨਹੀਂ ਕਹਿੰਦਾ ਕਿ ਮੈਂ ਪਰਫੈਕਟ ਡਰਾਈਵਰ ਹਾਂ, ਰਾਈਟ, ਸ਼ਾਇਦ ਕਹਿੰਦਾ ਮੈਂ ਤੇਰੇ ਤੋਂ ਹੀ ਪਤਾ ਨਹੀਂ ਕੀ ਸਿੱਖ ਜਾਣਾ। ਮੈਨੂੰ ਉਸ ਗੱਲ, ਉਹਦੀ ਗੱਲ ਜਿਹੜੀ ਬੜੀ ਪਿੰਚ ਕੀਤੀ ਵੀ ਉਹ ਨਹੀਂ ਕਹਿੰਦਾ ਕਿ ਮੈਂ ਪਰਫੈਕਟ ਡਰਾਈਵਰ ਹਾਂ ਨਾ। ਦੇਖੋ ਡਰਾਈਵਰ ਕਦੇ ਵੀ ਨਹੀਂ ਸਿੱਖਦਾ, ਡਰਾਈਵਰ ਐਵਰੀਡੇ ਰੋਡ ਤੇ ਜਾ ਕੇ ਉਹਨੂੰ ਹੌਲੀ ਹੌਲੀ ਪਤਾ ਚੱਲਦਾ ਵੀ ਕੀ ਸਿਚੁਏਸ਼ਨ ਆ ਗਈ। ਕਈ ਵਾਰ ਨਾ 25 ਸਾਲ ਦਾ ਐਕਸਪੀਰੀਅੰਸ ਹੁੰਦਾ ਬੰਦੇ ਦਾ ਡਰਾਈਵਿੰਗ ਦੇ ਵਿੱਚ, ਤੇ ਉਹਦੇ ਤੋਂ ਵੀ ਐਕਸੀਡੈਂਟ ਹੋ ਜਾਂਦਾ, ਤੇ ਉਹਨੂੰ ਵੀ ਨੁਕਸਾਨ ਹੋ ਜਾਂਦਾ, ਤੇ ਅਗਲੇ ਬੰਦੇ ਨੂੰ ਹੋ ਜਾਂਦਾ। ਕਈ ਵਾਰ 2 ਸਾਲ ਐਕਸਪੀਰੀਅੰਸ ਵਾਲਾ ਬੰਦਾ ਵੀ ਸਿਚੁਏਸ਼ਨ ਸਮਝ ਜਾਂਦਾ, ਇਹ ਡਿਫਰੈਂਸ ਹੈ। ਦੇਖੀਦਾ ਯਾਰ, ਡਿਸੀਜਨ ਮੇਕਰ ਡਿਪੈਂਡ ਕਰਦਾ, ਕਈ ਨਵੀਂ ਗੱਡੀ ਕਢਾ ਕੇ ਆਉਂਦੇ ਆ, ਆਉਂਦੇ ਨੇ ਐਕਸੀਡੈਂਟ ਹੋ ਜਾਂਦਾ, ਬਹੁਤ ਦੇਖੇ ਆਪਾਂ, ਚਲੋ ਬੈਡ ਲੱਕ ਵੀ ਆ, ਜੋ ਵੀ ਆ, ਹਨਾ, ਉਹ ਤਾਂ ਹੈ। ਤੁਹਾਨੂੰ ਕਿੱਦਾਂ ਲੱਗ ਰਿਹਾ ਐਪੀਸੋਡ? ਬਹੁਤ ਵਧੀਆ ਯਾਰ, ਇਹ ਟੌਪਿਕ ਮੈਂ ਤੈਨੂੰ ਕਿਹਾ ਸੀ ਕਵਰ ਹੋਣਾ ਚਾਹੀਦਾ ਸੀਗਾ, ਤੇ ਮੈਨੂੰ ਲੱਗ ਰਿਹਾ ਕਿ ਬਹੁਤ ਵਧੀਆ ਯੂਨੀਕ ਟੌਪਿਕ ਸੀਗਾ। ਆਈ ਹੋਪ ਕਿ ਸਾਰਿਆਂ ਨੂੰ ਹਨਾ ਵਧੀਆ ਲੱਗਿਆ ਹੋਊਗਾ ਤੇ ਸਿੱਖਣ ਨੂੰ ਮਿਲੂਗਾ ਕੁੜੀਆਂ ਨੂੰ। ਪਲੀਜ਼ ਇਹ ਸ਼ੇਅਰ ਕਰਿਓ ਸਾਰਿਆਂ ਨਾਲ, ਸਪੈਸ਼ਲੀ ਸਾਡੀ ਗਰਲਸ ਨਾਲ, ਫੀਮੇਲ ਜਿਹੜੇ ਆ ਰਹੇ ਆ ਜਾਂ ਹੈਗੇ ਆ ਹਨਾ ਆਲਰੇਡੀ। ਐਂਡ ਲਾਈਕ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਅੱਜ, ਕਿ ਹਾਰਡ ਵਰਕਿੰਗ, ਲਰਨਿੰਗ ਐਟੀਟਿਊਡ, ਲਾਈਕ ਬੋਲਡਨੈਸ, ਯੂ ਨੋ, ਸਟੈਂਡ ਅਪ ਫॉर yourself, ਸਪੈਸ਼ਲੀ ਲਾਈਕ ਸਾਡੀ ਕੁੜੀਆਂ ਲਈ, ਐਂਡ ਗਟਸੀ ਹੋਣਾ ਜ਼ਰੂਰੀ ਹੈ। ਐਂਡ ਆਈ ਹੋਪ ਕਿ
ਲਾਈਕ ਇਹ ਪੋਡਕਾਸਟ ਤੁਹਾਨੂੰ ਮੋਟੀਵੇਟ ਕਰੇਗਾ ਐਂਡ ਲਾਈਕ ਇਨਸਾਈਡ ਸਟੋਰੀਜ਼ ਮਿਲੀਆਂ ਸਾਨੂੰ ਸਿੱਖਣ ਲਈ ਤਨਵੀਰ ਤੋਂ ਐਂਡ ਥੈਂਕ ਯੂ ਸੋ ਮਚ। ਐਂਡ ਨਾਲ ਹੀ ਅਸੀਂ ਤਨਵੀਰ ਦਾ ਲਿੰਕ ਵੀ ਐਡ ਕਰਾਂਗੇ। ਇਫ ਯੂ ਹੈਵ ਐਨੀ ਕੁਐਸਚਨਸ DM ਮੈਸੇਜ ਹਰ। ਹਾਂ ਤਨਵੀਰ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲਸ ਦੱਸ ਦਿਓ ਜੇ ਕੋਈ ਕੰਟੈਕਟ ਕਰਨਾ ਚਾਹੁੰਦਾ ਤੁਹਾਨੂੰ। ਹਾਂਜੀ ਮੇਰਾ ਟਿਕਟੌਕ ਤੇ ਵੈਸੇ ਮੈਂ ਟਰੱਕਿੰਗ ਹੀ ਪ੍ਰਮੋਟ ਕਰਦੀ ਹਾਂ, ਤਨਵੀਰ ਕੌਰ ਤੁਸੀਂ ਦੇਖ ਸਕਦੇ ਹੋ, ਤਨਵੀਰ ਕੌਰ ਦੇ ਨਾਮ ਤੋਂ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਐਂਡ ਐਨੀ ਅਦਰ? ਤੇ ਮੇਰਾ ਜਿਹੜਾ ਇੰਸਟਾਗ੍ਰਾਮ ਹੈਗਾ ਉਹ ਕੌਰ ਤਨਵੀਰ 77 ਹੈ। ਓਕੇ ਉਹਦੇ ਤੇ ਵੀ ਤੁਸੀਂ ਮੈਨੂੰ DM ਕਰ ਸਕਦੇ ਹੋ ਬਿਕੋਜ਼ ਮੈਨੂੰ ਟਿਕਟੌਕ ਤੇ ਕਈ ਵਾਰ ਮੈਸੇजेस ਨਹੀਂ ਆਉਂਦੇ। ਜਿਹੜਾ ਇੰਸਟਾਗ੍ਰਾਮ ਉੱਥੇ ਮੈਂ ਸਾਰੇ DMs ਪੜ੍ਹਦੀ ਹਾਂ ਜਿਹੜੇ ਟਰੱਕਿੰਗ ਦੇ ਰਿਗਾਰਡਿੰਗ ਹੈ। ਠੀਕ ਹੈ, ਟਰੱਕਿੰਗ ਦੇ ਰਿਗਾਰਡਿੰਗ ਤੁਸੀਂ ਮੈਨੂੰ ਕੁਛ ਵੀ ਕੁਐਸਚਨ ਪੁੱਛੋਗੇ ਆਈ ਐਮ ਰੈਡੀ ਟੂ ਹੈਲਪ। ਓਕੇ ਸੋ ਕਿਸੇ ਵੀ ਕੁੜੀ ਨੇ ਇੰਡਸਟਰੀ 'ਚ ਐਂਟਰ ਹੋਣਾ ਚਾਹੁੰਦੀ ਆ DM ਹਰ। ਰਾਈਟ ਐਂਡ ਵਿਲ ਰੈਪ ਅਪ ਐਂਡ ਥੈਂਕ ਯੂ ਸੋ ਮਚ ਸ਼ੁਭਮ ਐਂਡ ਸਾਹਿਬ। ਸਾਡਾ ਪਹਿਲਾ ਪੋਰਟੇਬਲ ਪੋਡਕਾਸਟ ਹੋਇਆ ਬਰੈਂਪਟਨ 'ਚ ਐਂਡ ਥੈਂਕ ਯੂ ਸੋ ਮਚ। ਸੀ ਯੂ ਇਨ ਨੈਕਸਟ ਐਪੀਸੋਡ। ਸੀ ਯੂ ਗਾਇਜ਼ ਐਂਡ ਮਿਲਦੇ ਆਪਾਂ ਜਲਦੀ ਐਂਡ ਆਈ ਹੋਪ ਕਿ ਵਧੀਆ ਰਿਸਪੌਂਸ ਦੋਗੇ। ਥੈਂਕ ਯੂ ਥੈਂਕ ਯੂ ਐਵਰੀਵਨ। ਓਕੇ।